इस सैशन इस चैप्टर ਦੇ ਵਿੱਚ ਅਸੀਂ ਦੇਖਾਂਗੇ ਕਿ ਕਿਹੜੇ ਯੂਰਪੀਅਨਸ ਆਏ, ਕਿਹੜੇ ਕੰਟਰੀਜ਼ ਤੋਂ ਆਏ, ਠੀਕ ਹੈ। ਆਪਣੇ ਦੇਸ਼ ਦੇ ਵਿੱਚ ਕਿਹੜੇ ਰੂਲਰਸ ਸੀਗੇ ਉਸ ਟਾਈਮ 'ਤੇ, ਕਿਸ ਇੰਟਰਸਟ ਦੇ ਨਾਲ ਯੂਰਪੀਅਨਸ ਆਏ, ਠੀਕ ਹੈ। ਇਹ ਸਾਰਾ ਕੁਝ ਆਪਾਂ ਇਸ ਸੈਸ਼ਨ ਦੇ ਵਿੱਚ ਦੇਖਾਂਗੇ। ਸੋ ਲੈਟਸ ਬਿਗਨ। ਦੇਖੋ, ਸਭ ਤੋਂ ਪਹਿਲਾਂ ਇੱਕ ਬੈਕਗਰਾਊਂਡ ਆਪਾਂ ਦੇਖਦੇ ਹਾਂ ਕਿ ਕੀ ਸਿਚੁਏਸ਼ਨ ਸੀਗੀ ਉਸ ਟਾਈਮ ਦੇ ਵਿੱਚ। ਜਿਹੜੇ ਯੂਰਪੀਅਨਸ ਆਏ ਸੀਗੇ ਯੂਰਪ ਤੋਂ ਆਏ ਸੀ। ਦੇਖੋ, ਆਹ ਯੂਰਪ ਹੈ, ਮੰਨ ਲਓ ਇਹ ਇੰਡੀਆ ਹੈ, ਠੀਕ ਹੈ। ਤਾਂ ਜਿਹੜੇ ਯੂਰਪੀਅਨਸ ਇੰਡੀਆ ਦੇ ਵਿੱਚ ਆਏ ਸੀਗੇ ਉਹ ਕਿਉਂ ਆਏ ਸੀ, ਕਿਵੇਂ ਆਏ ਸੀਗੇ, ਠੀਕ ਹੈ। ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੀਏ 1453 ਵੱਲ ਦੇਖੀਏ ਆਪਾਂ, ਤਾਂ ਉਦੋਂ ਇੱਕ ਈਵੈਂਟ ਹੋਈ ਸੀ, ਕੌਂਸਟੈਂਟੀਨੋਪਲ ਫੈਲ ਟੂ ਆਟੋਮਨ ਟਰਕਸ। ਦੇਖੋ ਕੀ ਹੋਇਆ ਸੀਗਾ, ਇੱਕ ਕੌਂਸਟੈਂਟੀਨੋਪਲ ਨਾਮ ਦੀ ਜਗ੍ਹਾ ਹੈਗੀ ਹੈ, ਮੰਨ ਲਓ ਇੱਥੇ ਜੇ ਹੈਗੀ ਹੈ, ਠੀਕ ਹੈ। 1453 ਦੇ ਵਿੱਚ ਕੀ ਹੋਇਆ ਸੀ, ਦੇਖੋ ਪਹਿਲਾਂ ਜਿਹੜੀ ਆਪਣੀ ਟਰੇਡ ਹੈ ਯੂਰਪ ਅਤੇ ਇੰਡੀਆ ਦੀ ਟਰੇਡ ਹੈਗੀ, ਜਿਹੜੀ ਯੂਰਪ ਅਤੇ ਇੰਡੀਆ, ਆ ਯੂਰਪ ਹੈ ਅਤੇ ਇੰਡੀਆ, ਇਹਦੀ ਟਰੇਡ ਐਂਸ਼ੀਅੰਟ ਟਾਈਮਸ ਤੋਂ ਚੱਲਦੀ ਆ ਰਹੀ ਸੀ, ਠੀਕ ਹੈ। ਸਿਲਕ ਰੂਟ ਵੀ ਸੀਗੇ ਸਾਡੇ, ਠੀਕ ਹੈ। ਚਾਈਨਾ ਨਾਲ ਅੱਗੇ ਲਿੰਕ ਸੀਗਾ, ਠੀਕ ਹੈ। ਇਸ ਰੂਟ ਤੋਂ ਵੀ ਬਹੁਤ ਆਉਂਦੇ ਸੀਗੇ। ਤਾਂ ਐਂਸ਼ੀਅੰਟ ਟਾਈਮਸ ਤੋਂ ਅਸੀਂ ਟਰੇਡ ਕਰਦੇ ਆ ਰਹੇ ਹਾਂ ਯੂਰਪੀਅਨਸ ਨਾਲ। ਬਟ 15ਵੀਂ ਸਦੀ ਦੇ ਵਿੱਚ ਕੀ ਹੋਇਆ, ਮਿਡ 15th ਸੈਂਚੁਰੀ ਦੇ ਵਿੱਚ ਕੀ ਹੋਇਆ, ਜਿਹੜੇ ਇਹ ਰੂਟਸ ਸੀਗੇ ਇਹ ਕਿਸੇ ਕਾਰਨ ਕਰਕੇ ਇਹ ਰੂਟਸ ਖਤਮ ਹੋ ਗਏ, ਇਹ ਰੂਟਸ ਨਹੀਂ ਰਹੇ। ਉਹਦਾ ਰੀਜ਼ਨ ਆਪਾਂ ਦੇਖਦੇ ਕਿਉਂ ਨਹੀਂ ਰਹੇ ਇਹ ਰੂਟਸ। ਉਹਦਾ ਰੀਜ਼ਨ ਸੀਗਾ ਕਿ ਜਿਹੜੇ ਦੇਖੋ ਆ ਟਰਕੀ ਹੈਗਾ, ਇਹ ਆਟੋਮਨ ਐम्पायर ਕਹਿੰਦੇ ਆਪਾਂ ਇਹਨੂੰ, ਠੀਕ ਹੈ, ਟਰਕੀ ਹੈ। ਅਤੇ ਜਿਹੜੇ ਹੋਰ ਵੀ ਟਰਕੀ ਦੇ ਨਾਲ ਜਿਹੜੇ ਰੀਜਨਸ ਸੀਗੇ, ਜਿਵੇਂ ਤੁਹਾਨੂੰ ਮੈਂ ਦੱਸਿਆ ਕੌਂਸਟੈਂਟੀਨੋਪਲ, ਇਹ ਸਾਰੇ ਰੀਜਨ ਆਟੋਮਨ ਟਰਕਸ ਦੇ ਅੰਡਰ ਆ ਗਏ ਸੀਗੇ, ਇੱਕ ਰੂਲਰ ਦੇ ਅੰਡਰ ਆ ਗਏ ਸੀਗੇ, ਠੀਕ ਹੈ। ਇਸ ਤੋਂ ਕੀ ਹੋਇਆ, ਜਿਹੜੇ ਯੂਰਪ ਹੈਗਾ, ਜਿਹੜਾ ਆਪਾਂ ਲਾਸਟ ਸਲਾਈਡ ਦੇ ਵਿੱਚ ਦੇਖ ਕੇ ਆਏ ਹਾਂ, ਜਿਹੜਾ ਯੂਰਪ ਹੈ ਇਹਨਾਂ ਦੀ ਜਿਹੜੀ ਹੁਣ ਟਰੇਡ ਸੀ ਵਿੱਚੋਂ ਭੰਗ ਹੋ ਗਈ ਸੀਗੀ, ਠੀਕ ਹੈ। ਹੁਣ ਕੀ ਸੀਗੇ, ਸਿੱਧੇ ਟਰੇਡ ਨਹੀਂ ਹੋ ਪਾ ਰਹੀ ਸੀਗੀ, ਵਿੱਚ ਇੰਟਰਮੀਡੀਏਟਰੀ ਪਾਉਣੇ ਪੈ ਰਹੇ ਸੀਗੇ, ਜਿਹੜੇ ਕਿ ਮੁਸਲਮਾਨ ਰੂਲਰ ਸੀਗੇ ਇੱਥੇ, ਠੀਕ ਹੈ। ਈਵਨ ਕਿ ਜਿਹੜਾ ਰੈੱਡ ਸੀ ਵਾਲਾ ਰੂਟ ਹੈਗਾ, ਆਪਾਂ ਦੇਖੀਏ ਆਹ ਵਾਲਾ ਰੂਟ ਹੈ ਜਿਹੜਾ, ਪਹਿਲਾਂ ਇੱਥੋਂ ਵੀ ਟਰੇਡ ਹੁੰਦੀ ਸੀਗੀ, ਠੀਕ ਹੈ। ਇਹ ਵਾਲਾ ਰੂਟ ਵੀ ਸਾਡਾ ਇਹ ਵੀ ਖਤਮ ਹੋ ਗਿਆ ਸੀ, ਠੀਕ ਹੈ, ਇਹਨਾਂ ਰੀਜ਼ਨਸ ਕਰਕੇ ਹੀ। ਤਾਂ ਹੁਣ ਦੇਖੋ ਯੂਰਪ ਅਤੇ ਇੰਡੀਆ ਦੇ ਵਿੱਚ ਟਰੇਡ ਤਾਂ ਹੋਣੀ ਹੀ ਸੀਗੀ, ਠੀਕ ਹੈ। ਹੁਣ ਜਦੋਂ ਮਿਡਲਮੈਨ ਵਿੱਚ ਪੈ ਗਏ ਤਾਂ ਓਬਵੀਅਸਲੀ ਗੱਲ ਹੈ ਰੇਟਸ ਇੰਕਰੀਜ਼ ਹੋਣਗੇ, ਯੂਰਪੀਅਨਸ ਨੂੰ ਜਿਹੜੀਆਂ ਚੀਜ਼ਾਂ ਨੇ ਉਹ ਮਹਿੰਗੀਆਂ ਮਿਲਣਗੀਆਂ। ਸਪਾਈਸਿਸ ਵਗੈਰਾ ਬਹੁਤ ਲੈ ਕੇ ਜਾਂਦੇ ਸੀਗੇ, ਠੀਕ ਹੈ, ਇੰਡੀਆ ਤੋਂ ਜਿਹੜੇ ਯੂਰਪੀਅਨਸ ਸੀਗੇ। ਤਾਂ ਇਸ ਕਰਕੇ ਕੀ ਹੋਇਆ, ਉਹਨਾਂ ਨੂੰ ਚੀਜ਼ਾਂ ਮਹਿੰਗੀਆਂ ਮਿਲਣ ਲੱਗ ਗਈਆਂ। ਤਾਂ ਹੁਣ ਉਹਨਾਂ ਨੇ ਕੀ ਸੋਚਿਆ ਕਿ ਜਦੋਂ ਇਹ ਰੂਟਸ ਬੰਦ ਹੋ ਗਏ ਸਾਡੇ, ਤਾਂ ਸਾਨੂੰ ਨਵੇਂ ਰੂਟਸ ਦੇਖਣੇ ਪੈਣਗੇ। ਇਸੇ ਕਰਕੇ ਕੀ ਹੋਇਆ, ਜਿਹੜੇ ਯੂਰਪੀਅਨਸ ਨੇ ਇਹਨਾਂ ਨੇ ਲੰਬਾ ਰੂਟ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇੱਥੋਂ ਆਪਾਂ ਇੰਡੀਆ ਦੇ ਵਿੱਚ ਪਹੁੰਚੀਏ। ਬਟ ਇਹ ਉਸ ਟਾਈਮ ਦੇ ਵਿੱਚ ਇਹ ਰੂਟ ਲੱਭਣਾ ਹੀ ਸਭ ਤੋਂ ਪਹਿਲਾਂ ਇੱਕ ਵੱਡੀ ਪ੍ਰੋਬਲਮ ਸੀਗੀ, ਠੀਕ ਹੈ, ਵੱਡਾ ਚੈਲੰਜ ਸੀਗਾ, ਠੀਕ ਹੈ, ਇਹ ਚੀਜ਼ ਸੀਗੀ। ਤਾਂ ਹੋਰ ਆਪਾਂ ਦੇਖਦੇ ਹਾਂ ਇਸ ਦੇ ਵਿੱਚ ਕੀ ਸੀਗਾ, ਠੀਕ ਹੈ। ਹੁਣ ਦੇਖਿਆ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਰੈੱਡ ਸੀ ਟਰੇਡ ਸੀਗੀ, ਰੂਟ ਸੀਗਾ, ਇਹ ਵੀ ਮੋਨੋਪੋਲੀ ਫਰੋਮ ਇਸਲਾਮਿਕ ਰੂਲਰਸ, ਉਹ ਰੂਲਰਸ ਨੇ ਮੋਨੋਪੋਲੀ ਆਈ ਸੀ। ਰੈੱਡ ਸੀ ਰੂਟ ਮੈਂ ਤੁਹਾਨੂੰ ਦਿਖਾਇਆ ਸੀਗਾ, ਹੈ ਨਾ, ਆਹ ਵਾਲਾ ਰੈੱਡ ਸੀ ਰੂਟ, ਇਹ ਵੀ ਬੰਦ ਹੋ ਗਿਆ ਸੀਗਾ। ਅਤੇ ਜਿਹੜੇ ਲੈਂਡ ਰੂਟਸ ਸੀਗੇ ਉਹ ਵੀ ਅਰਬਸ ਦੇ ਅੰਡਰ ਆ ਗਏ ਸੀਗੇ, ਠੀਕ ਹੈ। ਯੂਰਪੀਅਨਸ ਵਰ ਕੀਨ ਟੂ ਫਾਈਂਡ ਅ ਡਾਇਰੈਕਟ ਸੀ ਰੂਟ, ਉਹਨਾਂ ਨੂੰ ਚਾਹੀਦਾ ਸੀਗਾ, ਠੀਕ ਹੈ। ਆਪਣੇ ਜਿਹੜੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ 5 ਯੂਰਪੀਅਨਸ ਮੇਨ ਆਏ ਨੇਗੇ, ਠੀਕ ਹੈ, 5 ਕੰਟਰੀਜ਼ ਤੋਂ ਆਏ ਨੇ। ਸਭ ਤੋਂ ਪਹਿਲਾਂ ਪੋਰਟੁਗੀਜ਼ ਆਏ ਨੇ 1498 ਦੇ ਵਿੱਚ, ਸਭ ਤੋਂ ਪਹਿਲਾਂ ਇੱਕ ਵਾਸਕੋ ਡਿਗਾਮਾ ਆਏ ਨੇ, ਫਿਰ ਡੱਚ, ਫਿਰ ਇੰਗਲਿਸ਼, ਫਿਰ ਡੇਨਸ, ਫਿਰ ਫਰੈਂਚ। ਇਹ ਆਪਾਂ ਸਾਰੇ ਪੜ੍ਹਾਂਗੇ, ਠੀਕ ਹੈ। ਲਾਸਟ ਫਰੈਂਚ ਸੀਗੇ 1664 ਦੇ ਵਿੱਚ ਆਉਣ ਵਾਲੇ, ਠੀਕ ਹੈ। ਇਹ ਆਪਾਂ ਸਾਰੇ ਯੂਰਪੀਅਨਸ ਬਾਰੇ ਪੜ੍ਹਾਂਗੇ, ਕਿਸ ਸਿਚੁਏਸ਼ਨ ਦੇ ਵਿੱਚ ਆਏ ਅਤੇ ਇਹਨਾਂ ਨੇ ਕੀ ਪ੍ਰੋਗਰੈਸ ਕੀਤੀ ਆ ਕੇ, ਠੀਕ ਹੈ ਜੀ। ਹੁਣ ਅੱਛਾ, ਜਿਹੜਾ ਇਹ ਵਾਲਾ ਰੀਜਨ ਸੀਗਾ ਇਹਨੂੰ ਕਹਿੰਦੇ ਨੇ ਕੇਪ ਆਫ ਗੁੱਡ ਹੋਪ। ਤੁਹਾਨੂੰ ਅੱਗੇ ਪਤਾ ਲੱਗੂ ਕਿ ਆਪਾਂ ਇਹਦੀ ਲੋੜ ਪਏਗੀ। ਕੇਪ ਆਫ ਗੁੱਡ ਹੋਪ ਇਸ ਰੀਜਨ ਦਾ ਨਾਮ ਹੈਗਾ, ਕੇਪ ਆਫ ਗੁੱਡ ਹੋਪ, ਠੀਕ ਹੈ। ਤਾਂ ਯੂਰਪੀਅਨਸ ਨੇ ਇਹ ਟਰੇਡ ਰੂਟ ਲੱਭਿਆ। ਇੱਥੇ ਜਿਹੜਾ ਆਹ ਵਾਲਾ ਰੀਜਨ ਹੈ ਇਹ ਸਪੇਨ ਹੈਗਾ, ਇਹ ਪੋਰਟੁਗਲ ਹੈ। ਇਹ ਦੋਨੇ, ਜਿਹੜਾ ਪੋਰਟੁਗਲ ਹੈ ਇਹਨੇ ਸਭ ਤੋਂ ਪਹਿਲਾਂ ਲੀਡ ਕੀਤਾ। ਸਭ ਤੋਂ ਪਹਿਲੇ ਜਿਹੜੇ ਪੋਰਟੁਗੀਜ਼ ਸੀਗੇ ਇਹ ਇੰਡੀਆ ਦੇ ਵਿੱਚ ਆਏ, ਠੀਕ ਹੈ। ਇੱਥੇ ਜਿਹੜਾ ਕਾਰਨਰ ਹੈ ਬਿਲਕੁਲ ਇਹ ਪੋਰਟੁਗਲ ਹੈ, ਇੱਥੋਂ ਐਵੇਂ ਆਏ। ਚਲੋ ਹੁਣ ਸਟਾਰਟ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ ਪੋਰਟੁਗਲ ਸਾਈਡ ਜਿਹੜੇ ਪੋਰਟੁਗੀਜ਼ ਸੀਗੇ, ਪੁਰਤਗਾਲੀ ਸੀਗੇ, ਸਭ ਤੋਂ ਪਹਿਲੇ ਸੀਗੇ ਜਿਹੜੇ ਯੂਰਪੀਅਨਸ ਇੰਡੀਆ ਦੇ ਵਿੱਚ ਆਏ, ਠੀਕ ਹੈ। ਇਹਨਾਂ ਦਾ ਇੱਕ ਰੂਲਰ ਸੀਗਾ ਪ੍ਰਿੰਸ ਹੈਨਰੀ ਪੋਰਟੁਗਲ ਦਾ। ਉਹ ਇੰਨਾ ਕਿ ਜ਼ਿਆਦਾ ਈਗਰ ਸੀਗਾ ਇੰਡੀਆ ਦੇ ਵਿੱਚ ਆਉਣ ਨੂੰ ਕਿ ਹੋਰ ਸਾਰੇ ਟਰੇਡ ਰੂਟਸ ਲੱਭਣ ਨੂੰ, ਕਿ ਉਹਦਾ ਨਾਮ ਹੀ ਨੈਵੀਗੇਟਰ ਰੱਖ ਦਿੱਤਾ ਗਿਆ, ਠੀਕ ਹੈ। ਉਹਨੂੰ ਨੈਵੀਗੇਟਰ ਕਿਹਾ ਜਾਂਦਾ ਸੀ ਕਿਉਂਕਿ ਉਹ ਬਹੁਤ ਚੀਜ਼ਾਂ ਨੂੰ ਐਕਸਪਲੋਰ ਕਰਨਾ ਚਾਹੁੰਦਾ ਸੀ, ਵੀ ਰੂਟਸ ਨਵੇਂ ਲੱਭੀਏ ਆਪਾਂ, ਠੀਕ ਹੈ। ਇਹ ਚੀਜ਼ ਸੀਗੀ ਇੱਕ। ਇਸੇ ਤਰ੍ਹਾਂ ਦਾ ਕੁਐਸਚਨ ਆ ਸਕਦਾ ਕਿ ਕਿਸ ਨੂੰ ਨੈਵੀਗੇਟਰ ਕਿਹਾ ਜਾਂਦਾ ਸੀ, ਤਾਂ ਆਪਾਂ ਕਹਾਂਗੇ ਪ੍ਰਿੰਸ ਹੈਨਰੀ ਆਫ ਪੋਰਟੁਗਲ, ਠੀਕ ਹੈ। ਸਭ ਤੋਂ ਪਹਿਲਾਂ ਕੀ ਹੋਇਆ 1487 ਦੇ ਵਿੱਚ ਬਾਰਥੋਲੋਮਿਊ ਡਿਆਜ਼, ਇਹ ਨਾਮ ਦਾ ਬੰਦਾ, ਪੋਰਟੁਗੀਜ਼ ਦੀ ਗੱਲ ਕਰ ਰਹੇ ਆਪਾਂ, ਰਾਊਂਡਡ ਦਾ ਕੇਪ ਆਫ ਗੁੱਡ ਹੋਪ। ਤੁਹਾਨੂੰ ਮੈਂ ਦੱਸਿਆ ਸੀ ਜਿਹੜੀ ਕੇਪ ਆਫ ਗੁੱਡ ਹੋਪ ਹੈ, ਇਹ ਬੰਦਾ ਪੋਰਟੁਗਲ ਦਾ ਸੀਗਾ ਅਤੇ ਇੱਥੋਂ ਤੱਕ ਪਹੁੰਚ ਗਿਆ, ਠੀਕ ਹੈ। ਇੱਥੋਂ ਫਿਰ ਵਾਪਸ ਹੋ ਗਿਆ, ਅੱਗੇ ਨਹੀਂ ਜਾ ਪਾਇਆ।
ਇਹ ਕਦੋਂ ਹੋਇਆ ਸੀ 1487 ਦੇ ਵਿੱਚ, ਠੀਕ ਹੈ। ਤਾਂ 1487 ਦੇ ਵਿੱਚ ਬੰਦਾ ਐਟਲੀਸਟ ਉਰੇ ਤੱਕ ਪਹੁੰਚ ਗਿਆ ਵੀ ਹਾਂ ਉਹਨੂੰ ਇੱਕ ਆਈਡੀਆ ਹੋ ਗਿਆ ਕਿ ਹਾਂ ਇੱਥੋਂ ਅੱਗੇ ਰੂਟ ਜਾਇਆ ਜਾ ਸਕਦਾ, ਠੀਕ ਹੈ। ਕਿਉਂਕਿ ਦੇਖੋ ਉੱਥੋਂ ਜੋਗਰਾਫੀ ਉਦੋਂ ਪੂਰੀ ਤਰ੍ਹਾਂ ਮੈਪ ਨਹੀਂ ਸੀਗੀ, ਠੀਕ ਹੈ। ਆਪਾਂ ਨੂੰ ਪਤਾ ਨਹੀਂ ਸੀ ਕਿੱਥੇ ਕਿਹੜਾ ਰੀਜਨ ਹੈ ਅਤੇ ਕਿਵੇਂ ਕਿਵੇਂ ਹੈਗਾ, ਤਾਂ ਠੀਕ ਹੈ ਇੱਕ ਲੱਭਣਾ ਪੈਣਾ ਸੀਗਾ। ਤਾਂ ਉਰੇ ਤੱਕ ਪਹੁੰਚ ਗਿਆ, ਅੱਗੇ ਕਹਿੰਦਾ ਆਪਾਂ ਫੇਰ ਦੇਖਦੇ ਹਾਂ। ਹੁਣ ਜਿਹੜਾ ਫੇਰ ਦੇਖਣਾ ਸੀ ਉਹ ਦੇਖਿਆ ਸਭ ਤੋਂ ਪਹਿਲਾਂ ਵਾਸਕੋ ਡੀ ਗਾਮਾ ਨੇ। ਇਹ ਇੰਪੋਰਟੈਂਟ ਬਣ ਜਾਂਦੇ ਨੇ ਇਸ ਕਰਕੇ, ਠੀਕ ਹੈ। ਸਭ ਤੋਂ ਪਹਿਲਾਂ 1498 ਦੇ ਵਿੱਚ ਆਏ, ਇਹ 1498 ਦੇ ਵਿੱਚ ਆਏ, ਠੀਕ ਹੈ, ਇੰਡੀਆ ਦੇ ਵਿੱਚ। ਤਾਂ ਆਪਾਂ ਕਹਿ ਸਕਦੇ ਕਿ ਪਹਿਲੇ ਯੂਰਪੀਅਨਸ ਸੀਗੇ ਬਹੁਤ ਟਾਈਮ ਬਾਅਦ ਜਿਹੜੇ ਕਿ ਇੰਡੀਆ ਦੇ ਵਿੱਚ ਆਏ, ਔਰ ਪਹਿਲੇ ਯੂਰਪੀਅਨ ਸੀ ਜਿਹੜੇ ਇਸ ਰੂਟ ਨਾਲ ਆਏ, ਠੀਕ ਹੈ, ਇੰਡੀਆ ਦੇ ਵਿੱਚ ਪਹੁੰਚੇ ਕਿੱਥੇ ਸੀਗੇ? ਇੱਥੇ ਕੇਰਲਾ ਦੇ ਵਿੱਚ ਕੈਲੀਕਟ ਨਾਮ ਦੀ ਜਗ੍ਹਾ ਹੈਗੀ ਇੱਕ, ਉੱਥੇ ਪਹੁੰਚੇ, ਠੀਕ ਹੈ। ਲੈਡ ਬਾਏ ਗੁਜਰਾਤੀ ਪਾਇਲਟ, 3 ਸ਼ਿਪਸ ਲੈ ਕੇ ਆਏ ਸੀਗੇ ਇਹ। ਵਾਸਕੋ ਡੀ ਗਾਮਾ ਸੀ ਜਿਹੜੇ 3 ਸ਼ਿਪਸ ਲੈ ਕੇ ਆਏ ਸੀ। ਗੁਜਰਾਤੀ ਪਾਇਲਟ ਕਿਉਂਕਿ ਇੱਕ ਲੋਕਲ ਬੰਦਾ ਨਾਲ ਚਾਹੀਦਾ ਸੀਗਾ ਸਾਰਾ ਕੁਛ ਨੈਵੀਗੇਟ ਕਰਨ ਵਾਸਤੇ, ਠੀਕ ਹੈ। ਅਬਦੁਲ ਮਾਜਿਦ ਉਹਦਾ ਨਾਮ ਸੀਗਾ, ਇੱਕ ਲੋਕਲ ਬੰਦਾ ਸੀ ਗੁਜਰਾਤੀ ਪਾਇਲਟ, ਠੀਕ ਹੈ। ਐਟ ਕੈਲੀਕਟ, ਮੈਂ ਤੁਹਾਨੂੰ ਦੱਸਿਆ ਕਿੱਥੇ ਕੈਲੀਕਟ, ਕੇਰਲਾ ਦੇ ਵਿੱਚ। ਅੱਜ ਕੱਲ੍ਹ ਕੈਲੀਕਟ ਦਾ ਨਾਮ ਹੈਗਾ ਕੋਜ਼ੀਕੋੜੇ ਅੱਜ ਕੱਲ੍ਹ ਨਾਮ ਹੈਗਾ ਇਸ ਦਾ, ਕੇਰਲਾ ਦੇ ਵਿੱਚ, ਠੀਕ ਹੈ। 1498 ਦੇ ਵਿੱਚ ਆਇਆ। ਕਿੱਥੇ ਪਹੁੰਚਿਆ? ਕੈਲੀਕਟ ਦੇ ਵਿੱਚ। ਹੁਣ ਜਿਹੜਾ ਰੂਲਰ ਸੀ ਕੈਲੀਕਟ ਦਾ ਉਹਨੂੰ ਜ਼ਮੋਰਿਨ ਕਿਹਾ ਜਾਂਦਾ ਸੀ, ਇੱਕ ਟਾਈਟਲ ਦਿੱਤਾ ਜਾਂਦਾ ਸੀ ਜ਼ਮੋਰਿਨ, ਠੀਕ ਹੈ। ਇਹਨੇ ਬੜਾ ਵੈਲਕਮ ਕੀਤਾ ਉਸ ਦਾ, ਪੋਰਟੁਗੀਜ਼ ਦਾ, ਯਾਨੀ ਕਿ ਵਾਸਕੋ ਡੀ ਗਾਮਾ ਦਾ ਬੜਾ ਵੈਲਕਮ ਕੀਤਾ, ਕਿਉਂਕਿ ਦੇਖੋ ਟ੍ਰਾਂਜ਼ਿਟ ਰੂਟ ਸੀਗਾ ਇਹ, ਠੀਕ ਹੈ। ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਇੱਥੇ ਜੇ ਕਿਸੇ ਨੇ ਇੱਥੋਂ ਆਉਣਾ ਤਾਂ ਇੱਧਰ ਆਊਗਾ, ਠੀਕ ਹੈ, ਇਸ ਕੋਸਟ ਦੇ ਵਿੱਚ ਆਊਗਾ। ਤਾਂ ਕੋਈ ਵੀ ਜਿਹੜੇ ਅਰਬ ਰੂਲਰ ਸੀਗੇ ਜਾਂ ਹੋਰ ਰੂਲਰ ਸੀਗੇ ਜੇ ਇੱਥੇ ਆਉਂਦੇ ਸੀ ਤਾਂ ਉਹਨਾਂ ਨੂੰ ਜਿਹੜਾ ਜ਼ਮੋਰਿਨ ਸੀਗਾ ਵਧੀਆ ਅਟੈਂਡ ਕਰਦਾ ਸੀ ਵੀ, ਕਿਉਂਕਿ ਜਿਹੜੇ ਇਹਦੀ ਸਟੇਟ ਦੇ ਜਿਹੜੀ ਫਲਰਿਸ਼ਮੈਂਟ ਸੀਗੀ, ਠੀਕ ਹੈ, ਉਹ ਮਰਚੈਂਟਸ ਦੇ ਉੱਪਰ ਹੀ ਡਿਪੈਂਡੈਂਟ ਸੀਗੀ, ਟ੍ਰੇਡ ਦੇ ਉੱਪਰ ਹੀ ਡਿਪੈਂਡੈਂਟ ਸੀਗੀ। ਅਗਰ ਟ੍ਰੇਡਰਸ ਆਉਣਗੇ ਫੇਰ ਹੀ ਟੈਕਸੇਸ਼ਨ ਹੋਊਗੀ, ਫੇਰ ਹੀ ਇਹਦਾ ਕੰਮ ਚੱਲੂਗਾ, ਠੀਕ ਹੈ। ਤਾਂ ਕਰਕੇ ਕੋਈ ਵੀ ਟ੍ਰੇਡਰ ਆਉਂਦਾ ਸੀ ਉਹਨੂੰ ਬੜਾ ਅੱਛੀ ਤਰ੍ਹਾਂ ਵੈਲਕਮ ਕਰਦਾ ਸੀਗਾ, ਠੀਕ ਹੈ। ਜ਼ਮੋਰਿਨ ਇਹ ਕੈਲੀਕਟ ਦਾ ਰੂਲਰ ਸੀਗਾ। ਜ਼ਮੋਰਿਨ ਇੱਕ ਟਾਈਟਲ ਦਾ ਨਾਮ ਹੈਗਾ, ਜਿਵੇਂ ਆਪਾਂ ਰਾਜਾ ਕਹਿ ਦਈਏ ਵੀ ਰਾਜਾ ਦਿਸ, ਰਾਜਾ ਦੈਟ, ਉੱਦਾਂ ਜ਼ਮੋਰਿਨ ਇੱਕ ਟਾਈਟਲ ਹੈ ਸਿੰਪਲੀ, ਠੀਕ ਹੈ। ਅਤੇ ਉਸ ਤੋਂ ਬਾਅਦ 'ਚ ਵਾਸਕੋ ਡੀ ਗਾਮਾ ਆਏ। ਵਾਸਕੋ ਡੀ ਗਾਮਾ ਐਕਚੁਅਲੀ 2 ਵਾਰੀ ਆਏ ਸੀਗੇ, ਇੱਕ ਵਾਰ ਤਾਂ 1498 ਦੇ ਵਿੱਚ ਆ ਕੇ ਚਲੇ ਗਏ, ਠੀਕ ਹੈ। ਉਸ ਤੋਂ ਬਾਅਦ ਫੇਰ ਆਏ, ਉਹਨਾਂ ਨੇ ਆਪਣੀ ਇੱਕ ਟ੍ਰੇਡਿੰਗ ਫੈਕਟਰੀ, ਦੇਖੋ ਫੈਕਟਰੀ ਦਾ ਮਤਲਬ ਆਪਾਂ ਇੱਥੇ ਸਮਝ ਲਈਏ ਕਿਉਂਕਿ ਫੈਕਟਰੀ ਬਾਰ ਆਏਗਾ ਵਰਡ ਆਪਣੇ ਕੋਲੇ। ਫੈਕਟਰੀ ਸਿੰਪਲੀ ਮਤਲਬ ਜਿੱਥੋਂ ਕੋਈ ਇੱਕ ਤੁਸੀਂ ਕਹਿ ਲਓ ਵੀ ਹੈੱਡਕੁਆਟਰ ਕਹਿ ਲਓ ਤੁਸੀਂ, ਠੀਕ ਹੈ, ਹੈੱਡਕੁਆਟਰ ਵੀ ਉੱਥੋਂ ਸਾਰਾ ਹੀ ਕੰਮ ਜਿਹੜਾ ਉਹ ਉੱਥੋਂ ਡੀਲ ਕਰਨਾ ਹੈ, ਕੋਈ ਟ੍ਰੇਡ ਦਾ ਕੰਮ ਕਰਨਾ ਹੈ, ਕੋਈ ਸਮਾਨ ਚੱਕਣਾ, ਸਮਾਨ ਲਿਆਉਣਾ ਹੈ, ਜਾਂ ਇੱਕ ਵੇਅਰ ਹਾਊਸ, ਠੀਕ ਹੈ ਨਾ। ਤਾਂ ਉੱਦਾਂ ਕੋਈ ਫੈਕਟਰੀ ਚੀਜ਼ ਬਣਾਉਣ ਵਾਲੀ ਜਗ੍ਹਾ ਨਹੀਂ ਹੈਗੀ, ਠੀਕ ਹੈ। ਮੈਨੂਫੈਕਚਰਿੰਗ ਵਾਲਾ ਜਿਹੜਾ ਜਿਸ ਤੋਂ ਆਪਾਂ ਕਾਮਨ ਮੀਨਿੰਗ ਸਮਝਦੇ ਫੈਕਟਰੀ ਦਾ, ਉਹ ਚੀਜ਼ ਨਹੀਂ ਹੈਗੀ, ਠੀਕ ਹੈ। ਇਹ ਜਸਟ ਇੱਕ ਵੇਅਰ ਹਾਊਸ ਤੁਸੀਂ ਕਹਿ ਸਕਦੇ ਹੋ ਵੀ ਜਿਸ ਆਪਣੇ ਟ੍ਰੇਡ ਕਰਨੀ ਹੈ, ਮੰਨ ਲਓ ਇੱਥੋਂ ਲੋਕਾਂ ਤੋਂ ਸਮਾਨ ਇਕੱਠਾ ਕਰਕੇ ਰੱਖ ਲਿਆ ਔਰ ਫਿਰ ਆਪਾਂ ਨੇ ਅੱਗੇ ਯੂਰਪ ਦੇ ਵਿੱਚ ਭੇਜ ਦੇਣਾ, ਤਾਂ ਇਸ ਨੂੰ ਆਪਾਂ ਫੈਕਟਰੀ ਕਹਿ ਦਿੰਦੇ ਸੀਗੇ, ਠੀਕ ਹੈ। ਤਾਂ ਉਹਨਾਂ ਨੇ ਇੱਕ ਫੈਕਟਰੀ ਸਟਾਰਟ ਕੀਤੀ ਕਨਨੌਰ ਦੇ ਵਿੱਚ, ਇਹ ਵੀ ਕੇਰਲਾ ਦੇ ਵਿੱਚ ਹੀ ਹੈ, ਠੀਕ ਹੈ। ਕੇਰਲਾ ਦੀਆਂ 4-5 ਸਟੇਟਸ ਸੀਗੀਆਂ ਮੇਨ ਫੇਮਸ ਪਹਿਲਾਂ, ਠੀਕ ਹੈ। ਉਹਨਾਂ ਦੇ ਵਿੱਚੋਂ ਕੈਲੀਕਟ ਅਤੇ ਕੈਨਨੌਰ 2 ਸੀਗੀਆਂ, ਹੋਰ ਸੀਗੀ ਜਿਵੇਂ ਤ੍ਰਿਵੰਦਰਮ। ਤਾਂ ਇੱਦਾਂ ਦੀਆਂ ਕਈ ਸਟੇਟਸ ਸੀਗੀਆਂ ਕੇਰਲਾ ਦੇ ਵਿੱਚ, ਜਿਸ ਨੂੰ ਅਸੀਂ ਅੱਜ ਕੇਰਲਾ ਕਹਿੰਦੇ ਹਾਂ, ਉਹ ਕਈ ਸਟੇਟਸ ਸੀਗੀਆਂ, ਠੀਕ ਹੈ। ਉਸ ਤੋਂ ਬਾਅਦ 'ਚੋਂ ਆਏ ਫਰਾਂਸਿਸਕੋ ਡੀ ਅਲਮਾਈਡਾ, ਇਹ ਕਾਫੀ ਇੰਪੋਰਟੈਂਟ ਨੇਗੇ। ਪਹਿਲੇ ਜਿਹੜੇ ਗਵਰਨਰ ਸੀਗੇ ਪੋਰਟੁਗਲ ਦੇ, ਮਤਲਬ ਕੀ ਹੈ, ਹੁਣ ਦੇਖੋ ਟ੍ਰੇਡ ਰੂਟ ਲੱਭ ਲਿਆ ਅਤੇ ਆਪਾਂ ਨੇ ਇਹ ਵੀ ਦੇਖ ਲਿਆ ਕਿ ਬਹੁਤ ਫਾਇਦਾ ਹੋ ਰਿਹਾ। ਦੇਖੋ ਵਾਸਕੋ ਡੀ ਗਾਮਾ ਜਿਹੜੇ ਆਏ ਸੀਗੇ ਬਹੁਤ ਸਾਰਾ ਸਮਾਨ ਲੈ ਕੇ ਗਏ ਯੂਰਪ ਦੇ ਵਿੱਚ। ਪਹਿਲਾਂ ਦੇਖੋ ਤੁਹਾਨੂੰ ਦੱਸਿਆ ਕਿ 10-10 ਗੁਣਾ ਜ਼ਿਆਦਾ ਜਿਹੜੇ ਅਰਬ ਇੰਟਰਮੀਡੀਏਟਰੀ ਸੀਗੇ, ਜਿਹੜੇ ਅਰਬ ਵਾਲੇ ਸੀਗੇ ਬੰਦੇ, ਇਹ ਬਹੁਤ ਕਮਿਸ਼ਨ ਲੈਂਦੇ ਸੀਗੇ, ਠੀਕ ਹੈ। ਹੁਣ ਜਦੋਂ ਸਿੱਧਾ ਰੂਟ ਲੱਭ ਲਿਆ ਆਪਾਂ ਨੇ, ਵਾਸਕੋ ਡੀ ਗਾਮਾ ਨੇ ਸਿੱਧਾ ਰੂਟ ਲੱਭ ਲਿਆ, ਜਦੋਂ ਸਿੱਧਾ ਸਮਾਨ ਲੈ ਕੇ ਜਾਣ ਲੱਗੇ ਤਾਂ ਇੰਟਰਮੀਡੀਏਟਰੀ ਖਤਮ ਹੋ ਗਏ, ਠੀਕ ਹੈ। ਹੁਣ ਜਿਹੜੀ ਪ੍ਰੋਫਿਟ ਸੀ ਬਹੁਤ ਵੱਧ ਗਏ, ਤਾਂ ਹੁਣ ਇਹਨਾਂ ਨੂੰ ਸਵਾਦ ਪੈ ਗਿਆ ਸੀ ਕਿ ਹੁਣ ਪ੍ਰੋਫਿਟ ਬਹੁਤ ਹੋ ਰਿਹਾ, ਆਪਾਂ ਹੋਰ ਜਾਵਾਂਗੇ। ਇਸੇ ਕਰਕੇ ਵਾਸਕੋ ਡੀ ਗਾਮਾ ਦੁਬਾਰਾ ਵੀ ਆਏ ਸੀਗੇ ਅਤੇ ਹੁਣ ਪੋਰਟੁਗਲ ਨੇ ਸੋਚਿਆ ਕਿ ਫਾਇਦੇ ਵਾਲਾ ਸੌਦਾ ਫਾਇਦੇ ਵਾਲਾ, ਤਾਂ ਉਰੇ ਪਰਮਾਨੈਂਟ ਕੰਮ ਕੀਤਾ ਜਾਵੇ। ਹੁਣ ਜਿਹੜੀ ਪੋਰਟੁਗਲ ਦੀ ਸਰਕਾਰ ਸੀਗੀ ਉਹਨੇ ਇੱਦਾਂ ਇਕੱਲੇ ਬੰਦੇ ਨੂੰ ਛੱਡ ਕੇ ਹੁਣ ਡਿਸਾਈਡ ਕੀਤਾ ਕਿ ਅਸੀਂ ਇੱਕ ਗਵਰਨਰ ਅਪੁਆਇੰਟ ਕਰਦੇ ਹਾਂ, ਸਰਕਾਰੀ ਬੰਦਾ ਅਪੁਆਇੰਟ ਕਰਦੇ ਹਾਂ ਕਿ ਸਾਡੇ ਜਿਹੜੇ ਇੰਡੀਆ ਦੇ ਵਿੱਚ ਸਾਡੀਆਂ ਪ੍ਰੋਪਰਟੀਜ਼ ਨੇ ਉਹਨਾਂ ਨੂੰ ਦੇਖੂਗਾ, ਠੀਕ ਹੈ। ਤਾਂ ਪਹਿਲਾ ਜਿਹੜਾ ਗਵਰਨਰ ਸੀ ਪੋਰਟੁਗਲ ਦਾ ਇੰਡੀਆ ਦੇ ਵਿੱਚ, ਉਹਦਾ ਨਾਮ ਸੀ ਫਰਾਂਸਿਸਕੋ ਡੀ ਅਲਮਾਈਡਾ, ਠੀਕ ਹੈ। 1515 ਦੇ ਵਿੱਚ ਇਹ ਆਏ, ਠੀਕ ਹੈ। ਜਸਟ 5-7 ਸਾਲ ਬਾਅਦ ਇਹ ਆ ਗਏ ਸੀਗੇ। ਤਾਂ ਪਹਿਲਾ ਗਵਰਨਰ ਇਹ ਸੀਗਾ, ਧਿਆਨ ਰੱਖਣਾ, ਵਾਸਕੋ ਡੀ ਗਾਮਾ ਨਹੀਂ ਸੀਗਾ। ਵਾਸਕੋ ਡੀ ਗਾਮਾ ਪਹਿਲੇ ਬੰਦੇ ਸੀ ਜਿਹੜੇ ਪਹੁੰਚੇ ਸੀਗੇ 1498 ਦੇ ਵਿੱਚ, ਠੀਕ ਹੈ। 1505 ਦੇ ਵਿੱਚ ਪਹਿਲੇ ਗਵਰਨਰ ਅਪੁਆਇੰਟ ਕੀਤੇ ਪੋਰਟੁਗਲ ਨੇ। ਇਹਨਾਂ ਦੀ ਇੱਕ ਪੋਲਿਸੀ ਸੀਗੀ ਬਲੂ ਵਾਟਰ ਪੋਲਿਸੀ, ਕਾਰਟੇ ਸਿਸਟਮ ਵੀ ਕਹਿੰਦੇ ਆ। ਇਹ ਵੀ ਡਾਇਰੈਕਟ ਕੁਐਸਚਨ ਆ ਜਾਂਦਾ ਹੈ, ਤੁਹਾਨੂੰ ਮੈਂ ਸਮਝਾਉਣਾ ਕਿਵੇਂ, ਠੀਕ ਹੈ। ਇੱਕ ਹੋਰ ਚੀਜ਼ ਕਿ ਜਿਹੜੇ ਗਵਰਨਰ ਸੀ 3 ਈਅਰ ਦੀ ਟਰਮ ਦੇ ਨਾਲ ਅਪੁਆਇੰਟ ਕੀਤੇ ਜਾਂਦੇ ਸੀ। ਜਿਹੜੀ ਪੁਰਤਗਾਲੀ ਸਰਕਾਰ ਸੀਗੀ ਉਹ 3 ਸਾਲ ਦੀ ਟਰਮ ਲਈ ਅਪੁਆਇੰਟ ਕਰਦਾ ਸੀ, ਕੋਈ ਵੀ ਗਵਰਨਰ ਕਰਦੇ ਸੀ ਜਦੋਂ ਅਪੁਆਇੰਟ ਕਰਦੇ ਸੀ, ਠੀਕ ਹੈ। ਹੁਣ ਅਗਰ ਆਪਾਂ ਬਲੂ ਵਾਟਰ ਪੋਲਿਸੀ ਦੇਖੀਏ, ਦੇਖੋ ਮੈਂ ਤੁਹਾਨੂੰ ਦੱਸਿਆ ਵੀ ਏਂਸ਼ੀਅੰਟ ਟਾਈਮਸ ਦੇ ਵਿੱਚ ਵੀ ਟ੍ਰੇਡ ਹੁੰਦੀ ਸੀਗੀ ਇੰਡੀਆ ਦੇ ਵਿੱਚ, ਇੰਡੀਆ ਅਤੇ ਯੂਰਪ ਦੇ ਵਿੱਚ।
ਠੀਕ ਹੈ। ਇੱਥੋਂ ਵੀ ਆਉਂਦੇ ਸੀ ਲੋਕ, ਇੱਥੋਂ ਵੀ ਆਉਂਦੇ ਸੀਗੇ, ਅਰਬ ਰੂਲਰ ਸੀਗੇ, ਚਾਈਨੀਜ਼ ਨਾਲ ਟ੍ਰੇਡ ਹੁੰਦੀ ਸੀ, ਤਾਂ ਹਰ ਪਾਸੋਂ ਟ੍ਰੇਡ ਹੁੰਦੀ ਸੀ। ਇੰਡੀਆ ਇੱਕ ਬਹੁਤ ਇਕਨੋਮਿਕਲੀ ਪ੍ਰੋਸਪੈਰਸ ਕੰਟਰੀ ਸੀਗਾ, ਠੀਕ ਹੈ, ਬ੍ਰਿਟਿਸ਼ਰਸ ਦੇ ਆਉਣ ਤੋਂ ਪਹਿਲਾਂ, ਤਾਂ ਕਰਕੇ ਟ੍ਰੇਡ ਤਾਂ ਹੋਣੀ ਸੀਗੀ ਓਬਵੀਅਸਲੀ, ਠੀਕ ਹੈ। ਹੁਣ ਕੀ ਹੋਇਆ, ਸਾਰੇ ਜਿਹੜੇ ਟ੍ਰੇਡਰ ਸੀਗੇ, ਚਾਈਨੀਜ਼ ਵੀ ਸੀਗੇ, ਅਰਬ ਵੀ ਸੀਗੇ, ਸਾਰੇ ਆਪਣਾ ਆਪਣਾ ਕੰਮ ਕਰਦੇ ਸੀ। ਕਿਸੇ ਨੇ ਕਦੇ ਐਵੇਂ ਨਹੀਂ ਸੋਚਿਆ ਵੀ ਮੈਂ ਉਸ ਤੋਂ ਵੱਧ ਕਰਾਂ, ਠੀਕ ਹੈ, ਜਾਂ ਮੈਂ ਇਕੱਲਾ ਮੈਂ ਹੀ ਕਰਾਂ, ਹੋਰ ਕੋਈ ਨਾ ਕਰੇ। ਸਾਰੇ ਆਪਣਾ ਆਪਣਾ ਪਾਰਟ ਕਰ ਰਹੇ ਸੀਗੇ, ਠੀਕ ਹੈ ਨਾ। ਹੁਣ ਮੰਨ ਲਓ ਚਾਈਨੀਜ਼ ਦੀ ਗੱਲ ਕਰੀਏ, ਚਾਈਨੀਜ਼ ਦਾ ਸਿਲਕ ਇੱਥੇ ਆਉਂਦਾ ਸੀਗਾ, ਇੱਥੋਂ ਹੋਰ ਟ੍ਰੇਡਰ ਲੈ ਕੇ ਜਾਂਦੇ ਸੀ, ਫਿਰ ਇੱਥੋਂ ਹੋਰ ਟ੍ਰੇਡਰ ਲੈ ਕੇ ਜਾਂਦੇ ਸੀ, ਤਾਂ ਮਤਲਬ ਇੱਕ ਕੰਪਰੋਮਾਈਜ਼ ਜਿਹਾ ਸੀਗਾ ਵੀ ਹਾਂ, ਸਾਰਿਆਂ ਦੇ ਕੰਮ ਡਿਵਾਈਡਡ ਸੀਗੇ। ਪੋਰਟੁਗਲ ਨੇ ਕੀ ਕੀਤਾ, ਜਿਹੜੇ ਜਦੋਂ ਪੁਰਤਗਾਲੀ ਆਏ, ਇਹਨਾਂ ਨੇ ਕਿਹਾ ਕਿ ਅਸੀਂ ਕਿਸੇ ਨਾਲ ਕੰਮ ਸ਼ੇਅਰ ਨਹੀਂ ਕਰਦੇ ਹੈਗੇ, ਅਸੀਂ ਸਿਰਫ ਆਪ ਹੀ ਟ੍ਰੇਡ ਕਰਾਂਗੇ, ਹੋਰ ਕਿਸੇ ਨੂੰ ਕਰਨ ਨਹੀਂ ਦੇਣਾ। ਤਾਂ ਇੱਕ ਜਿਹੜਾ ਬੇਸਿਕ ਜਿਹਾ ਡਿਫਰੈਂਸ ਸੀਗਾ ਵੀ ਮੋਨੋਪਲੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਪੁਰਤਗਾਲੀਆਂ ਨੇ, ਤਾਂ ਇਹ ਵੱਡਾ ਚੇਂਜ ਸੀਗਾ ਇੰਡੀਅਨ ਇਕਨੋਮੀ ਵਾਸਤੇ, ਇੰਡੀਅਨ ਫੋਰਨ ਟ੍ਰੇਡ ਵਾਸਤੇ, ਠੀਕ ਹੈ। ਉਹਨਾਂ ਨੇ ਇੱਕ ਪੋਲਿਸੀ ਲੈ ਕੇ ਆਂਦੀ, ਬਲੂ ਵਾਟਰ ਪੋਲਿਸੀ, ਜਿਸ ਦਾ ਮਤਲਬ ਕੀ ਸੀਗਾ ਕਿ ਅਗਰ ਕੋਈ ਹੋਰ ਸ਼ਿਪ ਪੁਰਤਗਾਲੀਆਂ ਤੋਂ ਬਿਨਾਂ ਕੋਈ ਹੋਰ ਸ਼ਿਪ, ਚਾਹੇ ਉਹ ਅਰਬ ਹੋਣ, ਠੀਕ ਹੈ ਨਾ, ਸਾਊਦੀ ਅਰੇਬੀਆ ਜਿਵੇਂ ਆਪਾਂ ਕਹਿ ਲਈਏ, ਜਾਂ ਹੋਰ ਰੂਲ ਟ੍ਰੇਡਰਸ ਹੋਣ, ਤਾਂ ਉਹਨਾਂ ਨੂੰ ਪਰਮਿਟ ਲੈਣਾ ਪਊਗਾ ਪੁਰਤਗਾਲੀਆਂ ਤੋਂ, ਠੀਕ ਹੈ ਨਾ। ਮਤਲਬ ਐਂ ਕਹ ਲਓ ਵੀ ਇੱਕ ਪਾਸ ਲੈਣਾ ਪਊਗਾ ਵੀ ਜੇ ਤੁਸੀਂ ਟ੍ਰੇਡ ਕਰਨੀ ਹੈ ਤਾਂ ਸਾਡੇ ਤੋਂ ਮਨਜ਼ੂਰੀ ਲਓ ਪਹਿਲਾਂ। ਤਾਂ ਇਹੋ ਜਿਹਾ ਸਿਸਟਮ ਇਹਨਾਂ ਨੇ ਲੈ ਕੇ ਆਂਦਾ, ਉਹਦਾ ਨਾਮ ਸੀਗਾ ਬਲੂ ਵਾਟਰ ਪੋਲਿਸੀ ਜਾਂ ਕਾਰਟੇਜ ਸਿਸਟਮ। ਇੱਕ ਜਸਟ ਪਾਸ ਕਹਿੰਦੇ ਨੇ ਆਪਾਂ ਸਿੰਪਲੀ, ਠੀਕ ਹੈ ਨਾ, ਵੀ ਪਾਸ ਲਓ ਸਾਡੇ ਤੋਂ, ਫੇਰ ਟ੍ਰੇਡ ਕਰੋ। ਪਾਸ ਮਤਲਬ ਸਿੰਪਲੀ ਪੈਸਾ ਨਾਲ, ਠੀਕ ਹੈ ਨਾ, ਓਬਵੀਅਸ ਜੀ ਗੱਲ ਹੈ, ਪੈਸੇ ਨਾਲ ਦੇਣਗੇ ਵੀ ਸਾਨੂੰ ਕੁਛ ਕਮਿਸ਼ਨ ਪੈਸੇ ਦਿਓ, ਤੁਸੀਂ ਫੇਰ ਟ੍ਰੇਡ ਕਰ ਪਾਓਗੇ। ਤਾਂ ਇਹ ਇੱਕ ਬੇਸਿਕ ਚੇਂਜ ਲੈ ਕੇ ਆਂਦਾ ਪੁਰਤਗਾਲੀਆਂ ਨੇ, ਠੀਕ ਹੈ। ਦੇਖੋ ਫਸਟ ਸੈਸ਼ਨ ਹੈ, ਸਲੋ ਚੱਲਾਂਗੇ, ਬਿਲਕੁਲ ਇੱਕ ਗਰਾਊਂਡ ਬਣਾ ਲਈਏ, ਪਹਿਲਾਂ ਫਾਊਂਡੇਸ਼ਨ ਬਣਾ ਲਈਏ, ਫਿਰ ਆਪਾਂ ਥੋੜ੍ਹੀ ਜਿਹੀ ਸਪੀਡ ਇੰਕਰੀਜ਼ ਕਰਾਂਗੇ, ਠੀਕ ਹੈ ਨਾ। ਬਿਲਕੁਲ ਇਨੀਸ਼ੀਅਲ ਤੋਂ ਲੈ ਕੇ, ਬਿਲਕੁਲ ਸਟਾਰਟਿੰਗ ਪੁਆਇੰਟ ਤੋਂ ਲੈ ਕੇ 0 ਤੋਂ ਲੈ ਕੇ ਆਪਾਂ 100 ਲੈਵਲ ਤੱਕ ਜਾਵਾਂਗੇ, ਠੀਕ ਹੈ। ਤਾਂ ਬੜਾ ਸਲੋ ਆਪਾਂ ਜਿਹੜਾ ਹੈ ਪ੍ਰੋਗਰੈਸ ਸਟਾਰਟ ਕਰਾਂਗੇ ਆਪਣੀ, ਬਿਲਕੁਲ ਗ੍ਰੈਜੂਅਲੀ। ਨੈਕਸਟ ਸੀਗੇ ਅਲਫਾਂਸੋ ਡੀ ਅਲਬੂਕਰੀਕ, ਇਹ ਵੀ ਕਾਫੀ ਇੰਪੋਰਟੈਂਟ ਨੇ। ਇਹਨਾਂ ਨੂੰ ਰੀਅਲ ਫਾਊਂਡਰ ਕਿਹਾ ਜਾਂਦਾ, ਰੀਅਲ ਫਾਊਂਡਰ ਆਫ ਪੋਰਟੁਗੀਜ਼ ਪਾਵਰ ਇਨ ਦਾ ਈਸਟ। ਮਤਲਬ ਆਪਣੀ ਇੰਡੀਆ ਦੇ ਵਿੱਚ ਜਾਂ ਈਸਟ ਦੇ ਵਿੱਚ ਜਿਹੜੀ ਅਸਲ ਪਾਵਰ ਹੈ ਉਹਦਾ ਫਾਊਂਡੇਸ਼ਨ ਅਲਫਾਂਸੋ ਡੀ ਅਲਬੂਕਰੀਕ ਨੇ ਰੱਖੀ, ਠੀਕ ਹੈ ਨਾ। ਇਹਨਾਂ ਨੇ ਸਭ ਤੋਂ ਵੱਡਾ ਇੱਕ ਕੰਮ ਕੀ ਕੀਤਾ ਕਿ ਗੋਆ ਐਕਵਾਇਰ ਕੀਤਾ, ਗੋਆ ਐਕਵਾਇਰ ਕੀਤਾ ਸੁਲਤਾਨ ਆਫ ਬੀਜਾਪੁਰ ਤੋਂ। ਕਦੋਂ ਕੀਤਾ? 1510 ਦੇ ਵਿੱਚ, ਠੀਕ ਹੈ, 1510 ਦੇ ਵਿੱਚ। ਤੁਸੀਂ ਹਿਸਾਬ ਲਗਾਓ, ਜਿਹੜਾ ਇਹ ਗੋਆ ਇਹਨਾਂ ਨੇ ਐਕਵਾਇਰ ਕੀਤਾ, ਇਹ ਪਹਿਲੀ ਇੰਡੀਅਨ ਟੈਰੀਟਰੀ ਸੀਗੀ, ਠੀਕ ਹੈ। ਗੋਆ ਮੰਨ ਲਓ ਪਹਿਲੀ ਇੰਡੀਅਨ ਟੈਰੀਟਰੀ ਸੀਗੀ। ਕਿਸ ਤੋਂ ਬਾਅਦ ਦੇਖੋ, ਤੁਹਾਨੂੰ ਯਾਦ ਹੋਊਗਾ ਤੀਸਰੀ ਸਦੀ ਦੇ ਵਿੱਚ ਅਲੈਗਜ਼ੈਂਡਰ ਆਏ ਸੀਗੇ ਇੱਥੇ, ਠੀਕ ਹੈ ਨਾ, ਅਲੈਗਜ਼ੈਂਡਰ ਦੀ ਗ੍ਰੇਟ, ਰੋਮਨ ਤੋਂ ਜਾਂ ਗਰੀਸ ਤੋਂ ਜਾਂ ਮੈਸੇਡੋਨੀਆ ਤੋਂ। ਉਹਨਾਂ ਨੇ ਆਹ ਵਾਲਾ ਰੀਜਨ ਜਿਹੜਾ ਐਕਵਾਇਰ ਕਰਤਾ ਸੀ ਪੰਜਾਬ ਦਾ, ਠੀਕ ਹੈ ਨਾ, ਪੰਜਾਬ ਦਾ ਕਹਿ ਲਓ, ਜੇ ਆਪਾਂ ਨੌਰਥ ਵੈਸਟਰਨ ਕਹਿ ਲਓ, ਪਾਕਿਸਤਾਨ, ਅਫਗਾਨਿਸਤਾਨ, ਤਾਂ ਇਹ ਵਾਲਾ ਰੀਜਨ ਉਹਨਾਂ ਦੇ ਅੰਡਰ ਆ ਗਿਆ ਸੀ। ਆਪਾਂ ਪੋਰਸ ਦੀ ਲੜਾਈ ਸੁਣੀ ਹੈਗੀ ਹੈ ਨਾ, ਪੋਰਸ ਤੇ ਅਲੈਗਜ਼ੈਂਡਰ ਦੀ। ਅਤੇ ਉਦੋਂ ਕੀ ਹੋਇਆ ਸੀਗਾ, ਉਹਨਾਂ ਨੇ ਐਕਵਾਇਰ ਕੀਤੀ, ਤਾਂ ਉਦੋਂ ਬਾਅਦ 'ਚ ਤੀਸਰੀ ਸਦੀ ਤੋਂ ਬਾਅਦ, 3rd ਸੈਂਚੁਰੀ BC ਤੋਂ ਬਾਅਦ, ਠੀਕ ਹੈ ਨਾ, ਲਗਭਗ 1500-1600 ਸਾਲ ਬਾਅਦ ਪਹਿਲੀ ਇੰਡੀਅਨ ਟੈਰੀਟਰੀ ਸੀਗੀ ਜਿਹੜੀ ਕਿ ਕਿਸੇ ਯੂਰਪੀਅਨ ਪਾਵਰ ਨੇ ਹੋਰ ਕੰਕਰ ਕੀਤੀ ਹੈ। ਮਤਲਬ 1500 ਸਾਲਾਂ ਬਾਅਦ ਐਟਲੀਸਟ, ਠੀਕ ਹੈ ਨਾ, 1500-1600 ਸਾਲ ਬਾਅਦ ਕੋਈ ਬ੍ਰਿਟਿਸ਼ ਕਿਸੇ ਯੂਰਪੀਅਨ ਨੇ ਕੋਈ ਟੈਰੀਟਰੀ ਐਕਵਾਇਰ ਕੀਤੀ ਹੈਗੀ, ਠੀਕ ਹੈ। ਤਾਂ ਉਹ ਗੋਆ ਸੀਗੀ, ਠੀਕ ਹੈ। ਦੇਖੋ ਤੁਸੀਂ ਹਿਸਾਬ ਲਓ ਕਿੰਨੀ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ ਇਹ। ਇੱਕ ਹੋਰ ਜਿਹੜੀ ਇਹਨਾਂ ਨੇ ਅਲਬੂਕਰੀਕ ਨੇ ਚੀਜ਼ ਲੈ ਕੇ ਆਂਦੀ, ਉਹ ਸੀ ਐਬੋਲੀਸ਼ਨ ਆਫ ਸਤੀ। ਇਹ ਵੀ ਇੰਪੋਰਟੈਂਟ ਹੈ, ਕਾਫੀ ਕੁਐਸਚਨ ਕਈ ਵਾਰ ਰਿਪੀਟ ਹੁੰਦੇ ਨੇ ਕੁਐਸਚਨ। ਦੇਖੋ ਆਪਣਾ ਇਸ ਸੈਸ਼ਨ ਦਾ ਮੇਨ ਫੋਕਸ ਰਹੇਗਾ, ਇਸ ਕੋਰਸ ਦਾ ਮੇਨ ਫੋਕਸ ਕੁਐਸਚਨ ਪੁਆਇੰਟ ਆਫ ਵਿਊ ਤੋਂ ਰਹੇਗਾ, ਠੀਕ ਹੈ ਨਾ। ਮੈਂ ਡਿਫਰੈਂਟ ਐਗਜ਼ਾਮਸ ਦੇ ਕਈ ਸਾਲਾਂ ਤੋਂ ਟਰੈਕ ਕੀਤੇ ਨੇਗੇ, ਠੀਕ ਹੈ ਨਾ, ਇਕੱਠੇ ਕੀਤੇ ਨੇ ਕੁਐਸਚਨਸ। ਤਾਂ ਮੈਂ ਦੇਖਿਆ ਵੀ ਜਿਹੜਾ ਇੱਕ ਕਾਮਨ ਪੈਟਰਨ ਹੈ, ਆਪਾਂ ਉਹੀ ਕੁਐਸਚਨਸ ਦੇ ਨਾਲ ਹੀ ਇਹ ਕੋਰਸ ਡਿਜ਼ਾਈਨ ਕੀਤਾ, ਠੀਕ ਹੈ ਨਾ, ਤਾਂ ਕਿ ਮਿਨੀਮਮ ਟਾਈਮ ਦੇ ਵਿੱਚ ਤੁਹਾਡੇ ਮੈਕਸਿਮਮ ਕੁਐਸਚਨ ਨੇ ਜਿਹੜੇ ਉਹ ਤਿਆਰ ਹੋ ਜਾਣ, ਠੀਕ ਹੈ। ਇਹ ਚੀਜ਼ ਹੈਗੀ। ਇੱਕ ਹੋਰ ਇਹਨਾਂ ਨੇ ਪੋਲਿਸੀ ਦੇਖੋ, ਤੁਹਾਨੂੰ ਪਤਾ ਐਬੋਲੀਸ਼ਨ ਆਫ ਸਤੀ ਨਾ, ਸਤੀ ਕੀ ਹੁੰਦਾ ਸੀਗਾ, ਮਤਲਬ ਕਿ ਜਦੋਂ ਕੋਈ ਹਸਬੈਂਡ ਮਰ ਜਾਂਦਾ ਸੀ ਤਾਂ ਇਹ ਸੀਗਾ ਕਿ ਹਿੰਦੂ ਟ੍ਰੈਡੀਸ਼ਨ ਦੇ ਵਿੱਚ ਕਿ ਵਾਈਫ ਨੂੰ ਵੀ ਨਾਲ ਹੀ ਕ੍ਰੀਮੇਟ ਕੀਤਾ ਜਾਵੇ, ਦਹਨ ਕੀਤਾ ਜਾਵੇ ਵਾਈਫ ਦਾ ਵੀ, ਤਾਂ ਇਹ ਸਤੀ ਪ੍ਰਥਾ ਸੀਗੀ, ਠੀਕ ਹੈ। ਤਾਂ ਇਸ ਨੂੰ ਅਬੋਲਿਸ਼ ਕੀਤਾ ਕਿ ਇਹ ਚੀਜ਼ ਗਲਤ ਹੈ। ਜਿੱਥੇ ਪੋਰਟੁਗੀਜ਼ ਦੀ ਰੂਲ ਸੀਗਾ ਜਾਂ ਪੋਰਟੁਗੀਜ਼ ਦੀ ਇਨਫਲੂਐਂਸ ਸੀਗੀ, ਮੰਨ ਲਓ ਇੱਥੇ ਸੀ ਗੋਆ ਦੇ ਅਰਾਊਂਡ ਸੀਗੀ, ਤਾਂ ਇੱਥੇ ਇਹਨਾਂ ਨੇ ਸਤੀ ਬੈਨ ਕਰਤੀ ਸੀ। ਬਾਕੀ ਤਾਂ ਓਬਵੀਅਸਲੀ ਚੱਲ ਹੀ ਜਾ ਰਿਹਾ ਸੀ ਕੰਮ, ਠੀਕ ਹੈ ਨਾ। ਉਹ ਬਾਅਦ ਦੇ ਵਿੱਚ ਜਾ ਕੇ 1829 ਦੇ ਵਿੱਚ ਵਿਲੀਅਮ ਬੈਂਟਿਕ ਆਉਂਦੇ ਨੇ ਸਾਡੇ ਕੋਲੇ, ਠੀਕ ਹੈ ਨਾ, ਉਹ ਆਪਾਂ ਅੱਗੇ ਪੜ੍ਹਾਂਗੇ। ਉਹਨਾਂ ਨੇ ਸਾਰਾ ਬੈਨ ਕਰਤਾ ਸੀਗਾ 1829 ਦੇ ਵਿੱਚ। ਬਟ ਫਿਲਹਾਲ ਲਈ 1510 ਤੋਂ ਬਾਅਦ ਇਹਨਾਂ ਨੇ ਇੱਥੇ ਸਤੀ ਅਬੋਲਿਸ਼ ਕਰਤੀ ਸੀ, ਠੀਕ ਹੈ। ਪੋਲਿਸੀ ਆਫ ਮੈਰਿੰਗ ਨੇਟਿਵਸ, ਦੇਖੋ ਇਹ ਜਿਹੜਾ ਅਲਬੂਕਰੀਕ ਬੰਦਾ ਸੀ, ਇਹ ਕਹਿੰਦਾ ਸੀ ਸਾਡੇ ਨਾ ਜਿਹੜੇ ਪੋਰਟੁਗੇਲੀ ਬੰਦੇ ਹੋਣ, ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸ ਹੋਵੇ ਇੱਥੇ, ਵੀ ਪਰਮਾਨੈਂਟ ਤੌਰ 'ਤੇ ਬਸ ਜਾਣ ਇੱਥੇ ਆ ਕੇ। ਤਾਂ ਇਹਨਾਂ ਨੇ ਕੀ ਕੋਸ਼ਿਸ਼ ਕੀਤੀ ਕਿ ਜਿਹੜੇ ਆਪਣੇ ਪੁਰਤਗਾਲੀ ਬੰਦੇ ਨਾਲ ਆਉਂਦੇ ਸੀਗੇ,
ਉਹਨਾਂ ਨੂੰ ਇਨਕਰੇਜ ਕੀਤਾ ਕਿ ਤੁਸੀਂ ਇੱਥੇ ਹੀ ਵਿਆਹ ਕਰਾ ਲਓ, ਠੀਕ ਹੈ, ਤਾਂ ਕਿ ਇੱਥੇ ਹੀ ਬਸ ਜਾਓ, ਇੱਥੇ ਹੀ ਸੈਟਲ ਹੋ ਜਾਓ, ਠੀਕ ਹੈ ਨਾ। ਇਹੀ ਕਾਰਨ ਹੈ ਕਿ ਸਭ ਤੋਂ ਲੇਟ ਸੀਗੇ ਜਿਹੜੇ ਇਹ ਇੰਡੀਆ ਛੱਡਣ ਵਾਲੇ ਯੂਰਪੀਅਨਸ। 1961 ਦੇ ਵਿੱਚ ਦੇਖੋ 47 ਤੋਂ ਬਾਅਦ 14-15 ਸਾਲਾਂ ਬਾਅਦ ਆਜ਼ਾਦੀ ਆਪਣੀ 47 'ਚ ਸੀਗੀ ਨਾ, ਠੀਕ ਹੈ। ਤਾਂ ਆਜ਼ਾਦੀ ਤੋਂ 14-15 ਸਾਲ ਬਾਅਦ ਜਿਹੜੇ ਪੁਰਤਗਾਲੀ ਨੇ ਉਹਨਾਂ ਨੇ ਗੋਆ ਛੱਡਿਆ। ਤਾਂ ਮਤਲਬ ਸਭ ਤੋਂ ਅਖੀਰ ਵਾਲੇ ਸੀਗੇ ਕਿ ਜਿਹੜੇ ਕਿ ਯੂਰਪੀਅਨ ਛੱਡਣ ਵਾਲੇ ਸੀ। ਸਭ ਤੋਂ ਆਉਣ ਵਾਲੇ ਵੀ ਸਭ ਤੋਂ ਪਹਿਲਾਂ ਸੀਗੇ 1498 ਦੇ ਵਿੱਚ, ਛੱਡਣ ਵਾਲੇ ਵੀ ਸਭ ਤੋਂ ਲੇਟ ਸੀਗੇ। ਸਭ ਤੋਂ ਜ਼ਿਆਦਾ ਟਾਈਮ ਇਹ ਰਹੇ ਨੇ ਇੰਡੀਆ ਦੇ ਵਿੱਚ, ਆਪਾਂ ਐਂ ਕਹਿ ਸਕਦੇ ਹਾਂ, ਠੀਕ ਹੈ ਨਾ। 1961 ਦੇ ਵਿੱਚ ਇਹਨਾਂ ਨੇ ਗੋਆ ਛੱਡਿਆ ਹੈਗਾ, ਉਹ ਵੀ ਪੁਲਿਸ ਸੈਕਸ਼ਨ ਦੁਆਰਾ, ਆਪ ਨਹੀਂ ਛੱਡਿਆ, ਭਾਰਤ ਸਰਕਾਰ ਨੇ ਛੁਡਵਾਇਆ ਧੱਕੇ ਨਾਲ, ਠੀਕ ਹੈ। ਇਹ ਚੀਜ਼ ਹੈਗੀ। ਤਾਂ ਪੋਲਿਸੀ ਆਫ ਮੈਰਿੰਗ ਨੇਟਿਵਸ, ਇਹ ਵੀ ਇਹਨਾਂ ਦਾ ਇੱਕ ਪੋਲਿਸੀ ਸੀਗੀ। ਨੈਕਸਟ ਆਉਂਦੇ ਨੇ ਆਪਾਂ ਕੋਲੇ ਨਾਈਨੋ ਡੀ ਕੂਨਾ, ਠੀਕ ਹੈ, 1529 ਦੇ ਵਿੱਚ ਆਉਂਦੇ ਨੇ ਇਹ, ਠੀਕ ਹੈ। ਇਹ ਆਉਂਦੇ ਨੇ, ਇਹਨਾਂ ਦੀ ਇੱਕ ਜਿਹੜੀ ਵੱਡੀ ਜਿਹੜੀ ਇਹਨਾਂ ਦੀ ਇਨਫਲੂਐਂਸ ਸੀਗੀ ਜਾਂ ਕੰਟਰੀਬਿਊਸ਼ਨ ਸੀ, ਇਹਨਾਂ ਨੇ ਕੀ ਕੀਤਾ, ਦੇਖੋ ਗੋਆ ਤਾਂ ਐਕਵਾਇਰ ਕਰ ਲਿਆ 1510 ਦੇ ਵਿੱਚ ਐਲਬੂਕੇਰਿਕ ਨੇ। ਕੌਣ ਸੀ ਉਹ? ਜਿਹੜੇ ਰੀਅਲ ਫਾਊਂਡਰ ਸੀਗੇ, 1510 'ਚ ਐਕਵਾਇਰ ਕਰ ਲਿਆ। ਬਟ 1530 ਦੇ ਵਿੱਚ ਕੀ ਹੋਇਆ, ਜਿਹੜੇ ਕੂਨਾ ਸਾਹਿਬ ਸੀਗੇ ਇਹਨਾਂ ਨੇ ਕੀ ਕੀਤਾ ਕਿ ਗੋਆ ਐਕਵਾਇਰ ਤਾਂ ਕਰ ਲਿਆ, ਬਟ ਜਿਹੜੀ ਆਪਣੀ ਹੈੱਡਕੁਆਟਰ ਸੀਗੇ ਪੁਰਤਗਾਲੀ ਦੇ ਜਾਂ ਕੈਪੀਟਲ ਕਹਿ ਸਕਦੇ ਆਪਾਂ, ਉਹ ਪਹਿਲਾਂ ਕੋਚੀਨ ਸੀਗੀ, ਕੋਚੀਨ ਤੋਂ ਗੋਆ ਕਰ ਲਈ ਸੀਗੀ। ਇਹ ਇਹਨਾਂ ਦਾ ਇੰਪੋਰਟੈਂਟ ਕੰਟਰੀਬਿਊਸ਼ਨ ਹੈ ਪੁਰਤਗਾਲੀ ਪਾਵਰ ਦੀ, ਠੀਕ ਹੈ। ਜਿਹੜੀ ਕੂਨਾ ਸਾਹਿਬ ਨੇ, ਇਹਨਾਂ ਦੀ ਇਹ ਵੱਡੀ ਕੰਟਰੀਬਿਊਸ਼ਨ ਹੈ ਕਿ ਇਹਨਾਂ ਨੇ ਗੋਆ ਨੂੰ ਆਪਣੇ ਹੈੱਡਕੁਆਟਰ ਬਣਾ ਲਏ। ਪਹਿਲਾਂ ਹੈੱਡਕੁਆਟਰ ਕਿਹੜੀ ਸੀਗੀ? ਕੋਚੀਨ ਸੀਗੀ, ਬਟ 1530 ਦੇ ਵਿੱਚ ਗੋਆ ਨੂੰ ਹੈੱਡਕੁਆਟਰ ਬਣਾ ਲਿਆ ਸੀਗਾ, ਠੀਕ ਹੈ ਨਾ। ਹੁਣ ਗੋਆ ਇਹਨਾਂ ਵਾਸਤੇ ਇੰਪੋਰਟੈਂਟ ਬਣ ਗਈ ਸੀ ਕਾਫੀ ਟੈਰੀਟਰੀ। 1535 ਦੇ ਵਿੱਚ ਦਿਊ, ਆਪਾਂ ਦੇਖੋ ਦਮਨ ਦਿਊ ਪੜ੍ਹਦੇ ਹਾਂ, ਹੈ ਨਾ, ਦਮਨ ਦਿਊ, ਯੂਟੀ ਆਪਣੀ ਦਮਨ ਦਿਊ, ਦਾਦਰਾ ਨਗਰ ਹਵੇਲੀ, ਇਹ ਆਪਾਂ ਯੂਟੀ ਪੜ੍ਹਦੇ ਹਾਂ। ਤਾਂ ਜਿਹੜਾ ਦਿਊ ਸੀ 1535 ਦੇ ਵਿੱਚ, ਇਹ ਵੀ ਕੂਨਾ ਸਾਹਿਬ ਨੇ ਹੀ ਸਬਜੂਗੇਟ ਕੀਤਾ। ਜਿਹੜਾ ਦਮਨ ਸੀ ਇਹ ਕਦੋਂ ਆਇਆ ਜੀ ਆਪਣੇ ਕੋਲੇ? ਉਦੋਂ ਬਾਅਦ 'ਚ, ਕਾਫੀ ਬਾਅਦ 'ਚ ਆਇਆ 1559 ਦੇ ਵਿੱਚ, ਠੀਕ ਹੈ ਨਾ। ਇਹ ਚੀਜ਼ ਹੈਗੀ। ਤਾਂ ਇਹ ਆਪਣੀ ਸਾਰੀ ਪੁਰਤਗਾਲੀ ਪਾਵਰ ਸੀਗੀ। ਹੋਰ ਆਪਾਂ ਦੇਖ ਲੈਂਦੇ ਹਾਂ, ਦੇਖੋ ਜਿਹੜੀ ਫੈਕਟਰੀਜ਼ ਸੀਗੀਆਂ, ਆਪਾਂ ਨੇ ਦੇਖਿਆ ਵੀ ਪਹਿਲਾਂ ਜਿਹੜੀ ਕੋਚੀਨ ਸੀਗੇ ਇਹਨਾਂ ਦੇ ਹੈੱਡਕੁਆਟਰ ਪੁਰਤਗਾਲੀਆਂ ਦੇ, ਠੀਕ ਹੈ ਨਾ। ਤਾਂ 1503 ਦੇ ਵਿੱਚ ਹੀ ਇਹਨਾਂ ਨੇ 1498 ਦੇ ਵਿੱਚ ਆਪਣੇ ਵਾਸਕੋ ਡੀ ਗਾਮਾ ਸਾਹਿਬ ਆਏ, ਠੀਕ ਹੈ ਨਾ। 1501 ਦੇ ਵਿੱਚ ਦੁਬਾਰਾ ਫੇਰ ਆਏ। ਤਾਂ 1503 ਦੇ ਵਿੱਚ ਇਹਨਾਂ ਨੇ ਫੈਕਟਰੀ ਬਣਾ ਲਈ ਸੀ ਕੋਚੀਨ ਦੇ ਵਿੱਚ। ਆਪਾਂ ਨੇ ਇਹ ਵੀ ਦੇਖਿਆ ਕਿ 1505 ਦੇ ਵਿੱਚ ਕਨਨੌਰ ਫੈਕਟਰੀ ਬਣਾ ਲਈ ਸੀਗੀ, ਠੀਕ ਹੈ, ਇਹਨਾਂ ਨੇ ਵਾਸਕੋ ਡੀ ਗਾਮਾ ਸਾਹਿਬ ਨੇ। ਹੋਰ ਫੈਕਟਰੀਆਂ ਜਿਹੜੀਆਂ ਸੀਗੀਆਂ ਮੈਂਗਲੋਰ, ਕਾਲੀਕਟ, ਇਹ ਸਾਰੀਆਂ ਫੈਕਟਰੀ ਸੀਗੀਆਂ। ਇੱਕ ਜਿਹੜੀ ਵੱਡੀ ਚੀਜ਼ ਹੋਰ ਆਉਂਦੀ ਹੈ ਪੁਰਤਗਾਲੀਆਂ ਦੀ, ਉਹ ਆਉਂਦੀ ਹੈ ਕਿ ਅਕਬਰ ਦੇ ਟਾਈਮ 'ਚ ਆਈ ਸੀ। ਦੇਖੋ ਅਕਬਰ ਦਾ ਟਾਈਮ ਪੀਰੀਅਡ ਆਪਾਂ ਜੇ ਦੇਖੀਏ ਕਿ ਅਕਬਰ ਦਾ ਟਾਈਮ ਪੀਰੀਅਡ 1556 ਤੋਂ ਲੈ ਕੇ 1605, ਇਹ ਅਕਬਰ ਦਾ ਟਾਈਮ ਪੀਰੀਅਡ ਹੈ, ਠੀਕ ਹੈ। ਹੁਣ ਆਪਾਂ ਇਹਦੇ ਦੌਰਾਨ ਹੀ ਗੱਲ ਕਰ ਰਹੇ ਹਾਂ ਨਾ ਸਾਰੀ, ਠੀਕ ਹੈ ਨਾ, ਕਿ ਜਿਹੜੇ ਹੁਣ ਕਾਫੀ ਟਾਈਮ ਤੱਕ ਰਹੇ ਸੀਗੇ ਇਹ। ਤਾਂ ਅਕਬਰ ਦਾ ਟਾਈਮ ਪੀਰੀਅਡ ਇਹ ਸੀਗਾ। ਅਕਬਰ ਦੀ ਤੁਹਾਨੂੰ ਪਤਾ ਹੈ ਕਿ ਜਿਹੜੇ ਅਕਬਰ ਦਾ ਇੰਟਰਸਟ ਸੀਗਾ ਉਹ ਡਿਫਰੈਂਟ ਰਿਲੀਜਨਸ ਨੂੰ, ਜਿਹੜੇ ਰਿਲੀਜਨ ਸੀਗੇ ਉਹਨਾਂ ਦੇ ਜਿਹੜੇ ਧਾਰਮਿਕ ਗੁਰੂ ਸੀਗੇ ਉਹਨਾਂ ਨਾਲ ਡਿਬੇਟ ਕਰਦਾ ਸੀਗਾ। ਆਪਾਂ ਇੱਕ ਪੜ੍ਹਦੇ ਹਾਂ ਇਬਾਦਤਖਾਨਾ ਪੜ੍ਹਦੇ ਹਾਂ ਆਪਾਂ, ਹੈ ਨਾ, ਹਿਸਟਰੀ, ਮੀਡੀਵਲ ਹਿਸਟਰੀ ਦੇ ਵਿੱਚ। ਤਾਂ ਸਾਰੇ ਰਿਲੀਜਨਸ ਨੂੰ ਇਹ ਕਨਵਰਸੇਸ਼ਨ ਜਾਂ ਡਾਇਲੋਗਸ ਕਹਿ ਲੈਂਦੇ ਆਪਾਂ ਵੀ, ਉਹਨੂੰ ਇਨਕਰੇਜ ਕਰਦਾ ਸੀ। ਇਸੇ ਜਿਹੜੀ ਪੋਲਿਸੀ ਦੇ ਅੰਡਰ ਇਹਨਾਂ ਨੇ, ਅਕਬਰ ਨੇ ਕੀ ਕੀਤਾ, ਪੁਰਤਗਾਲੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਕ੍ਰਿਸਚੀਅਨਸ ਫਾਦਰਸ ਨੂੰ ਭੇਜੋ ਸਾਡੇ ਕੋਲੇ ਡਿਬੇਟ ਕਰਨ ਵਾਸਤੇ ਜਾਂ ਆਪਣੇ ਧਾਰਮਿਕ ਧਰਮ ਬਾਰੇ ਦੱਸਣ ਵਾਸਤੇ, ਠੀਕ ਹੈ ਨਾ। ਤਾਂ ਅਕਬਰ ਨੇ ਪੁਰਤਗਾਲੀਆਂ ਨੂੰ ਕਿਹਾ ਕਿ ਆਪਣੇ ਫਾਦਰਸ ਮੇਰੇ ਕੋਲ ਭੇਜੋ। ਤਾਂ 2-3 ਵਾਰੀ ਇੱਦਾਂ ਹੋਇਆ ਕਿ ਪੁਰਤਗਾਲੀਆਂ ਨੇ ਆਪਣੇ ਜਿਹੜੇ ਮਿਸ਼ਨਰੀਜ਼ ਸੀਗੇ, ਕਹਿ ਸਕਦੇ ਜਾਂ ਫਾਦਰਸ ਸੀਗੇ, ਉਹਨਾਂ ਨੂੰ ਅਕਬਰ ਦੇ ਕੋਰਟ ਦੇ ਵਿੱਚ ਭੇਜਿਆ, ਠੀਕ ਹੈ। ਇਹ ਵੀ ਕੁਝ ਕਾਰਨ ਸੀ ਕਿ ਅਕਬਰ ਨੇ ਕਾਫੀ ਕੁਝ ਪੁਰਤਗਾਲੀਆਂ ਦਾ ਟੋਲਰੇਟ ਕੀਤਾ। ਕਾਫੀ ਕੁਝ ਪੁਰਤਗਾਲੀ ਗਲਤ ਵੀ ਕਰਦੇ ਸੀ, ਬਟ ਅਕਬਰ ਟੋਲਰੇਟ ਕਰਦਾ ਸੀ ਇਸੇ ਕਰਕੇ ਵੀ ਹਾਂ ਚਲੋ ਇਹ ਬੰਦੇ ਭੇਜਦੇ ਨੇ ਮੇਰੇ ਕੋਲ। ਇੰਟਰੋਡਿਊਸ ਸਿਸਟਮ ਆਫ ਡਰਿਲਿੰਗ ਗਰੁੱਪਸ, ਦੇਖੋ ਮਿਲਟਰੀ ਕੰਟਰੀਬਿਊਸ਼ਨ ਹੈਗੀ ਇਹਨਾਂ ਦੀ। ਮਿਲਟਰੀ ਤੌਰ ਤੇ ਵੀ ਕਾਫੀ ਜਿਹੜੇ ਪੁਰਤਗਾਲੀਆਂ ਨੇ ਕਾਫੀ ਕੰਟਰੀਬਿਊਟ ਕੀਤਾ ਇੰਡੀਅਨ ਹਿਸਟਰੀ ਦੇ ਵਿੱਚ। ਡਰਿਲਿੰਗ ਗਰੁੱਪਸ ਮਤਲਬ ਛੋਟੇ ਲੋਕਾਂ ਟਰੂਪ, ਦੇਖੋ ਹੁਣ ਮਿਲਟਰੀ ਦੀਆਂ ਟੁਕੜੀਆਂ ਛੋਟੀਆਂ ਵੀ ਛੋਟੀਆਂ ਟੁਕੜੀਆਂ ਨੂੰ ਇੱਕ ਹੀ ਕੰਮ ਦੇ ਦੇਣਾ। ਤਾਂ ਇਹ ਜਿਹੜਾ ਸਿਸਟਮ ਸੀਗਾ ਇਹ ਪੁਰਤਗਾਲੀਆਂ ਨੇ ਸਟਾਰਟ ਕੀਤਾ, ਡਰਿਲਿੰਗ ਗਰੁੱਪਸ ਆਫ ਇਨਫੈਂਟਰੀ, ਠੀਕ ਹੈ ਨਾ, ਵੀ ਛੋਟੀ ਟੁਕੜੀਆਂ ਬਣਾ ਦਿੱਤੀਆਂ ਜਾਣ ਤਾਂ ਉਹੀ ਜਿਹੜੀਆਂ ਟੁਕੜੀਆਂ ਨੇ ਉਹ ਅੱਗੇ ਕੰਮ ਕਰਨ, ਇਹ ਚੀਜ਼ ਸੀਗੀ। ਹੋਰ ਜਿਹੜੀ ਇਨੋਵੇਸ਼ਨਸ ਸੀਗੀਆਂ ਮਿਲਟਰੀ ਦੀਆਂ ਉਹ ਕੀ ਸੀਗੀ, ਬੋਡੀ ਆਰਮਰ, ਠੀਕ ਹੈ, ਮੈਚਲੋਕ ਮੈਨ। ਤਾਂ ਮਤਲਬ ਡਿਫਰੈਂਟ ਇਨੋਵੇਸ਼ਨਸ ਕੀਤੀਆਂ ਇਹਨਾਂ ਨੇ ਮਿਲਟਰੀ ਦੇ ਵਿੱਚ। ਹੁਣ ਡਿਕਲਾਈਨ ਬਾਰੇ ਪੜ੍ਹੀ ਆਪਾਂ ਕਿ ਇਹਨਾਂ ਦਾ ਡਿਕਲਾਈਨ ਕਿਵੇਂ ਹੋਣ ਲੱਗ ਗਿਆ ਸੀ ਪੁਰਤਗਾਲੀਆਂ ਦਾ, ਠੀਕ ਹੈ ਨਾ। ਦੇਖੋ ਇੱਕ ਜਦੋਂ ਇਹ ਰੂਲ ਕਰ ਰਹੇ ਸੀ ਬਟ ਜਦੋਂ ਉਹਨਾਂ ਦਾ ਇਨਫਲੂਐਂਸ ਘਟਣ ਲੱਗ ਗਿਆ ਉਦੋਂ ਬਾਅਦ 'ਚੋਂ ਇਹ ਲੁੱਟ ਖਸੁੱਟ 'ਤੇ ਆ ਗਏ ਸੀਗੇ। ਪਾਇਰੇਸੀ, ਤੁਸੀਂ ਮੂਵੀ ਦੇਖੀ ਹੋਣੀ ਪਾਇਰੇਟਸ ਆਫ ਕੈਰੀਬੀਅਨ, ਹੈ ਨਾ। ਤਾਂ ਉਹ ਚੀਜ਼ ਸੀਗੀ ਕਿ ਜਿਹੜੇ ਸ਼ਿਪਸ ਨੇਗੇ, ਆਪ ਦੇਖੋ ਪਹਿਲਾਂ ਕਾਰਟੈਸ ਸਿਸਟਮ ਪੜ੍ਹ ਕੇ ਆਇਆ, ਕਾਰਟੈਸ ਸਿਸਟਮ, ਇਹਦੇ ਵਿੱਚ ਕੀ ਕਰਦੇ ਸੀ, ਇਹ ਪਾਸਿਸ ਇਸ਼ੂ ਕਰਦੇ ਸੀਗੇ ਕਿ ਕਿਸੇ ਨੇ ਅਗਰ ਟ੍ਰੇਡ ਕਰਨੀ ਹੈ ਤਾਂ ਸਾਡੇ ਤੋਂ ਪਰਮਿਸ਼ਨ ਲੈ ਕੇ ਜਾਓ,
परमिट लैके जाओ, ठीक है। ये चीज़ सीगी। हुण की कीता जदों होर भी पावर्स आ गईयां तां हुण इन्हां ने ये सिस्टम छड्ड के हुण ये पायरेसी ते आ गए सीगे, लुੱਟ खसुੱਟ ते आ गए सीगे कि ਜਿਹੜੇ शिप्स सी ਦੇ ਵਿੱਚ ਗਈਆਂ ਹੋਈਆਂ ਨੇਗੀਆਂ ਉਹਨਾਂ ਨੂੰ ਰੋਕ ਲੈਣਾ ਸ਼ਿਪ ਦੇ ਸਮੁੰਦਰ ਦੇ ਵਿੱਚ ਹੀ, ਠੀਕ ਹੈ, ਰੋਕ ਕੇ ਉਹਨਾਂ ਨੂੰ ਲੁੱਟ ਲੈਣਾ, ਠੀਕ ਹੈ ਨਾ, ਰੋਬਰੀ ਕਰ ਲੈਣੀ, ਪਾਇਰੇਸੀ ਕਰ ਲੈਣੀ, ਠੀਕ ਹੈ ਨਾ। ਤਾਂ ਇਹਨਾਂ ਚੀਜ਼ਾਂ ਤੇ ਆ ਗਈ ਸੀ ਪੁਰਤਗਾਲੀ। ਇਹ ਤਾਂ ਇਹਨਾਂ ਦੀ ਇੱਕ ਵੱਡੀ ਇੱਕ ਡਰਾਬੈਕ ਮੰਨਿਆ ਜਾਂਦਾ, ਠੀਕ ਹੈ ਨਾ। ਹੁਗਲੀ ਸੀ ਜਿਹੜਾ ਕਲਕੱਤਾ ਦੇ ਵਿੱਚ ਕਹਿ ਸਕਦੇ ਆਪਾਂ, ਕੋਲਕਾਤਾ ਦੇ ਨੇੜੇ, ਉਹ ਬੇਸ ਬਣ ਗਿਆ ਸੀ ਪਾਇਰੇਸੀ ਦਾ, ਠੀਕ ਹੈ ਨਾ। ਈਸਟਰਨ ਇੰਡੀਆ ਦੇ ਵਿੱਚ ਇੱਥੇ ਵੀ ਇਹਨਾਂ ਨੇ ਆਪਣਾ ਪਾਇਰੇਸੀ ਦਾ ਸਟਾਰਟ ਕਰ ਲਿਆ ਸੀ। ਕਾਫੀ ਰੀਜਨਸ ਦੇ ਉੱਪਰ ਪੁਰਤਗਾਲੀ ਨੇ ਜਿਹੜਾ ਕਿ ਆਪਣੇ ਫੈਕਟਰੀਜ਼ ਬਣਾਈਆਂ ਸੀਗੀਆਂ। ਰਿਲੀਜੀਅਸ ਪਰਸੀਕਿਊਸ਼ਨ ਮਤਲਬ ਕੀ ਹੈ, ਧਾਰਮਿਕ ਪ੍ਰਤਾੜਨਾ ਮਤਲਬ ਕੀ ਹੈ ਕਿ ਜਿਹੜੇ ਮੁਸਲਿਮਸ ਸੀਗੇ ਪੁਰਤਗਾਲੀ ਵੈਸੇ ਤਾਂ ਦੇਖੋ ਠੀਕ ਹੈ ਟ੍ਰੇਡ ਵਾਸਤੇ ਆਈ ਸੀ, ਬਟ ਮੁਸਲਮਾਨਾਂ ਪ੍ਰਤੀ ਇਹ ਬਹੁਤ ਇੰਟੋਲਰੈਂਟ ਸੀਗੇ, ਮੁਸਲਮਾਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਸੀਗੇ ਪੁਰਤਗਾਲੀ। ਤਾਂ ਇਹਨਾਂ ਦੀ ਜਿਹੜੀ ਰਿਲੀਜੀਅਸ ਪਰਸੀਕਿਊਸ਼ਨ ਕਰਦੇ ਸੀ, ਬਹੁਤ ਇਹਨਾਂ ਨੂੰ ਤੰਗ ਕਰਦੇ ਸੀਗੇ ਅਤੇ ਇਹਨਾਂ ਨੂੰ ਪ੍ਰਤਾੜਨਾ ਵੀ ਕਰਦੇ ਸੀਗੇ, ਠੀਕ ਹੈ ਨਾ। ਅੱਗੇ ਚੱਲ ਕੇ ਹਿੰਦੂਜ਼ ਨਾਲ ਵੀ ਬਹੁਤ ਵਧੀਆ ਨਹੀਂ ਰਹੇ, ਬਟ ਮੁਸਲਿਮ ਨਾਲ ਤਾਂ ਬਿਲਕੁਲ ਵੀ ਨਹੀਂ, ਠੀਕ ਹੈ ਨਾ। ਤਾਂ ਇਹ ਚੀਜ਼ ਹੈ, ਇਹ ਵੀ ਇਹਨਾਂ ਦਾ ਪੋਲਿਸੀ ਦਾ ਇੱਕ ਡਰਾਬੈਕ ਮੰਨਿਆ ਜਾਂਦਾ, ਜਿਹੜਾ ਕਿ ਇਹਨਾਂ ਦੇ ਡਿਕਲਾਈਨ ਵਾਸਤੇ ਕੰਟਰੀਬਿਊਟ ਕਰਦਾ ਹੈ ਕਿ ਅੱਗੇ ਜਾ ਕੇ ਪੁਰਤਗਾਲੀ ਡਿਕਲਾਈਨ ਹੋਏ, ਠੀਕ ਹੈ। ਹੋਰ ਕੀ ਰੀਜ਼ਨ ਸੀਗਾ ਡਿਕਲਾਈਨ ਹੋਣ ਦਾ ਕਿ ਜਿਹੜੀਆਂ ਹੋਰ ਪਾਵਰਸ ਸੀਗੀਆਂ, ਦੇਖੋ ਆਪਾਂ ਨੇ ਦੇਖਿਆ ਵੀ ਪੁਰਤਗਾਲੀ ਸਭ ਤੋਂ ਪਹਿਲੇ ਸੀ ਆਉਣ ਵਾਲੇ, ਬਟ ਬਾਅਦ 'ਚ ਹੋਰ ਵੀ ਬਹੁਤ ਆਏ, ਠੀਕ ਹੈ ਨਾ, ਇੰਗਲਿਸ਼ ਆਏ, ਡੱਚ ਆਏ, ਤਾਂ ਉਹਨਾਂ ਨੇ ਵੀ ਆਪਣੇ ਇਨਫਲੂਐਂਸ ਪਾਉਣਾ ਸਟਾਰਟ ਕਰਤਾ। ਇਸ ਕਰਕੇ ਇਹ ਵੀ ਜਿਹੜੇ ਪੁਰਤਗਾਲੀ ਨੇ ਉਹਨਾਂ ਦਾ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ ਸੀ। ਦੇਖੋ ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਕਿ 1961 ਦੇ ਵਿੱਚ ਇਹਨਾਂ ਨੇ ਲੀਵ ਕੀਤਾ, ਠੀਕ ਹੈ, ਇੰਡੀਆ ਨੂੰ ਲੀਵ ਕੀਤਾ। ਸਭ ਤੋਂ ਅਖੀਰ ਵਾਲੇ ਸੀਗੇ ਜਿਹੜੇ ਯੂਰਪੀਅਨਸ ਇਹ ਲੀਵ ਕਰਨ ਵਾਲੇ ਇੰਡੀਆ। ਆਏ ਵੀ ਸਭ ਤੋਂ ਪਹਿਲਾਂ ਸੀਗੇ 1498 ਦੇ ਵਿੱਚ, ਅਤੇ ਜਾਣ ਵਾਲੇ ਸਭ ਤੋਂ ਬਾਅਦ ਦੇ ਵਿੱਚ ਸੀਗੇ 1961 ਦੇ ਵਿੱਚ। ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਚੀਜ਼, ਠੀਕ ਹੈ। ਤਾਂ ਇਹ ਚੀਜ਼ ਹੈਗੀ, ਇਹ ਇੰਪੋਰਟੈਂਟ ਹੈ ਕਾਫੀ ਵੀ 1961 ਦੇ ਵਿੱਚ ਗਏ ਨੇ ਇਹ। ਹੁਣ ਆਪਾਂ ਇਹਨਾਂ ਦੇ ਸਿਗਨੀਫਿਕੈਂਸ ਬਾਰੇ ਦੇਖ ਲਈ ਵੀ ਇਹਨਾਂ ਦੀ ਇੰਪੋਰਟੈਂਸ ਕੀ ਰਹੀ ਹੈ ਆਪਣੇ ਦੇਸ਼ ਦੇ ਵਿੱਚ। ਦੇਖੋ ਇੱਕ ਤਾਂ ਪਹਿਲੀ ਗੱਲ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਪਹਿਲੀ ਵਾਰ ਹੋਇਆ ਸੀ ਕੋਈ ਜਿਹੜੀ ਫੋਰਨ ਪਾਵਰ ਸੀਗੀ ਉਹ ਸਮੁੰਦਰ ਦੇ ਰਸਤੇ ਤੋਂ ਆਈ ਸੀਗੀ, ਠੀਕ ਹੈ ਨਾ। ਆਪਾਂ ਪਹਿਲਾਂ ਪੜ੍ਹਿਆ ਸੀਗੇ ਕਿ ਜਿਹੜੇ ਅਲੈਗਜ਼ੈਂਡਰ ਸੀਗੇ, ਅਲੈਗਜ਼ੈਂਡਰ ਆਏ ਸੀ ਇੱਥੇ, ਉਹ ਲੈਂਡ ਰੂਟ ਨਾਲ ਆਏ ਸੀਗੇ, ਠੀਕ ਹੈ ਨਾ। ਉਹ ਲੈਂਡ ਰੂਟ ਨਾਲ ਆਏ ਸੀਗੇ, ਇੱਧਰੋਂ ਆਏ ਸੀਗੇ, ਐਵੇਂ ਆਏ ਸੀਗੇ, ਠੀਕ ਹੈ। ਬਟ ਬਾਏ ਦਾ ਸੀ, ਸਮੁੰਦਰ ਦੇ ਵਿੱਚੋਂ ਆਉਣ ਵਾਲੇ ਇਹ ਪਹਿਲੀ ਪਾਵਰ ਸੀਗੀ, ਠੀਕ ਹੈ ਨਾ, ਪੁਰਤਗਾਲੀ। ਤਾਂ ਇਹ ਇਹਨਾਂ ਦੀ ਇੱਕ ਇੰਪੋਰਟੈਂਸ ਸਿਗਨੀਫਿਕੈਂਸ ਮੰਨੀ ਜਾਂਦੀ ਹੈ, ਠੀਕ ਹੈ ਨਾ। ਫਸਟ ਟਾਈਮ ਫੋਰਨ ਪਾਵਰ ਹੈਡ ਕਮ ਟੂ ਇੰਡੀਆ ਬਾਈ ਵੇ ਆਫ ਸੀ, ਸਮੁੰਦਰ ਦੇ ਰਸਤੇ ਪਹਿਲੀ ਵਾਰੀ ਆਏ ਸੀ। ਨੇਵਲ ਪਾਵਰ, ਠੀਕ ਹੈ ਨਾ, ਤਾਂ ਇਹਨਾਂ ਕੋਲੇ ਵਧੀਆ ਨੇਵੀ ਸੀਗੀ, ਤਾਂ ਇਹ ਵੀ ਇੱਕ ਕੰਟਰੀਬਿਊਸ਼ਨ ਹੈਗੀ ਇਹਨਾਂ ਦੀ, ਠੀਕ ਹੈ ਨਾ। ਇਹਨਾਂ ਦੀ ਜਿਹੜੀਆਂ ਸ਼ਿਪਸ ਸੀਗੀਆਂ ਬਹੁਤ ਫੇਮਸ ਸੀਗੀਆਂ, ਜਿਹੜੇ ਪੁਰਤਗਾਲੀ ਦੀਆਂ ਸ਼ਿਪਸ ਸੀਗੀਆਂ ਉਹ ਕਾਫੀ ਫੇਮਸ ਸੀਗੀਆਂ। ਉਹਨਾਂ ਦੇ ਵਿੱਚ ਹਥਿਆਰ ਵੀ ਬਹੁਤ ਹੁੰਦੇ ਸੀ, ਕੈਨਨਸ ਮਤਲਬ ਹਥਿਆਰ ਮੰਨ ਲਓ ਤੁਸੀਂ, ਠੀਕ ਹੈ। ਅਤੇ ਜਿਹੜੀ ਉਹਨਾਂ ਦੀ ਸ਼ਿਪਸ ਸੀਗੀਆਂ ਉਹ ਮਲਟੀ ਡੈਕਡ ਸੀਗੀਆਂ। ਮਲਟੀ ਡੈਕਡ ਮਤਲਬ ਜਿਵੇਂ ਆਪਣੀਆਂ ਡਬਲ ਡੈਕਡ ਬੱਸਿਸ ਹੁੰਦੀਆਂ ਨੇ, ਹੈ ਨਾ, ਕਿ ਜਿਹੜੇ ਦੋ ਮੰਜ਼ਿਲਾ ਬੱਸਿਸ ਹੁੰਦੀਆਂ ਨੇਗੀਆਂ, ਆਪਾਂ ਦੇਖਦੇ ਹਾਂ ਬੰਬੇ ਦੇ ਵਿੱਚ ਹੁੰਦੀਆਂ ਨੇ ਜਿਵੇਂ। ਤਾਂ ਉਸੇ ਤਰ੍ਹਾਂ ਜਿਹੜੀਆਂ ਇਹਨਾਂ ਦੀ ਸ਼ਿਪਸ ਸੀਗੀਆਂ ਉਹ ਮਲਟੀ ਡੈਕਡ ਸੀਗੀਆਂ, ਕਈ ਮੰਜ਼ਿਲਾ ਸੀਗੀਆਂ ਉਹਨਾਂ ਦੀਆਂ ਸ਼ਿਪਸ। ਤਾਂ ਸ਼ਿਪ ਬਿਲਡਿੰਗ ਦੇ ਵਿੱਚ ਉਹਨਾਂ ਨੇ ਕਾਫੀ ਪ੍ਰੋਗਰੈਸ ਕੀਤਾ ਪੁਰਤਗਾਲੀਆਂ ਨੇ। ਇਹੀ ਰੀਜ਼ਨ ਸੀਗਾ ਕਿ ਕਾਫੀ ਟਾਈਮ ਇਹਨਾਂ ਨੇ ਸੀ ਦੇ ਉੱਪਰ ਡੋਮੀਨੇਟ ਕੀਤਾ। ਇਹੀ ਰੀਜ਼ਨ ਸੀਗਾ ਕਿ ਕਾਰਟਰ ਸਿਸਟਮ ਇਹਨਾਂ ਨੇ ਅਪਲਾਈ ਕੀਤਾ। ਦੇਖੋ ਜਦੋਂ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਵੀ ਮੇਰੇ ਤੋਂ ਪਰਮਿਟ ਲਓ, ਤਾਂ ਆਪਾਂ ਤਾਂ ਹੀ ਕਹਿ ਸਕਦੇ ਜੇ ਆਪਣੇ ਕੋਲੇ ਕੋਈ ਪਾਵਰ ਹੋਵੇ, ਆਪਣੇ ਪੱਲੇ ਥੱਲੇ ਕੁਛ ਹੋਵੇ, ਹੈ ਨਾ। ਤਾਂ ਇਹਨਾਂ ਦੇ ਪੱਲੇ ਥੱਲੇ ਕਾਫੀ ਕੁਛ ਸੀਗਾ ਕਿ ਇਹਨਾਂ ਦੀ ਸ਼ਿਪਸ ਬਹੁਤ ਮਤਲਬ ਪਾਵਰਫੁਲ ਸੀਗੀਆਂ, ਠੀਕ ਹੈ। ਤਾਂ ਇਹ ਇਹਨਾਂ ਦੀ ਕੰਟਰੀਬਿਊਸ਼ਨ ਹੈਗੀ ਇੰਡੀਆ ਦੇ ਵਿੱਚ ਕਿ ਇਹ ਚੀਜ਼ਾਂ ਇਹਨਾਂ ਨੇ ਲੈ ਕੇ ਆਉਂਦੀਆਂ। ਹੋਰ ਇਹਨਾਂ ਨੇ ਕੀ ਲੈ ਕੇ ਆਂਦਾ, ਟਬੈਕੋ ਲੈ ਕੇ ਆਂਦਾ ਇਹਨਾਂ ਨੇ, ਠੀਕ ਹੈ ਨਾ। ਕੈਸ਼ੂ ਨਟ, ਕਾਜੂ ਲੈ ਕੇ ਆਂਦਾ। ਅੱਜ ਵੀ ਆਪਾਂ ਦੇਖਦੇ ਹਾਂ ਤੁਸੀਂ ਗੋਆ ਜਾਂਦੇ ਹੋ ਜਾਂ ਫੈਨੀ ਲੈ ਕੇ ਆਉਂਦੇ ਹੋ ਜਾਂ ਕਾਜੂ ਲੈ ਕੇ ਆਉਂਦੇ ਹੋ, ਠੀਕ ਹੈ ਨਾ। ਤਾਂ ਇਹ ਚੀਜ਼ ਉਦੋਂ ਤੋਂ ਚੱਲਦੀ ਆ ਰਹੀ ਹੈਗੀ। ਪੋਰਟੁਗੀਜ਼ ਇੰਟਰੋਡਿਊਸ ਕੀਤਾ ਸੀ ਪੋਰਟੁਗੀਜ਼ ਨੇ, ਤੰਬਾਕੂ ਵੀ ਪੋਰਟੁਗੀਜ਼ ਨੇ ਇੰਟਰੋਡਿਊਸ ਕੀਤਾ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਮੈਡੀਸੀਨਲ ਹਰਬਸ ਸੀਗੀਆਂ ਜਿਹੜੀਆਂ ਕਿ ਦਵਾਈ ਮਤਲਬ ਆਪਾਂ ਕਹਿ ਸਕਦੇ ਹਾਂ ਹਰਬਸ, ਜੜੀ ਬੂਟੀਆਂ ਸੀਗੀਆਂ ਜਿਹੜੀਆਂ, ਉਹ ਵੀ ਪੋਰਟੁਗੀਜ਼ ਨੇ ਇੰਟਰੋਡਿਊਸ ਕੀਤੀ, ਠੀਕ ਹੈ। ਨੈਕਸਟ ਆਪਾਂ ਪੜ੍ਹਦੇ ਹਾਂ ਜੀ ਡੱਚ ਪੜ੍ਹਦੇ ਆਪਾਂ। ਦੇਖੋ ਆਪਾਂ ਇੱਥੇ ਕੀ ਕਰਕੇ ਆਇਆ ਕਿ ਸਭ ਤੋਂ ਪਹਿਲਾਂ ਪੋਰਟੁਗੀਜ਼ ਸੀਗੇ ਆਉਣ ਵਾਲੇ, ਠੀਕ ਹੈ ਨਾ, 1498 ਦੇ ਵਿੱਚ। ਉਦੋਂ ਬਾਅਦ ਜੋ ਡੱਚ ਸੀਗੇ, ਇਹਨਾਂ ਦੀ ਜਿਹੜੀ ਕੰਪਨੀ ਬਣੀ ਸੀ 1602 ਦੇ ਵਿੱਚ ਬਣੀ ਸੀ, ਐਂ ਮੰਨ ਲਓ ਆਪਾਂ, ਅਤੇ 1605 ਦੇ ਕਰੀਬ ਇਹ ਇੰਡੀਆ ਦੇ ਵਿੱਚ ਆ ਗਏ ਸੀਗੇ, ਠੀਕ ਹੈ। ਇੰਗਲਿਸ਼ ਦੀ ਜਿਹੜੀ ਕੰਪਨੀ ਬਣੀ ਸੀ, ਕੰਪਨੀ ਤਾਂ ਬਣ ਗਈ ਸੀ 1600 ਦੇ ਵਿੱਚ, ਠੀਕ ਹੈ। ਬਟ ਆਪਾਂ ਪੜ੍ਹਦੇ ਕਿ 1608 ਦੇ ਵਿੱਚ ਇਹ ਜਹਾਂਗੀਰ ਦੀ ਕੋਰਟ 'ਚ ਆਏ ਸੀਗੇ। ਡੇਨਸ ਅੱਗੇ ਆਏ ਸੀ 1616 ਦੇ ਵਿੱਚ। ਫਰੈਂਚ ਆਪਾਂ ਪਹਿਲਾਂ ਵੀ ਪੜ੍ਹ ਕੇ ਹਟਾਂ 1664 ਦੇ ਵਿੱਚ, ਠੀਕ ਹੈ ਨਾ। ਤਾਂ ਇਹਨਾਂ ਦੀ ਕੁਛ ਹਰਾਰਕੀ ਸੀਗੀ, ਸੀਕੁਐਂਸ ਵੀ ਕਈ ਵਾਰੀ ਪੁੱਛ ਲੈਂਦੇ ਵੀ ਕੌਣ ਕੌਣ ਆਏ ਸੀਗੇ ਨਾ, ਠੀਕ ਹੈ। ਤਾਂ ਕੀ ਇਹਨਾਂ ਦੀ ਸੀਕੁਐਂਸ ਬਣਦੀ ਹੈ PDEDF, ਠੀਕ ਹੈ ਨਾ। ਕੋਈ ਨਾ ਕੋਈ ਤੁਸੀਂ ਨਿਮੋਨਿਕ ਬਣਾ ਲਓ ਇਸ ਚੀਜ਼ ਦਾ, ਠੀਕ ਹੈ ਨਾ, ਬੜੀ ਈਜ਼ੀਲੀ ਬਣ ਜਾਏਗਾ ਕਿ ਯਾਦ ਰੱਖਣ ਵਾਸਤੇ।
PDEDF, ਦੇਖੋ DEDF ਇਹ ਤਾਂ ਯਾਦ ਆ ਜਾਊਗਾ, EF ਕਿਉਂਕਿ ਆਉਂਦਾ ABCDE ਠੀਕ ਹੈ। ਪੁਰਤਗਾਲੀ ਨੂੰ ਆਪਾਂ ਸਭ ਤੋਂ ਪਹਿਲਾਂ ਰੱਖ ਲੈਣਾ, ਤਾਂ ਕੁਛ ਨਾ ਕੁਛ ਨਿਮੋਨਿਕ ਬਣਾ ਲਓ, ਥੋੜਾ ਯਾਦ ਹੋ ਜਾਏਗਾ ਈਜ਼ੀਲੀ। ਹੁਣ ਆਪਾਂ ਸੈਕਿੰਡ ਪੜ੍ਹਦੇ ਹਾਂ ਡੱਚ ਬਾਰੇ, ਠੀਕ ਹੈ। ਤੁਹਾਨੂੰ ਦੱਸਿਆ ਵੀ ਜਿਹੜੀ 1602 ਦੇ ਵਿੱਚ ਸੀਗੀ ਇਹ ਕੰਪਨੀ ਬਣ ਗਈ ਸੀਗੀ। ਤੇ ਜਿਹੜੀ ਡੱਚ, ਦੇਖੋ ਡੱਚ ਹੈ ਕੌਣ ਨੇ, ਬੇਸਿਕਲੀ ਨੈਦਰਲੈਂਡਸ ਨੇਗੇ, ਨੈਦਰਲੈਂਡ ਤੋਂ, ਠੀਕ ਹੈ। ਇੱਥੇ ਜੇ ਨੈਦਰਲੈਂਡ ਹੈਗਾ ਮੰਨ ਲਓ, ਠੀਕ ਹੈ, ਐਮਸਟਰਡੈਮ ਹੋਰ ਸਾਰੇ ਕੁਛ ਇੱਥੇ ਜੇ ਨੇਗੇ, ਤਾਂ ਇੱਥੋਂ ਆਏ ਸੀਗੇ ਇਹ ਡੱਚ। ਬੇਸਿਕਲੀ ਕੰਟਰੀ ਦਾ ਨਾਮ ਸੀਗਾ ਨੈਦਰਲੈਂਡ, ਜਿਹੜਾ ਕਿ ਆਪਾਂ ਅੱਜ ਵੀ ਸੁਣਦੇ ਹਾਂ। ਇਹ ਨੈਦਰਲੈਂਡ ਦੇ ਬੰਦਿਆਂ ਨੂੰ ਆਪਾਂ ਡੱਚ ਕਹਿ ਦਿੰਦੇ ਹਾਂ, ਠੀਕ ਹੈ ਨਾ। ਪਹਿਲੀ ਜਿਹੜੀ ਫੈਕਟਰੀ ਸੀ ਇਹਨਾਂ ਨੇ ਉਹ 1605 ਦੇ ਵਿੱਚ ਲਗਾਈ ਮਸੂਲੀਪਟਨਮ ਦੇ ਵਿੱਚ, ਠੀਕ ਹੈ ਨਾ। ਤੁਹਾਨੂੰ ਦੱਸਿਆ ਵੀ ਮੈਂ 1602 ਦੇ ਵਿੱਚ ਕੰਪਨੀ ਬਣ ਗਈ ਸੀ, ਤੇ 1605 ਦੇ ਵਿੱਚ ਇਹਨਾਂ ਨੇ ਇੰਡੀਆ ਦੇ ਵਿੱਚ ਆ ਕੇ ਫੈਕਟਰੀ ਬਣਾ ਲਈ ਸੀ। ਅਗੇਨ ਫੈਕਟਰੀ ਕੀ ਹੈ, ਇੱਕ ਟਰੇਡ ਵੇਅਰ ਹਾਊਸ, ਜਿੱਥੋਂ ਕਿ ਸਾਰੀ ਟਰੇਡ ਕਰਦੇ ਸੀਗੇ, ਸੌਰੀ, ਠੀਕ ਹੈ। ਹੋਰ ਇਹ ਕੁਛ ਫੈਕਟਰੀਜ਼ ਨੇਗੀਆਂ, ਠੀਕ ਹੈ ਨਾ। ਇਹ ਜ਼ਿਆਦਾ ਮਤਲਬ ਜ਼ਰੂਰੀ ਨਹੀਂ ਵੀ ਤੁਸੀਂ ਸਾਰੀਆਂ ਯਾਦ ਕਰੋ, ਠੀਕ ਹੈ ਨਾ। ਇੰਪੋਰਟੈਂਟ ਆਪਾਂ ਦੇਖ ਲੈਣਾ। ਇੱਕ ਤਾਂ ਦੇਖੋ ਮਸੂਲੀਪਟਨਮ ਹੋ ਗਈ, ਬਿਕਾਜ਼ ਇਹ ਫਰਸਟ ਵਨ ਸੀਗੀ। ਸੈਕਿੰਡ ਹੋ ਗਈ ਸੂਰਤ, ਠੀਕ ਹੈ, ਇਹ ਵੀ ਇੰਪੋਰਟੈਂਟ ਬਣ ਜਾਂਦੇ ਕਾਫੀ, ਠੀਕ ਹੈ। ਤਾਂ ਕਾਫੀ ਮਤਲਬ ਜ਼ਿਆਦਾ ਇੰਪੋਰਟੈਂਟ ਬਾਕੀ ਹੈ ਨਹੀਂ, ਕੋਚਿਨ ਵੀ ਤੁਸੀਂ ਕਰ ਸਕਦੇ ਹੋ। ਆਹ 3-4 ਯਾਦ ਰੱਖ ਲਓ ਇੰਪੋਰਟੈਂਟ, ਠੀਕ ਹੈ। ਅਗੇਨ ਮੈਂ ਕਹਿ ਰਿਹਾ ਕਿ ਆਪਾਂ ਟੂ ਦਾ ਪੁਆਇੰਟ ਚੀਜ਼ਾਂ ਪੜ੍ਹਾਂਗੇ, ਕੋਈ ਫਾਲਤੂ ਚੀਜ਼ ਨਹੀਂ ਪੜ੍ਹਦੇ, ਠੀਕ ਹੈ। ਹੁਣ ਜਦੋਂ ਕੋਈ ਡੱਚ ਆਏ ਸੀਗੇ, ਡੱਚ ਨੇ ਆਉਣ ਤੋਂ ਬਾਅਦ ਦੋਨੇ ਜਿਹੜੀ ਇੰਗਲਿਸ਼ ਕੰਪਨੀ ਸੀ ਉਹ ਬਣ ਗਈ ਸੀ 1600 ਦੇ ਵਿੱਚ। ਤਾਂ ਆਲਮੋਸਟ ਇੱਕੋ ਜਿਹਾ ਟਾਈਮ ਪੀਰੀਅਡ ਸੀ ਦੋਨਾਂ ਦਾ, ਇੰਗਲਿਸ਼ ਤੇ ਡੱਚ ਦਾ, ਠੀਕ ਹੈ ਨਾ। ਪੁਰਤਗਾਲੀ ਦਾ ਆਪਾਂ ਨੇ ਦੇਖਿਆ ਬਹੁਤ 100 ਸਾਲ ਪਹਿਲਾਂ ਆ ਗਏ ਸੀਗੇ, ਠੀਕ ਹੈ ਨਾ, ਇੱਦੋਂ 100 ਸਾਲ ਪਹਿਲਾਂ ਆ ਗਏ ਸੀਗੇ। ਬਟ ਇਹਨਾਂ ਦਾ ਟਾਈਮ ਪੀਰੀਅਡ ਆਲਮੋਸਟ ਇੱਕੋ ਜਿਹਾ ਸੀ। ਤਾਂ ਇਹਨਾਂ ਦੇ ਵਿੱਚ ਰਾਈਵਲਰੀ ਬਹੁਤ ਹੋਈ ਜੀ, ਕਿਹੜਾ ਜ਼ਿਆਦਾ ਪਾਵਰਫੁਲ ਹੈਗਾ, ਠੀਕ ਹੈ ਨਾ। ਓਬਵੀਅਸ ਜੀ ਗੱਲ ਹੈ, ਜੋ ਦੋ ਕੰਪਨੀਆਂ ਆਪਸ ਦੇ ਵਿੱਚ ਲੜਨਗੀਆਂ ਤਾਂ ਡਿਸਪਿਊਟ ਤਾਂ ਪੈਦਾ ਹੋਣਗੇ। ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਐਂਗਲੋ ਡੱਚ ਰਾਈਵਲਰੀ ਮਤਲਬ ਲੜਾਈ ਤੁਸੀਂ, ਠੀਕ ਹੈ ਨਾ, ਜਾਂ ਕਸ਼ਮਕਸ਼ ਕਹਿ ਸਕਦੇ ਹਾਂ ਆਪਾਂ ਦੋਨਾਂ ਦੇ ਵਿੱਚ, ਠੀਕ ਹੈ ਨਾ। ਇਹਨਾਂ ਦੇ ਵਿੱਚ ਕਾਫੀ ਵਾਰਸ ਹੋਈਆਂ, ਕਾਫੀ ਕੰਪਰੋਮਾਈਜ਼ ਹੋਏ, ਠੀਕ ਹੈ ਨਾ। 1664 ਦੇ ਵਿੱਚ ਵੀ ਤੋਂ ਲੈ ਕੇ ਸਟਾਰਟ ਦੇ ਵਿੱਚ ਕਈ ਲੜਾਈਆਂ ਹੋਈਆਂ, ਠੀਕ ਹੈ ਨਾ। ਤਾਂ ਸਟਾਰਟ ਦੇ ਵਿੱਚ ਆ ਕੇ ਇਹਨਾਂ ਨੇ ਇੱਕ ਕੰਪਰੋਮਾਈਜ਼ ਕਰ ਲਿਆ ਬ੍ਰਿਟਿਸ਼ ਨਾਲ। ਜਿਹੜੇ ਡੱਚ ਨੇ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਕਿ ਜਿਹੜੇ ਬ੍ਰਿਟਿਸ਼ ਨੇ ਉਹ ਤਾਂ ਇੰਡੋਨੇਸ਼ੀਆ ਤੋਂ ਹਟ ਜਾਣਗੇ, ਬ੍ਰਿਟਿਸ਼ ਇੰਡੋਨੇਸ਼ੀਆ ਨਹੀਂ ਜਾਣਗੇ, ਠੀਕ ਹੈ ਨਾ। ਜਿਹੜੇ ਡੱਚ ਨੇ ਉਹ ਇੰਡੀਆ ਨਹੀਂ ਰਹਿਣਗੇ, ਡੱਚ ਇੰਡੀਆ ਛੱਡ ਦੇਣਗੇ, ਡੱਚ ਸਿਰਫ ਇੰਡੋਨੇਸ਼ੀਆ ਰਹਿਣਗੇ। ਇੰਡੋਨੇਸ਼ੀਆ ਨੂੰ ਉਹ ਸਪਾਈਸ ਆਈਲੈਂਡਸ ਕਹਿੰਦੇ ਸੀਗੇ, ਠੀਕ ਹੈ, ਸਪਾਈਸ ਆਈਲੈਂਡਸ। ਜਿਹੜੇ ਡੱਚ ਸੀਗੇ ਉਹ ਜ਼ਿਆਦਾ ਕਮਰਸ਼ੀਅਲ ਦੇਖਦੇ ਸੀਗੇ, ਠੀਕ ਹੈ ਨਾ, ਜ਼ਿਆਦਾ ਇਕਨੋਮਿਕ ਪਰਸਪੈਕਟਿਵ ਦੇਖਦੇ ਸੀਗੇ। ਇਸੇ ਕਰਕੇ ਉਹਨਾਂ ਨੇ ਸੋਚਿਆ ਵੀ ਇੰਡੀਆ ਦੇ ਵਿੱਚ ਜ਼ਿਆਦਾ ਆਪਾਂ ਨਹੀਂ ਕਰਾਂਗੇ, ਠੀਕ ਹੈ ਨਾ, ਕੰਪਰੋਮਾਈਜ਼ ਕਰ ਲੈਂਦੇ ਆਪਾਂ ਬ੍ਰਿਟਿਸ਼ਰਸ ਨਾਲ। ਆਪਣਾ ਮੋਟਿਵ ਪੈਸਾ ਕਮਾਉਣਾ ਹੈ, ਪੈਸਾ ਆਪਾਂ ਨੂੰ ਇੰਡੋਨੇਸ਼ੀਆ ਦੇ ਵਿੱਚ ਮਿਲ ਜੂਗਾ। ਉਹ ਕਿਵੇਂ ਮਿਲ ਜੂਗਾ, ਕਿਉਂਕਿ ਇੰਡੋਨੇਸ਼ੀਆ ਦੇ ਵਿੱਚ ਸਪਾਈਸਿਸ ਨੇਗੇ, ਅਸੀਂ ਉਹ ਸਪਾਈਸਿਸ ਨੂੰ ਵੇਚ ਕੇ ਯੂਰਪ ਦੇ ਵਿੱਚ ਵੇਚ ਦਾਂਗੇ, ਠੀਕ ਹੈ ਨਾ। ਸਪਾਈਸਿਸ ਇੰਡੋਨੇਸ਼ੀਆ ਤੋਂ ਲੈ ਕੇ ਯੂਰਪ ਦੇ ਵਿੱਚ ਵੇਚ ਦਾਂਗੇ, ਠੀਕ ਹੈ, ਇਹ ਚੀਜ਼ ਸੀਗੀ। ਤਾਂ ਉਹਨਾਂ ਨੇ ਜਿਹੜੇ ਡੱਚ ਨੇਗੇ ਉਹ ਇੰਡੀਆ ਤੋਂ ਪਰੇ ਹੋ ਗਏ, ਬ੍ਰਿਟਿਸ਼ਰਸ ਨੇ ਉਹ ਇੰਡੋਨੇਸ਼ੀਆ ਤੋਂ ਪਰੇ ਹੋ ਗਏ, ਇਹ ਚੀਜ਼ ਸੀਗੀ। ਤਾਂ ਇਹਨਾਂ ਨੇ ਇੱਕ ਕੰਪਰੋਮਾਈਜ਼ ਜਾਂ ਸੰਧੀ ਕਰ ਲਈ, ਠੀਕ ਹੈ ਨਾ। ਇਹ ਜ਼ਿਆਦਾ ਐਮਪਾਇਰ ਬਿਲਡਿੰਗ ਦੇ ਵਿੱਚ ਇੰਟਰਸਟਡ ਨਹੀਂ ਸੀਗੇ, ਤੁਹਾਨੂੰ ਦੱਸਿਆ ਮੈਂ, ਠੀਕ ਹੈ ਨਾ। ਟਰੇਡ ਨਾਲ ਜ਼ਿਆਦਾ ਕੰਸਰਨਡ ਸੀਗੇ ਵੀ ਸਾਨੂੰ ਅਸੀਂ ਟਰੇਡ ਵੱਲ ਜ਼ਿਆਦਾ ਧਿਆਨ ਦੇਣਾ। ਜਿਹੜੇ ਡੱਚ ਸੀਗੇ, ਬ੍ਰਿਟਿਸ਼ਰਸ ਸੀਗੇ ਇਹ ਸ਼ੁਰੂ ਤੋਂ ਹੀ ਐਮਪਾਇਰ ਬਿਲਡਿੰਗ ਦੇ ਸੋਚ ਕੇ ਆਏ ਸੀਗੇ, ਆਪਾਂ ਕਿਹਾ ਜਾ ਸਕਦਾ ਇਸ ਚੀਜ਼ ਨੂੰ, ਠੀਕ ਹੈ ਨਾ। ਬਾਕੀ ਇਸੇ ਵੀ ਕਾਫੀ ਡਿਬੇਟਸ ਨੇਗੀਆਂ ਵੀ ਉਹ ਇੱਦਾਂ ਸੀਗੇ ਜਾਂ ਨਹੀਂ ਸੀਗੇ, ਉਹ ਅੱਗੇ ਪੜ੍ਹਾਂਗੇ ਆਪਾਂ, ਠੀਕ ਹੈ। ਫਾਈਨਲੀ ਇੱਕ ਬੈਟਲ ਹੁੰਦੀ ਹੈ 1759 ਦੇ ਵਿੱਚ, ਦੇਖੋ 100 ਸਾਲ ਬਾਅਦ, ਉਰੇ ਆਪਾਂ 1667 ਦੀ ਗੱਲ ਕਰ ਰਹੇ ਹਾਂ, ਉਦੋਂ ਲਗਭਗ 100 ਸਾਲ ਬਾਅਦ ਬੈਟਲ ਆਫ ਬਿਦਾਰਾ ਹੁੰਦੀ ਹੈ, ਠੀਕ ਹੈ ਨਾ। ਇਹਨੂੰ ਬੈਟਲ ਆਫ ਹੋਗਲੀ ਵੀ ਕਹਿ ਦਿੰਦੇ ਆਪਾਂ, ਠੀਕ ਹੈ ਨਾ। ਇਹ ਚੀਜ਼ ਹੈਗੀ ਕਿ ਜਿੱਥੋਂ ਕਿ ਡੱਚ ਨੂੰ ਬਿਲਕੁਲ ਹੀ ਡਿਫੀਟ ਕਰ ਦਿੱਤਾ ਗਿਆ ਸੀ, ਡੱਚ ਬਿਲਕੁਲ ਹੀ ਹਾਰ ਗਏ ਸੀਗੇ, ਅਤੇ ਹੁਣ ਸਿਰਫ ਬ੍ਰਿਟਿਸ਼ਰਸ ਹੀ ਰਹਿ ਗਏ ਸੀਗੇ, ਇਹ ਚੀਜ਼ ਹੈਗੀ 1759 ਦੇ ਵਿੱਚ, ਠੀਕ ਹੈ। ਬੈਟਲ ਆਫ ਬਿਦਾਰਾ ਕਿਹਦੇ ਵਿੱਚ ਹੋਈ ਸੀਗੀ, ਇੰਗਲਿਸ਼ ਅਤੇ ਡੱਚ ਦੇ ਵਿੱਚ। ਇਹ ਇੰਪੋਰਟੈਂਟ ਹੈ ਜੀ ਕਾਫੀ, ਇਹ ਜਿਹੜੀ ਬੈਟਲ ਆਫ ਬਿਦਾਰਾ ਹੈ। ਨੈਕਸਟ ਆਪਾਂ ਪੜ੍ਹਦੇ ਹਾਂ ਜੀ ਇੰਗਲਿਸ਼, ਮੋਸਟ ਇੰਪੋਰਟੈਂਟ ਹੈ ਜੀ, ਓਬਵੀਅਸ ਜੀ ਗੱਲ ਹੈ, ਕਿਉਂਕਿ ਇੰਗਲਿਸ਼ ਨੇ ਹੀ ਰੂਲ ਕੀਤਾ ਆਪਣੇ ਦੇਸ਼ ਦੇ ਉੱਪਰ ਇੰਨੇ ਸਾਲਾਂ ਲਈ, ਠੀਕ ਹੈ ਨਾ। ਇਹ ਕੰਪਨੀ ਕਦੋਂ ਬਣੀ ਸੀਗੀ, 1600 ਦੇ ਵਿੱਚ। ਤੁਹਾਨੂੰ ਦੱਸਿਆ ਮੈਂ ਜਿਹੜੀ ਡੱਚ ਕੰਪਨੀ ਸੀ 1602 ਦੇ ਵਿੱਚ ਬਣੀ ਸੀਗੀ, ਠੀਕ ਹੈ। ਇੰਗਲਿਸ਼ ਕੰਪਨੀ 2 ਸਾਲ ਪਹਿਲਾਂ ਬਣ ਗਈ ਸੀਗੀ। ਹੁਣ 1608 ਦੇ ਵਿੱਚ ਪਹਿਲੀ ਵਾਰੀ ਕੀ ਹੋਇਆ, ਜਿਹੜੇ ਕੈਪਟਨ ਵਿਲੀਅਮ ਹੌਕਿੰਸ ਸੀਗੇ, ਇਹ ਨਾਮ ਇੰਪੋਰਟੈਂਟ ਹੈ ਕਿਉਂਕਿ ਪਹਿਲੀ ਵਾਰੀ ਕੋਈ ਬੰਦਾ ਮੁਗਲ ਐਂਪਰਰ ਦੀ ਕੋਰਟ ਦੇ ਵਿੱਚ ਗਿਆ ਇੰਗਲਿਸ਼ ਦਾ। ਇਹ ਜਹਾਂਗੀਰ ਦੀ ਕੋਰਟ ਦੇ ਵਿੱਚ ਗਿਆ, ਠੀਕ ਹੈ। ਜਹਾਂਗੀਰ ਦਾ ਟਾਈਮ ਪੀਰੀਅਡ ਕੀ ਹੈ ਜੀ, 1606 ਤੋਂ ਲੈ ਕੇ ਆਲਮੋਸਟ 1627, ਠੀਕ ਹੈ। ਉਸ ਤੋਂ ਬਾਅਦ 'ਚੋਂ ਆਪਣੇ ਕੋਲ ਕੌਣ ਆਉਂਦੇ ਨੇ, ਸ਼ਾਹਜਹਾਂ ਆਉਂਦੇ ਨੇ, ਸ਼ਾਹਜਹਾਂ। ਇਹਨਾਂ ਦਾ ਟਾਈਮ ਪੀਰੀਅਡ ਕੀ ਹੈ, 1628 ਤੋਂ ਲੈ ਕੇ 58 ਲਗਭਗ, ਅਪਰੋਕਸੀਮੇਟ ਦਾ ਕਰਾਂਗੇ ਆਪਾਂ, ਮਤਲਬ ਜੇ ਇੱਕ ਦੋ ਕਈ ਬੁੱਕਸ ਦੇ ਵਿੱਚ 1-2 ਸਾਲ ਘੱਟ ਵੱਧ ਹੁੰਦਾ, ਅੱਗੇ ਪਿੱਛੇ ਹੁੰਦਾ, ਡਜ਼ਨਟ ਮੈਟਰ। ਆਪਾਂ ਨੂੰ ਬਰੋਡ ਆਈਡੀਆ ਹੋਣਾ ਚਾਹੀਦਾ ਕਿ ਜਿਹੜਾ 1608 ਹੈ
ਇਹ ਇਹਦੇ ਟਾਈਮ ਪੀਰੀਅਡ ਦੇ ਵਿੱਚ ਆਵੇ, ਬਸ ਆਪਾਂ ਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ। ਈਵਨ ਕਿ ਬ੍ਰਿਟਿਸ਼ਰਸ ਦੇ ਇੰਗਲਿਸ਼ ਦੇ 3-4 ਬੰਦੇ ਸੀ ਜਿਹੜੇ 3-4 ਐਂਬੈਸਡਰ ਕਹਿ ਲਓ, ਠੀਕ ਹੈ ਨਾ, ਜਾਂ ਉਹਨਾਂ ਦੇ ਕੋਈ ਹੋਰ ਓਫੀਸ਼ੀਅਲਸ ਕਹਿ ਲਓ, ਜਿਹੜੇ ਕਿ ਮੁਗਲ ਐਂਪਰਰ ਦੇ ਕੋਰਟ ਦੇ ਵਿੱਚ ਆਏ, ਤਾਂ ਉਹ 3-4 ਜਹਾਂਗੀਰ ਦੀ ਕੋਰਟ ਦੇ ਵਿੱਚ ਆਏ, ਠੀਕ ਹੈ ਨਾ। ਤਾਂ ਅਗਰ ਤੁਹਾਡੇ ਐਗਜ਼ਾਮ ਦੇ ਵਿੱਚ ਤੁਹਾਨੂੰ ਯਾਦ ਨਾ ਆਵੇ ਕਿ ਮੁਗਲ ਐਂਪਰਰ ਕਿਹੜੇ ਸੀਗੇ ਉਸ ਟਾਈਮ 'ਤੇ ਤੁਸੀਂ ਭੁੱਲ ਜਾਓ, ਤਾਂ ਮੈਕਸਿਮਮ ਚਾਂਸਿਸ ਨੇ ਕਿ ਉਹ ਜਹਾਂਗੀਰ ਹੀ ਉਸ ਦਾ ਆਨਸਰ ਹੋਵੇ, ਠੀਕ ਹੈ ਨਾ। ਤਾਂ ਅਗਰ ਤੁਸੀਂ ਗੈਸ ਲਗਾਉਣਾ ਹੈਗਾ ਤਾਂ ਤੁਸੀਂ ਉਹ ਪੁੱਛਣਗੇ ਕਿ ਕਿਸੇ ਕੈਪਟਨ ਵਿਲੀਅਮ ਹੌਕਿੰਸ ਦੇ ਨਾਮ 'ਤੇ ਜਦੋਂ ਕਿਹੜੀ ਕੋਰਟ ਦੇ ਵਿੱਚ ਗਏ, ਜਿਹੜੇ ਕੈਪਟਨ ਵਿਲੀਅਮ ਹੌਕਿੰਸ ਸੀਗੇ ਇੰਗਲਿਸ਼ ਦੇ, ਉਹ ਕਿਹਨਾਂ ਦੀ ਕੋਰਟ ਦੇ ਵਿੱਚ ਗਏ, ਤਾਂ ਆਪਣਾ ਆਨਸਰ ਹੋਏਗਾ ਜੀ ਜਹਾਂਗੀਰ, ਠੀਕ ਹੈ ਨਾ। ਤਾਂ ਤੁਸੀਂ ਇਹ ਇੱਕ ਯਾਦ ਵੀ ਕਰ ਸਕਦੇ ਹੋ ਕਿ ਅਗਰ ਤੁਸੀਂ ਭੁੱਲਦੇ ਹੋ ਕਿਹੜੇ ਸੀਗੇ, ਤਾਂ ਮੋਸਟ ਅਪਰੋਪਰੀਏਟ ਉਹਦਾ ਆਨਸਰ ਜਹਾਂਗੀਰ ਹੀ ਹੋਊਗਾ, ਕਿਉਂਕਿ 3-4 ਜਿਹੜੇ ਐਂਪਰਰ ਸੀਗੇ, ਉਹ 3-4 ਜਿਹੜੇ ਐਂਬੈਸਡਰ ਸੀਗੇ, ਉਹ ਜਹਾਂਗੀਰ ਕੋਲ ਹੀ ਆਏ, ਠੀਕ ਹੈ। ਇਹ ਚੀਜ਼ ਹੈ। ਇੱਕ ਹੋਰ ਚੀਜ਼ ਹੈ, ਜਿਹੜੇ ਵਿਲੀਅਮ ਹੌਕਿੰਸ ਸੀਗੇ, ਇਹਨਾਂ ਨੂੰ ਤੁਰਕੀ ਲੈਂਗੁਏਜ ਬਹੁਤ ਵਧੀਆ ਆਉਂਦੀ ਸੀਗੀ, ਠੀਕ ਹੈ ਨਾ। ਤਾਂ ਇਹਨਾਂ ਨੂੰ ਜਿਹੜੇ ਇੰਟਰਮੀਡੀਏਟ ਦੀ ਲੋੜ ਨਹੀਂ ਪੈਂਦੀ ਸੀਗੀ, ਟਰਾਂਸਲੇਟਰ ਦੀ ਲੋੜ ਨਹੀਂ ਪੈਂਦੀ ਸੀਗੀ। ਤੁਰਕੀ ਲੈਂਗੁਏਜ ਇਹਨਾਂ ਨੂੰ ਆਉਂਦੀ ਸੀਗੀ, ਤਾਂ ਇਹਨਾਂ ਨੂੰ ਜਿਹੜੇ ਟਰਾਂਸਲੇਟਰ ਦੀ ਲੋੜ ਨਹੀਂ ਪੈਂਦੀ ਸੀ, ਜਹਾਂਗੀਰ ਦੇ ਨਾਲ ਵਧੀਆ ਕਨਵਰਸ ਕਰਦੇ ਸੀਗੇ, ਠੀਕ ਹੈ ਨਾ। ਤਾਂ ਇਸ ਚੀਜ਼ ਤੋਂ ਕਾਫੀ ਇੰਪ੍ਰੈਸ ਹੋਏ ਸੀ ਜਹਾਂਗੀਰ, ਤਾਂ ਇਸ ਕਰਕੇ ਕਈ ਸਾਲ ਇਹ ਜਹਾਂਗੀਰ ਦੀ ਕੋਰਟ ਦੇ ਵਿੱਚ ਰਹੇ, ਠੀਕ ਹੈ ਨਾ। ਈਵਨ ਕਿ ਇਹਨੂੰ ਇੱਕ ਮਨਸਬਦਾਰ ਵੀ ਦਿੱਤਾ ਗਿਆ ਸੀਗਾ ਵਿਲੀਅਮ ਹੌਕਿੰਸ ਨੂੰ। ਅੱਗੇ ਪੜ੍ਹਨਾ ਕੀ ਚੀਜ਼ ਹੁੰਦੀ ਆ ਉਹ, ਬਸ ਤੁਸੀਂ ਇਹ ਯਾਦ ਰੱਖਣਾ ਫਿਲਹਾਲ ਕਿ 1608 ਦੇ ਵਿੱਚ ਕੈਪਟਨ ਵਿਲੀਅਮ ਹੌਕਿੰਸ ਗਏ, ਉਹ ਜਹਾਂਗੀਰ ਦੀ ਕੋਰਟ ਦੇ ਵਿੱਚ ਗਏ। ਉਸ ਤੋਂ ਬਾਅਦ 'ਚ ਪਰ ਇਹਨਾਂ ਨੇ ਕੀ ਕੀਤਾ, ਜਹਾਂਗੀਰ ਇੰਪ੍ਰੈਸ ਤਾਂ ਹੋ ਗਏ ਸੀ ਵਿਲੀਅਮ ਹੌਕਿੰਸ ਤੋਂ, ਠੀਕ ਹੈ ਨਾ, ਬਟ ਕੋਈ ਫੈਕਟਰੀ, ਦੇਖੋ ਇਹਨਾਂ ਦਾ ਪਰਪਸ ਕੀ ਸੀ ਕੋਰਟ ਦੇ ਵਿੱਚ ਆਉਣ ਦਾ, ਕਿ ਪਰਮਿਸ਼ਨ ਲੈਣ ਦਾ, ਕਿ ਅਸੀਂ ਟ੍ਰੇਡ ਕਰ ਲਈਏ ਜੀ, ਕਿ ਐਂਪਰਰ ਸਾਹਿਬ ਸਾਨੂੰ ਟ੍ਰੇਡ ਕਰਨ ਦੀ ਪਰਮਿਸ਼ਨ ਦੇ ਦਿਓ। ਦੇਖੋ ਓਬਵੀਅਸਲੀ ਗੱਲ, ਸਾਰੇ ਜਿਹੜੇ ਯੂਰਪੀਅਨ ਸੀ ਟ੍ਰੇਡ ਕਰਨ ਆ ਰਹੇ ਸੀਗੇ, ਇੰਡੀਆ ਦੀ ਟ੍ਰੇਡ ਤੋਂ ਫਾਇਦਾ ਚੱਕਣਾ ਚਾਹ ਰਹੇ ਸੀਗੇ। ਇਸ ਕਰਕੇ ਜਿਹੜਾ ਮੁਗਲ ਐਂਪਰਰ ਦੀ ਪਰਮਿਸ਼ਨ ਤਾਂ ਲੈਣੀ ਪਊਗੀ ਨਾ, ਜੇ ਹੁਣ ਕੋਈ ਇੰਡੀਆ ਦੇ ਵਿੱਚ ਆਉਂਦਾ, ਮੋਦੀ ਸਾਹਿਬ ਦੀ ਪਰਮਿਸ਼ਨ ਤਾਂ ਲੈਣੀ ਪਊਗੀ ਨਾ, ਜਾਂ ਸਰਕਾਰ ਦੀ ਪਰਮਿਸ਼ਨ ਤਾਂ ਲੈਣੀ ਪਊਗੀ, ਤਾਂ ਉਸ ਕਰਕੇ ਜਹਾਂਗੀਰ ਦੀ ਪਰਮਿਸ਼ਨ ਮੰਗਦੇ ਸੀ ਇਹ। ਬਟ ਜਹਾਂਗੀਰ ਨੇ ਕੁਛ ਨਾ ਕੁਛ ਫਾਇਦਾ ਤਾਂ ਦਿੱਤੇ ਉਹਨਾਂ ਨੂੰ, ਵੀ ਤੁਸੀਂ ਇੱਥੇ ਟ੍ਰੇਡ ਕਰ ਲਓ, ਉੱਥੇ ਟ੍ਰੇਡ ਕਰ ਲਓ, ਬਟ ਇੱਕ ਕੋਈ ਪਰਮਾਨੈਂਟ ਸੈਟਲਮੈਂਟ ਦਾ ਪਰਮਿਸ਼ਨ ਨਹੀਂ ਦਿੱਤੀ, ਠੀਕ ਹੈ ਨਾ। ਇਹ ਕੀ ਭਾਲਦੇ ਸੀ ਵੀ ਸਾਨੂੰ ਕੋਈ ਇੱਕ ਸੈਟਲਮੈਂਟ ਦੇ ਦਿਓ, ਅਸੀਂ ਇੱਥੋਂ ਟ੍ਰੇਡ ਕਰ ਲਈਏ, ਤਾਂ ਜਹਾਂਗੀਰ ਨੇ ਇਸ ਚੀਜ਼ ਦੀ ਪਰਮਿਸ਼ਨ ਨਹੀਂ ਦਿੱਤੀ ਹੈਗੀ, ਠੀਕ ਹੈ। 1608 ਦੇ ਵਿੱਚ 1612 ਦੇ ਵਿੱਚ ਕੀ ਹੋਇਆ, ਇੱਕ ਕੈਪਟਨ ਬੈਸਟ ਸੀਗੇ, ਠੀਕ ਹੈ, ਕੈਪਟਨ ਬੈਸਟ, ਉਹਨਾਂ ਨੇ ਪੋਰਟੁਗੀਜ਼ ਨੂੰ ਹਰਾਤਾ ਸੀਗਾ। ਦੇਖੋ ਪੋਰਟੁਗੀਜ਼ ਵੀ ਇਸ ਟਾਈਮ 'ਤੇ ਸੀਗੇ, ਠੀਕ ਹੈ ਨਾ, ਪੋਰਟੁਗੀਜ਼ ਵੀ ਸੀਗੇ ਇਸ ਟਾਈਮ 'ਤੇ। ਤਾਂ ਜਿਵੇਂ ਕਿ ਆਪਾਂ ਨੇ ਪਹਿਲਾਂ ਡੱਚ ਤੇ ਇੰਗਲਿਸ਼ ਦੀ ਰਾਈਵਲਰੀ ਦੇਖੀ ਹੈ, ਉਸੇ ਤਰ੍ਹਾਂ ਪੋਰਟੁਗੀਜ਼ ਤੇ ਇੰਗਲਿਸ਼ ਦੇ ਵਿੱਚ ਵੀ ਕਾਫੀ ਰਾਈਵਲਰੀਜ਼ ਰਹੀਆਂ ਨੇ, ਇੰਗਲਿਸ਼ ਵਰਸਸ ਪੋਰਟੁਗੀਜ਼, ਠੀਕ ਹੈ ਨਾ। ਇਹਨਾਂ ਨੇ ਵੀ ਕਾਫੀ ਲੜਾਈਆਂ ਲੜੀਆਂ ਨੇਗੀਆਂ, ਠੀਕ ਹੈ ਨਾ। 1612 ਦੇ ਵਿੱਚ ਕੀ ਹੋਇਆ, ਕੈਪਟਨ ਬੈਸਟ ਨੇ ਪੋਰਟੁਗੀਜ਼ ਦੀ ਫਲੀਟ ਨੂੰ ਹਰਾਤਾ ਸੀ। ਦੇਖੋ ਉਸ ਟਾਈਮ 'ਤੇ ਜਿਹੜੀ ਇੰਗਲਿਸ਼ ਦੀ ਜਿਹੜੀ ਨੇਵੀ ਸੀ ਨਾ, ਉਹ ਵਰਲਡ ਦੀ ਬੈਸਟ ਸੀਗੀ। ਜਿਹੜੀ ਇੰਗਲਿਸ਼ ਦੀ ਨੇਵੀ ਸੀ, ਉਹ ਵਰਲਡ ਦੀ ਆਲਮੋਸਟ ਬੈਸਟ ਕਹਿ ਸਕਦੇ ਆਪਾਂ। ਇਹੀ ਕਾਰਨ ਸੀ ਕਿ ਜਿਹੜੇ ਇੰਗਲਿਸ਼ ਨੇ ਉਹ ਮੈਕਸਿਮਮ ਕਲੋਨੀਜ਼ ਬਣਾ ਪਾਏ, ਮੈਕਸਿਮਮ ਕੰਟਰੀਜ਼ ਦੇ ਉੱਪਰ ਰੂਲ ਕਰ ਪਾਏ, ਕਿ ਇਹਨਾਂ ਦੀ ਨੇਵੀ ਬਹੁਤ ਤਗੜੀ ਸੀਗੀ ਆਪਾਂ ਕਹਿ ਸਕਦੇ ਹਾਂ, ਠੀਕ ਹੈ ਨਾ। ਇਹੀ ਨੇਵੀ ਤਗੜੀ ਹੋਣ ਦਾ ਕਾਰਨ ਇਹ ਸੀ ਕਿ ਪੁਰਤਗਾਲੀਆਂ ਦੇ ਨੂੰ ਵੀ ਹਰਾਤਾ ਸੀ। ਈਵਨ ਕਿ ਆਪਾਂ ਪਹਿਲਾਂ ਪੜ੍ਹ ਕੇ ਹਟੇ ਹਾਂ ਕਿ ਪੁਰਤਗਾਲੀਆਂ ਦੀ ਜਿਹੜੀ ਸ਼ਿਪਸ ਸੀਗੀਆਂ ਬਹੁਤ ਵਧੀਆ ਸੀਗੀਆਂ, ਉਹਨਾਂ ਨੇ ਵੀ ਜਿਹੜਾ ਨੇਵਲ ਸਟਾਰਟ ਕੀਤਾ, ਬਟ ਇੰਗਲਿਸ਼ ਦੀ ਨੇਵੀ ਸੀ ਉਹ ਉਸ ਤੋਂ ਵੀ ਜ਼ਿਆਦਾ ਤਗੜੀ ਸੀਗੀ, ਠੀਕ ਹੈ। ਤਾਂ ਇੰਗਲਿਸ਼ ਨੇ ਪੋਰਟੁਗੀਜ਼ ਨੂੰ ਹਰਾਤਾ ਸੀ। ਜਹਾਂਗੀਰ ਇਸ ਚੀਜ਼ ਤੋਂ ਇੰਪ੍ਰੈਸ ਹੋਇਆ ਸੀਗਾ ਅਗੇਨ, ਕਿ ਹਾਂ ਬ੍ਰਿਟਿਸ਼ਰਸ ਕੋਲੇ ਇੰਨੀ ਵਧੀਆ ਨੇਵੀ ਹੈਗੀ ਹੈ, ਅਤੇ ਮੁਗਲ ਅੰਪਾਇਰ ਕੋਲ ਤਾਂ ਕੋਈ ਨੇਵੀ ਨਹੀਂ ਸੀਗੀ, ਠੀਕ ਹੈ ਨਾ, ਕੋਈ ਨੇਵੀ ਨਾਮ ਦੀ ਕੋਈ ਚੀਜ਼ ਹੈ ਨਹੀਂ ਸੀ ਮਤਲਬ ਆਲਮੋਸਟ, ਠੀਕ ਹੈ ਨਾ, ਇੱਦਾਂ ਕੁਛ। ਤਾਂ ਇਹਨਾਂ ਦੀ ਜਿਹੜੀ ਬ੍ਰਿਟਿਸ਼ਰਸ ਦੀ ਨੇਵੀ ਤੋਂ ਜਹਾਂਗੀਰ ਕਾਫੀ ਇੰਪ੍ਰੈਸ ਹੋਇਆ ਵੀ ਹਾਂ ਵਧੀਆ ਚੀਜ਼ ਇਹਨਾਂ ਕੋਲ ਇੱਕ, ਠੀਕ ਹੈ। ਇਹੀ ਕਾਰਨ ਸੀਗਾ ਕਿ 1600 ਜਿਹੜੀ ਪਰਮਿਸ਼ਨ ਇਹਨੇ ਪਹਿਲਾਂ ਡਿਨਾਈ ਕਰਤੀ ਸੀ ਜਹਾਂਗੀਰ ਨੇ, ਕਿ ਟ੍ਰੇਡ ਨਹੀਂ ਮਤਲਬ ਪਰਮਾਨੈਂਟ ਪੋਸਟ ਨਹੀਂ ਰੱਖਣੀ, ਇਸ ਚੀਜ਼ ਤੋਂ ਇੰਪ੍ਰੈਸ ਹੋ ਕੇ ਅਗਲੇ ਸਾਲ ਹੀ ਪਰਮਿਸ਼ਨ ਦੇ ਦਿੱਤੀ ਕਿ ਤੁਸੀਂ ਸੂਰਤ ਦੇ ਵਿੱਚ ਫੈਕਟਰੀ ਆਪਣੀ ਲਗਾ ਲਓ, ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ ਨਾ। ਇਹ ਚੀਜ਼ ਇਹਨਾਂ ਨੇ ਕਹਿ ਤਾ 1613 ਦੇ ਵਿੱਚ। ਇਹ ਇੰਪੋਰਟੈਂਟ ਬਣ ਜਾਂਦਾ ਜੀ, ਸੂਰਤ ਵੀ ਇੰਪੋਰਟੈਂਟ ਬਣ ਜਾਂਦਾ ਹੈ ਅਤੇ 1613 ਵੀ ਇੰਪੋਰਟੈਂਟ ਬਣ ਜਾਂਦਾ, ਠੀਕ ਹੈ, ਕਿ 1613 ਦੇ ਵਿੱਚ ਪਰਮਿਸ਼ਨ ਮਿਲ ਗਈ ਸੀ ਫੈਕਟਰੀ ਲਗਾਉਣ ਦੀ। ਕਿਉਂ ਮਿਲੀ ਸੀ, ਕਿਉਂਕਿ 1612 ਦੇ ਵਿੱਚ ਇੱਕ ਸਾਲ ਪਹਿਲਾਂ ਉਹ ਇੰਪ੍ਰੈਸ ਹੋ ਗਏ ਸੀ ਕਿ ਹਾਂ ਇਹਨਾਂ ਦੀ ਨੇਵੀ ਬਹੁਤ ਘੈਂਟ ਹੈਗੀ, ਠੀਕ ਹੈ। ਇੱਕ ਹੋਰ ਵੀ ਕਾਰਨ ਹੈਗੀ ਕਿ ਜਦੋਂ ਇਹਨਾਂ ਨੇ ਪਹਿਲਾਂ ਇਹ ਪਰਮਿਸ਼ਨ ਨਹੀਂ ਦਿੱਤੀ ਸੀ, ਪਹਿਲਾਂ 1608 ਦੇ ਵਿੱਚ ਪਰਮਿਸ਼ਨ ਨਹੀਂ ਦਿੱਤੀ ਸੀ ਜਹਾਂਗੀਰ ਨੇ, ਕਿਉਂਕਿ ਜਿਹੜੇ ਪੋਰਟੁਗੀਜ਼ ਸੀਗੇ ਇਹ ਜਹਾਂਗੀਰ ਦੇ ਕਾਫੀ ਕਲੋਜ਼ ਸੀਗੇ, ਠੀਕ ਹੈ ਨਾ। ਪੋਰਟੁਗੀਜ਼ ਕਿਉਂਕਿ 100 ਸਾਲ ਪਹਿਲਾਂ ਆ ਰਹੇ ਨੇਗੇ, 1500 ਦੇ ਵਿੱਚ ਆ ਰਹੇ ਸੀਗੇ, ਠੀਕ ਹੈ ਨਾ। ਤਾਂ ਇਹਨਾਂ ਨੇ ਕਾਫੀ ਲਿੰਕ ਬਣਾ ਲਏ ਸੀ ਆਪਣੇ ਸਰਕਾਰ ਦੇ ਵਿੱਚ ਵੀ, ਅਤੇ ਹੋਰ ਵੀ ਕੋਰਟ ਦੇ ਵਿੱਚ ਵੀ, ਅਤੇ ਕਾਫੀ ਲਿੰਕ ਸੀਗੇ ਇਹਨਾਂ ਨੇ। ਇਸ ਕਰਕੇ ਜਿਹੜਾ ਹੋਰ ਕੰਟਰੀਜ਼ ਨੇ, ਹੋਰ ਯੂਰਪੀਅਨ ਟ੍ਰੇਡਰਸ ਨੇ, ਉਹ ਪੋਰਤੁਗੀਜ਼ ਨੂੰ ਪਸੰਦ ਨਹੀਂ ਸੀ ਵੀ ਹੋਰ ਲੋਕ ਆਉਣ, ਠੀਕ ਹੈ ਨਾ। ਤਾਂ ਇਹੀ ਕਾਰਨ ਸੀ ਜਹਾਂਗੀਰ ਨੇ ਪਹਿਲਾਂ ਪਰਮਿਸ਼ਨ ਡਿਨਾਈ ਕਰਤੀ ਸੀ। ਬਟ ਜਦੋਂ ਪੁਰਤਗਾਲ ਨੂੰ ਹੀ ਹਰਾਤਾ,
ਇੰਗਲਿਸ਼ ਨੇ, ਤਾਂ ਫਿਰ ਅਗਲਾ ਫਿਰ ਜਹਾਂਗੀਰ ਕਹਿੰਦਾ ਇਹ ਕੌਣ ਕਾਹਦੇ ਵਿਚਾਰੇ ਨੇ, ਕਹਿੰਦਾ ਠੀਕ ਹੈ ਨਾ, ਫਿਰ ਮੈਂ ਕਿਉਂ ਸੁਣਾ ਪੁਰਤਗਾਲੀਆਂ ਦੀ। ਫਿਰ ਉਹਨਾਂ ਨੇ ਇੰਗਲਿਸ਼ ਨੂੰ ਪਰਮਿਸ਼ਨ ਦੇ ਦਿੱਤੀ ਕਿ ਤੁਸੀਂ ਫੈਕਟਰੀ ਲਗਾ ਲਓ, ਠੀਕ ਹੈ। 1616 ਦੇ ਵਿੱਚ ਕੀ ਹੋਇਆ, ਪਹਿਲੀ ਫੈਕਟਰੀ ਇਹਨਾਂ ਨੇ ਸਾਊਥ ਦੇ ਵਿੱਚ ਲਗਾਈ, ਮਸੂਲੀਪਟਨਮ, ਠੀਕ ਹੈ ਨਾ, ਸਾਊਥ ਦੇ ਵਿੱਚ। ਬਸ ਆਹ ਜ਼ਿਆਦਾ ਇੰਪੋਰਟੈਂਟ ਹੈ ਜੀ 1613 ਵਾਲਾ, ਠੀਕ ਹੈ। ਇਹ ਵੀ ਕਾਫੀ ਇੰਪੋਰਟੈਂਟ ਬਣ ਜਾਂਦਾ ਜੀ 1717 ਦੇ ਵਿੱਚ। ਫਰੂਖਸ਼ੀਰ ਫਰਮਾਨ, ਫਰੂਖਸ਼ੀਰ ਇੱਕ ਮੁਗਲ ਐਂਪਰਰ ਸੀਗਾ, ਠੀਕ ਹੈ ਨਾ, ਜਿਵੇਂ ਜਹਾਂਗੀਰ, ਔਰੰਗਜ਼ੇਬ, ਠੀਕ ਹੈ ਨਾ, ਉਦੋਂ ਅੱਗੇ ਚੱਲ ਕੇ ਫਰੂਖਸ਼ੀਰ ਵੀ ਇੱਕ ਐਂਪਰਰ ਸੀਗਾ। ਇਹਦਾ ਟਾਈਮ ਪੀਰੀਅਡ ਕੀ ਸੀ ਜੀ, ਆਲਮੋਸਟ 1713 ਤੋਂ ਲੈ ਕੇ 1719 ਆਲਮੋਸਟ, ਠੀਕ ਹੈ ਨਾ, ਇਹ ਟਾਈਮ ਪੀਰੀਅਡ ਸੀਗਾ 13 ਤੋਂ ਲੈ ਕੇ 19 ਤੱਕ, 6-7 ਸਾਲ ਹੀ ਸੀ ਬਸ। ਤਾਂ ਉਸ ਛੋਟੇ ਜਿਹੇ ਟਾਈਮ ਪੀਰੀਅਡ ਦੇ ਦੌਰਾਨ ਹੀ 1717 ਦੇ ਵਿੱਚ ਇਹਨੇ ਇੱਕ ਫਰਮਾਨ ਜਾਰੀ ਕੀਤਾ ਜਿਹੜਾ ਕਿ ਮੈਗਨਾ ਕਾਰਟਾ, ਕਾਫੀ ਇੰਪੋਰਟੈਂਟ ਹੈ ਜੀ, ਮੈਗਨਾ ਕਾਰਟਾ ਕਿਹਾ ਜਾਣ ਲੱਗਿਆ ਕੰਪਨੀ ਦਾ। ਇਹਦੇ ਵਿੱਚ ਕੀ ਸੀ, ਇਹ ਫਰਮਾਨ ਦੇ ਵਿੱਚ ਕੀ ਸੀਗਾ, ਫਰਮਾਨ ਸਿੰਪਲੀ ਆਰਡਰ ਸਮਝ ਲਓ ਤੁਸੀਂ, ਠੀਕ ਹੈ ਨਾ, ਇੱਕ ਆਰਡਰ ਇਸ਼ੂ ਕਰਤਾ, ਇੱਕ ਨੋਟੀਫਿਕੇਸ਼ਨ ਜਾਰੀ ਕਰਤੀ ਕਿ ਹਾਂ ਇਹ ਚੀਜ਼ ਹੋਣੀ ਚਾਹੀਦੀ ਹੈ, ਠੀਕ ਹੈ ਨਾ, ਕਿ ਕੰਪਨੀ ਨੂੰ ਕਾਫੀ ਪ੍ਰਿਵਿਲੇਜ ਦੇਤੀਆਂ, ਕਾਫੀ ਫਰੀडम ਦੇਤੀਆਂ ਕਿ ਤੁਸੀਂ ਟਰੇਡ ਕਰੋ, ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ ਨਾ। ਇੱਕ ਦਸਤਕ ਨਾਮ ਦੀ ਚੀਜ਼ ਲੈ ਕੇ ਆਂਦੀ, ਦਸਤਕ ਕੀ ਸੀਗੇ, ਪਾਸ ਸੀਗੇ, ਦਸਤਕ ਕੀ ਸੀ, ਪਾਸ ਸੀਗੇ, ਕਿ ਜਿਸ ਨਾਲ ਜਿਹੜੇ ਇੰਗਲਿਸ਼ ਸੀਗੇ ਜਾਂ ਇੰਗਲੈਂਡ ਦੇ ਲੋਕ ਸੀ, ਇੰਗਲੈਂਡ ਦੇ ਟਰੇਡਰ ਸੀਗੇ, ਜਾਂ ਇੰਗਲਿਸ਼ ਬ੍ਰਿਟਿਸ਼ ਇੰਡੀਅਨ ਕੰਪਨੀ ਸੀਗੀ, ਈਸਟ ਇੰਡੀਆ ਕੰਪਨੀ ਸੀਗੀ, ਉਹ ਫਰੀਲੀ ਟਰੇਡ ਕਰ ਪਾ ਰਹੀ ਸੀ, ਸਿਰਫ ਕੁਝ ਉਹਨਾਂ ਨੂੰ ਇੱਕ ਲਮਸਮ ਅਮਾਊਂਟ ਦੇ ਦੇਣੀ ਸੀਗੀ ਵੀ ਸਾਲਾਨਾ ਅਸੀਂ ਲਗਭਗ ਤੁਹਾਨੂੰ 3000 ਰੁਪਏ ਦੇ ਦਾਂਗੇ, ਅਤੇ ਸਾਨੂੰ ਫਿਰ ਕੋਈ ਖਰਚਾ ਨਾ ਪਾਈਓ, ਕੋਈ ਟੈਕਸੇਸ਼ਨ ਨਾ ਪਾਈਓ, ਕੋਈ ਕਸਟਮ ਡਿਊਟੀ ਨਾ ਪਾਈਓ, ਠੀਕ ਹੈ ਨਾ, ਕੋਈ ਸਾਡੇ ਤੋਂ ਟੈਕਸ ਨਾ ਵਸੂਲੀਓ, ਹੋਰ ਸਾਡੇ ਤੋਂ ਲਮਸਮ ਤੇ ਤੁਸੀਂ 3000 ਰੁਪਏ ਲੈ ਲਓ, ਠੀਕ ਹੈ ਨਾ। ਤਾਂ ਮਤਲਬ ਇੱਦਾਂ ਇੱਕ ਦਸਤਕ ਇਸ਼ੂ ਕਰਤਾ, ਪਾਸ ਇਸ਼ੂ ਕਰਤਾ ਇਸ ਫਰਮਾਨ ਦੇ ਅਕੋਰਡਿੰਗ ਕਿ ਤੁਸੀਂ ਕੋਈ ਦਿੱਕਤ ਨਹੀਂ, ਟਰੇਡ ਕਰੋ, ਰੱਜ ਕੇ ਟਰੇਡ ਕਰੋ, ਠੀਕ ਹੈ ਨਾ, ਇਹ ਚੀਜ਼ ਹੈਗੀ। ਤਾਂ ਇਹ ਜਿਹੜਾ ਕਿਹਾ ਜਾਂਦਾ ਹੈ ਕਿ ਮੈਗਨਾ ਕਾਰਟਾ ਵੀ ਤੁਹਾਨੂੰ ਦੱਸੂਗਾ ਮੈਂ ਵੀ ਕੀ ਚੀਜ਼ ਹੁੰਦੀ ਹੈ, ਬਾਰ-ਬਾਰ ਯੂਜ਼ ਹੋਊਗਾ, ਡਿਫਰੈਂਟ ਜਗ੍ਹਾ 'ਤੇ ਯੂਜ਼ ਹੋਊਗਾ ਮੈਗਨਾ ਕਾਰਟਾ, ਠੀਕ ਹੈ ਨਾ। ਇਹ ਤੁਹਾਨੂੰ ਦੱਸੂਗਾ ਮੈਂ ਵੀ ਇਹ ਕਿਉਂ ਇਹਨੂੰ ਮੈਗਨਾ ਕਾਰਟਾ ਹੁੰਦਾ ਕੀ ਹੈ ਬੇਸਿਕਲੀ, ਠੀਕ ਹੈ ਨਾ। ਬਟ ਤੁਸੀਂ ਫਿਲਹਾਲ ਲਈ ਇਹ ਯਾਦ ਰੱਖਣਾ ਹੈ ਕਿ 1717 ਦੇ ਵਿੱਚ ਫਰੂਖਸ਼ੀਰ ਨੇ ਫਰਮਾਨ ਜਾਰੀ ਕੀਤਾ, ਉਹਨੂੰ ਮੈਗਨਾ ਕਾਰਟਾ ਕਿਹਾ ਜਾਣ ਲੱਗਿਆ ਕੰਪਨੀ ਦਾ, ਠੀਕ ਹੈ ਨਾ। ਉਹ ਫਰਮਾਨ ਕੀ ਸੀਗਾ ਵੀ ਤੁਸੀਂ ਕੁਝ ਪੈਸੇ ਲਮਸਮ ਦੇ ਦਿਓ ਅਤੇ ਫਿਰ ਟਰੇਡ ਕਰੋ, ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ। ਅੱਛਾ, ਫਰਿਆਦ ਕੌਣ ਲੈ ਕੇ ਆਇਆ ਸੀ ਇਹਦੇ ਵਿੱਚ ਇਸ ਚੀਜ਼ ਵਾਸਤੇ, ਜੌਨ ਸੁਰਮਨ, ਇਹ ਵੀ ਆਪਾਂ ਯਾਦ ਰੱਖ ਸਕਦੇ ਹਾਂ, ਜੌਨ ਸੁਰਮਨ ਨੇ ਫਰਮਨ ਲਿਆ, ਆਪਾਂ ਇੱਥੋਂ ਯਾਦ ਰੱਖ ਸਕਦੇ ਹਾਂ, ਸੁਰਮਨ ਨੇ ਫਰਮਾਨ ਨੇ ਫਰਮਾਨ ਲਿਆ, ਠੀਕ ਹੈ ਨਾ, ਇਹ ਚੀਜ਼ ਯਾਦ ਰੱਖ ਸਕਦੇ ਹਾਂ, ਠੀਕ ਹੈ ਨਾ। ਇਹ ਇੰਗਲਿਸ਼ ਦਾ ਆਫੀਸਰ ਸੀਗਾ ਇੱਕ, ਠੀਕ ਹੈ ਨਾ, ਕਿ ਜਿਹੜਾ ਕਿ ਕੋਰਟ ਦੇ ਵਿੱਚ ਜਾ ਕੇ, ਫਰੂਖਸ਼ੀਰ ਦੀ ਕੋਰਟ ਦੇ ਵਿੱਚ ਜਾ ਕੇ ਫਰਿਆਦ ਲੱਗੇਗਾ ਕਿ ਸਰ ਸਾਨੂੰ ਟਰੇਡ ਕਰਨ ਦੀ ਫਰੀडम ਚਾਹੀਦੀ ਹੈ। ਫਿਰ ਫਰੂਖਸ਼ੀਰ ਨੇ ਇਹਨੂੰ ਇਹ ਅਲਾਓ ਕਰਤਾ ਸੀਗਾ, ਠੀਕ ਹੈ ਨਾ, ਇਹ ਚੀਜ਼ ਆ। ਥੋੜ੍ਹਾ ਜਿਹਾ ਆਪਾਂ ਟਾਈਮ ਲਾਈਨ ਦੇਖ ਲੈਂਦੇ ਹਾਂ, ਠੀਕ ਹੈ ਨਾ। ਆਪਾਂ ਪਹਿਲਾਂ ਤਾਂ ਆਪਾਂ ਦੇਖ ਲਿਆ ਕਿ 1600 ਦੇ ਵਿੱਚ ਕੰਪਨੀ ਬਣੀ, 8 ਦੇ ਵਿੱਚ ਵਿਲੀਅਮ ਹੌਕਿੰਸ ਆਇਆ, 12 ਦੇ ਵਿੱਚ ਉਹਨਾਂ ਨੇ ਪੁਰਤਗਾਲੀ ਨੂੰ ਹਰਾਤਾ, 13 ਦੇ ਵਿੱਚ ਸੂਰਤ ਦੇ ਵਿੱਚ ਫੈਕਟਰੀ ਬਣ ਗਈ, ਠੀਕ ਹੈ। 1717 ਦੇ ਵਿੱਚ ਫਰੂਖਸ਼ੀਰ ਦਾ ਫਰਮਾਨ ਆ ਗਿਆ, ਠੀਕ ਹੈ ਨਾ, ਇਹ ਚੀਜ਼ ਹੈਗੀ। ਥੋੜ੍ਹਾ ਜਿਹਾ ਆਪਾਂ ਇਦੋਂ ਪਹਿਲਾਂ ਦੀ ਹਿਸਟਰੀ ਵੀ ਦੇਖ ਲਈਏ। 1632 ਦੇ ਵਿੱਚ ਇੱਕ ਗੋਲਡਨ ਫਰਮਾਨ ਕਿਹਾ ਜਾਂਦਾ ਹੈ, ਦੇਖੋ ਇਹ ਧਿਆਨ ਰੱਖਣਾ ਹੈ, ਇਹ ਗੋਲਡਨ ਫਰਮਾਨ ਹੈ 1632 ਵਾਲਾ, ਅਤੇ ਜਿਹੜਾ ਫਰੂਖਸ਼ੀਰ ਦਾ ਫਰਮਾਨ ਹੈ ਉਹ ਮੈਗਨਾ ਕਾਰਟਾ ਹੈਗਾ। ਇਹ ਥੋੜ੍ਹਾ ਜਿਹਾ ਡਿਫਰੈਂਸ ਧਿਆਨ ਰੱਖਣਾ ਹੈ, ਮੈਗਨਾ ਕਾਰਟਾ ਕਾਫੀ ਬਾਅਦ 'ਚ ਆਇਆ ਹੈਗਾ, ਜਿਹੜਾ ਗੋਲਡਨ ਫਰਮਾਨ ਸੀ ਕਾਫੀ ਪਹਿਲਾਂ ਸੀ 1632 ਦੇ ਵਿੱਚ, ਠੀਕ ਹੈ। ਕਿਹਨੇ ਇਸ਼ੂ ਕੀਤਾ, ਇਹ ਮੁਗਲ ਐਂਪਰਰ ਨੇ ਨਹੀਂ ਇਸ਼ੂ ਕੀਤਾ, ਕਿਹਨੇ ਇਸ਼ੂ ਕੀਤਾ, ਇਹ ਸੁਲਤਾਨ ਆਫ ਗੋਲਕੋਂਡਾ ਨੇ। ਜਿਹੜਾ ਗੋਲਡਨ ਫਰਮਾਨ ਹੈ, ਗੋਲ ਤੋਂ ਗੋਲ, ਗੋਲਕੋਂਡਾ ਤੋਂ ਗੋਲ, ਠੀਕ ਹੈ ਨਾ। ਤਾਂ ਆਪਾਂ ਯਾਦ ਰੱਖਦੇ ਹਾਂ ਕਿ ਗੋਲਕੋਂਡਾ ਦੇ ਸੁਲਤਾਨ ਨੇ ਗੋਲਡਨ ਫਰਮਾਨ ਇਸ਼ੂ ਕੀਤਾ, ਕਦੋਂ ਇਸ਼ੂ ਕੀਤਾ, 1632 ਦੇ ਵਿੱਚ, 16 ਦੂਣਾ 32, ਠੀਕ ਹੈ ਨਾ, ਗੋਲ 16 ਦੂਣਾ 32, ਕੁਛ ਨਾ ਕੁਛ ਲਿੰਕ ਬਣ ਜੂਗਾ ਇਸ ਤੋਂ, ਠੀਕ ਹੈ। ਇਹਨੇ ਵੀ ਇਹੀ ਚੀਜ਼ ਕੀਤੀ ਕਿ ਕੁਝ ਤੁਸੀਂ ਲਮਸਮ ਅਮਾਊਂਟ ਦੇ ਦਿਓ ਮੈਨੂੰ, ਫਿਰ ਫਰੀਲੀ ਟਰੇਡ ਕਰੋ, ਠੀਕ ਹੈ ਨਾ, ਗੋਲਕੋਂਡਾ ਦੇ ਵਿੱਚ, ਕਿਉਂਕਿ ਗੋਲਕੋਂਡਾ ਦਾ ਸੁਲਤਾਨ ਸੀ ਤਾਂ ਉੱਥੋਂ ਦੀ ਹੀ ਪਰਮਿਸ਼ਨ ਦੇ ਸਕਦਾ ਨਾ, ਕਿ ਆਪਣੇ ਜਿੱਥੇ ਇਹਦਾ ਰੂਲ ਸੀਗਾ ਸੁਲਤਾਨ ਦਾ, ਤਾਂ ਕਹਿੰਦਾ ਵੀ ਤੁਸੀਂ ਗੋਲਕੋਂਡਾ ਦੇ ਵਿੱਚ ਟਰੇਡ ਕਰੋ, ਮੈਨੂੰ ਕੁਛ ਅਮਾਊਂਟ ਲਮਸਮ ਦੇ ਦਿਓ, ਠੀਕ ਹੈ। ਤਾਂ ਇਹਨੂੰ ਵੀ ਗੋਲਡਨ ਫਰਮਾਨ ਕਿਹਾ ਜਾਣ ਲੱਗਿਆ। ਗੋਲਕੋਂਡਾ ਹੈ ਕਿੱਥੇ ਹੈ ਜੀ, ਸਾਊਥ ਦੇ ਵਿੱਚ, ਠੀਕ ਹੈ ਨਾ। ਅਤੇ ਹੁਣ ਸਾਊਥ ਦੇ ਵਿੱਚ ਇਹ ਪੈਰ ਜਮਾਉਣ ਲੱਗ ਗਏ ਸੀਗੇ। ਆਪਾਂ ਨੇ ਦੇਖਿਆ ਵੀ 1616 ਦੇ ਵਿੱਚ ਮਸੂਲੀਪਟਨਮ ਗਏ ਸੀਗੇ, ਠੀਕ ਹੈ ਨਾ, ਮਸੂਲੀਪਟਨਮ ਵੀ ਸਾਊਥ ਦੇ ਵਿੱਚ ਹੈ, ਗੋਲਕੋਂਡਾ। ਫਿਰ ਮਦਰਾਸ 1639 ਦੇ ਵਿੱਚ ਇਹਨਾਂ ਨੇ ਮਦਰਾਸ ਦੇ ਵਿੱਚ ਟਰੇਡਿੰਗ ਤਾਂ ਕਰ ਰਹੇ ਸੀ ਆਲਰੇਡੀ ਇਹ, ਠੀਕ ਹੈ, ਮਦਰਾਸ ਦੇ ਵਿੱਚ ਟਰੇਡਿੰਗ ਤਾਂ ਕਰ ਰਹੇ ਸੀਗੇ। ਹੁਣ ਇਸ ਫੈਕਟਰੀ ਨੂੰ ਫੋਰਟੀਫਾਈ ਕਰਨ ਦੀ ਪਰਮਿਸ਼ਨ ਵੀ ਮਿਲ ਗਈ, ਫੋਰਟੀਫਾਈ ਮਤਲਬ ਕਿਲ੍ਹੇਬੰਦੀ ਕਰਨ ਦੀ। ਆਹ ਮਦਰਾਸ ਹੈ, ਪਹਿਲਾਂ ਕੋਈ ਵੀ ਆਇਆ ਜਾ ਰਿਹਾ ਸੀਗਾ, ਹੁਣ
ਕੰਪਨੀ ਕਹਿ ਰਹੀ ਸੀਗੀ ਕਿ ਸਾਨੂੰ ਪਰਮਿਸ਼ਨ ਚਾਹੀਦੀ ਹੈ, ਅਸੀਂ ਇਹਨੂੰ ਕਿਲ੍ਹੇਬੰਦੀ ਕਰੀਏ ਕਿ ਸਾਡੀ ਪੂਰਾ ਪਰਮਾਨੈਂਟ ਡਿਪੋ ਬਣ ਜਾਏ ਸਾਡਾ ਇਹ, ਠੀਕ ਹੈ ਨਾ, ਸਾਡੀ ਪਰਮਿਸ਼ਨ ਤੋਂ ਬਿਨਾਂ ਕੋਈ ਆ ਜਾ ਨਾ ਸਕੇ। ਇਸ ਕਰਕੇ ਇਹਨੂੰ ਫੋਰਟੀਫਾਈ ਕਰਨ ਦੀ ਪਰਮਿਸ਼ਨ ਮਿਲ ਗਈ ਸੀਗੀ। ਅਤੇ ਲੇਟਰ ਆਉਣ ਵਾਲੇ ਟਾਈਮ 'ਚ ਜਿਹੜਾ ਇਹ ਫੈਕਟਰੀ ਸੀਗੀ ਇਹਨੂੰ ਫੋਰਟ ਸੈਂਟ ਜੋਰਜ ਕਿਹਾ ਜਾਣ ਲੱਗ ਪਿਆ। ਇਹ ਵੀ ਕਾਫੀ ਇੰਪੋਰਟੈਂਟ ਹੈ ਜੀ ਕਿ ਫੋਰਟ ਸੈਂਟ ਜੋਰਜ ਕਿਹੜਾ ਹੈਗਾ, ਉਹ ਮਦਰਾਸ ਹੈਗਾ, ਠੀਕ ਹੈ। 1639 ਦੇ ਵਿੱਚ ਪਰਮਿਸ਼ਨ ਮਿਲ ਗਈ ਕਿ ਕਿਲ੍ਹੇਬੰਦੀ ਕਰ ਲਓ। ਆਉਣ ਵਾਲੇ ਟਾਈਮ ਦੇ ਵਿੱਚ ਉਸ ਕਿਲ੍ਹੇ ਨੂੰ ਫੋਰਟ ਦਾ ਮਤਲਬ ਕੀ ਹੈ, ਦੇਖੋ ਕਿਲ੍ਹਾ ਹੀ ਹੈ, ਉਸ ਜਿਹੜਾ ਫੋਰਟੀਫਾਈਡ ਫੈਕਟਰੀ ਸੀ ਮਦਰਾਸ ਨੂੰ ਫੋਰਟ ਸੈਂਟ ਜੋਰਜ ਕਿਹਾ ਜਾਣ ਲੱਗਿਆ, ਠੀਕ ਹੈ। 1668 ਦੇ ਵਿੱਚ ਕੀ ਹੋਇਆ, ਬੰਬੇ, ਦੇਖੋ ਬੰਬੇ ਕਾਫੀ ਇੰਪੋਰਟੈਂਟ ਟੈਰੀਟਰੀ ਰਹੀ ਹੈ ਬ੍ਰਿਟਿਸ਼ਰਸ ਦੀ, ਠੀਕ ਹੈ ਨਾ। ਜਿਹੜੀ ਕੰਪਨੀ ਹੈ ਉਹਨੇ ਬੰਬੇ ਐਕਵਾਇਰ ਕਰ ਲਿਆ, ਕਿਸ ਤੋਂ ਕੀਤਾ, ਇੰਗਲੈਂਡ ਦੇ ਰਾਜੇ ਤੋਂ। ਇੰਗਲੈਂਡ ਦੇ ਰਾਜੇ ਤੋਂ ਬੰਬੇ ਐਕਵਾਇਰ ਕਰ ਲਿਆ। ਦੇਖੋ ਆਹ ਰਾਜ ਹੈ, ਆਹ ਕੰਪਨੀ ਹੈ। ਕੰਪਨੀ ਕਿਹੜੀ, ਜਿਹੜੀ ਰੂਲ ਕਰ ਰਹੀ ਹੈ ਇੰਡੀਆ ਦੇ ਉੱਪਰ। ਤੁਸੀਂ ਧਿਆਨ ਦੇਣਾ ਫਿਲਹਾਲ ਸਿਰਫ ਕੰਪਨੀ ਰੂਲ ਕਰ ਰਹੀ ਹੈ ਇੰਡੀਆ ਦੇ ਉੱਪਰ, ਕੋਈ ਰਾਜਾ ਮਹਾਰਾਜਾ ਕੋਈ ਇੰਗਲੈਂਡ ਦਾ ਨਹੀਂ ਆਇਆ ਹੈਗਾ। ਇੰਗਲੈਂਡ ਦੀ ਇੱਕ ਪ੍ਰਾਈਵੇਟ ਕੰਪਨੀ ਹੈ, ਉਹ ਰੂਲ ਕਰ ਰਹੀ ਹੈ ਇੰਡੀਆ ਦੇ ਉੱਪਰ ਫਿਲਹਾਲ, ਠੀਕ ਹੈ। ਤਾਂ 1668 ਦੇ ਵਿੱਚ ਕੀ ਹੋਇਆ, ਜਿਹੜਾ ਇੰਗਲੈਂਡ ਦਾ ਰਾਜਾ ਸੀ ਇਹਦੇ ਕੋਲੇ ਬੰਬੇ ਸੀਗਾ। ਇਹ ਆਪਾਂ ਦੇਖਦੇ ਹਾਂ ਬੰਬੇ ਕਿਵੇਂ ਆਇਆ ਇਹਦੇ ਕੋਲੇ। ਰਾਜਾ ਤਾਂ ਉਹ ਇੰਗਲੈਂਡ ਦਾ ਸੀਗਾ, ਠੀਕ ਹੈ, ਤਾਂ ਇਹਦੇ ਕੋਲੇ ਬੰਬੇ ਆਇਆ। ਇਹਦੇ ਕੋਲੇ ਬੰਬੇ ਕਿਵੇਂ ਆਇਆ, ਪੁਰਤਗਾਲੀਆਂ ਤੋਂ ਆਇਆ। ਦੇਖੋ ਪੁਰਤਗਾਲੀ ਤਾਂ ਕਾਫੀ ਪਹਿਲਾਂ ਤੋਂ ਇੰਡੀਆ ਦੇ ਵਿੱਚ ਆ ਰਹੇ ਸੀਗੇ, ਠੀਕ ਹੈ ਨਾ, ਪੋਰਟੁਗੀਜ਼ ਸੀਗੇ ਜਿਹੜੇ ਕਾਫੀ ਪਹਿਲਾਂ ਤੋਂ ਇੰਡੀਆ ਦੇ ਵਿੱਚ ਆ ਰਹੇ ਸੀ। ਕਾਫੀ ਪਹਿਲਾਂ ਆ ਕੇ ਇਹਨਾਂ ਨੇ ਬੰਬੇ ਐਕਵਾਇਰ ਕਰ ਲਿਆ ਸੀਗਾ, ਬੰਬੇ ਐਕਵਾਇਰ ਕਰ ਲਿਆ ਸੀ ਪੁਰਤਗਾਲੀਆਂ ਨੇ। ਹੁਣ ਕੀ ਹੋਇਆ 1662 ਦੇ ਵਿੱਚ ਆਪਾਂ ਕਹਿ ਸਕਦੇ ਹਾਂ, 1662 ਦੇ ਵਿੱਚ ਕੀ ਹੋਇਆ ਕਿ ਜਿਹੜੇ ਪੁਰਤਗਾਲੀ ਨੇ ਇਹਨਾਂ ਨੇ ਆਪਣਾ ਇੱਕ ਜਿਹੜੀ ਪ੍ਰਿੰਸੈਸ ਸੀ ਉਹਦਾ ਵਿਆਹ ਕਰਾਤਾ ਇੰਗਲੈਂਡ ਦੇ ਰਾਜੇ ਨਾਲ। ਇਹਨਾਂ ਦੀ ਪ੍ਰਿੰਸੈਸ ਪੁਰਤਗਾਲੀਆਂ ਦੀ ਇੰਗਲੈਂਡ ਦੇ ਰਾਜੇ ਨਾਲ ਵਿਆਹ ਕਰਾਤਾ ਤਾਂ ਪੁਰਤਗਾਲੀਆਂ ਨੇ ਦਹੇਜ ਵੀ ਦੇਣਾ ਸੀ ਫਿਰ, ਠੀਕ ਹੈ ਨਾ। ਤਾਂ ਉਸ ਦਹੇਜ ਦੇ ਵਿੱਚ ਜਿਹੜੀ ਇਹਨਾਂ ਨੇ ਬੰਬੇ ਐਕਵਾਇਰ ਕੀਤਾ ਸੀ ਪਹਿਲਾਂ, ਉਹ ਰਾਜੇ ਨੂੰ ਦੇਤਾ, ਬੰਬੇ ਰਾਜੇ ਨੂੰ ਦੇਤਾ, ਇੰਗਲੈਂਡ ਦੇ ਰਾਜੇ ਨੂੰ, ਠੀਕ ਹੈ ਨਾ। ਕਦੋਂ ਦਿੱਤਾ, 1662 ਦੇ ਵਿੱਚ। ਹੁਣ ਇੰਗਲੈਂਡ ਦਾ ਰਾਜਾ ਕਹਿੰਦਾ ਮੈਨੇ ਕੀ ਕਰਨਾ ਬੰਬੇ, ਹੈ ਨਾ, ਠੀਕ ਹੈ ਨਾ। ਉਹ ਤਾਂ ਇੰਗਲੈਂਡ ਦੇ ਵਿੱਚ ਬੈਠਾ ਹੈਗਾ ਬੰਦਾ, ਇਹਨੇ ਬੰਬੇ ਕੀ ਕਰਨਾ। ਤਾਂ ਇਹ ਕਹਿੰਦਾ ਚੱਲ ਮੇਰੇ ਬੰਦੇ ਇੰਡੀਆ ਦੇ ਵਿੱਚ ਆਲਰੇਡੀ ਹੈਗੇ ਨੇ। ਕਿਹੜੇ ਬੰਦੇ, ਕੰਪਨੀ ਆਲਰੇਡੀ ਇੰਡੀਆ ਦੇ ਵਿੱਚ ਹੈਗੀ ਹੈ। ਤਾਂ ਫਿਰ ਜਿਹੜਾ ਬੰਬੇ ਰਾਜੇ ਕੋਲੇ ਸੀਗਾ ਉਹ ਬੰਬੇ ਕੰਪਨੀ ਨੂੰ ਦੇ ਦਿੱਤਾ। ਕਦੋਂ ਦੇਤਾ, 1668 ਦੇ ਵਿੱਚ, ਠੀਕ ਹੈ ਨਾ। 1668 ਦੇ ਵਿੱਚ ਬੰਬੇ ਸੀ ਜਿਹੜਾ ਉਹ ਇੰਗਲੈਂਡ ਦੇ ਰਾਜੇ ਨੇ ਕੰਪਨੀ ਨੂੰ ਦੇ ਦਿੱਤਾ। ਇਹ ਚੀਜ਼ ਹੈਗੀ। ਇਹਦੇ ਕੋਲ ਕਿੱਥੋਂ ਆਇਆ, ਪੁਰਤਗਾਲੀਆਂ ਤੋਂ ਆਇਆ। ਕਿਵੇਂ ਆਇਆ, ਦਹੇਜ ਦੇ ਵਿੱਚ, ਠੀਕ ਹੈ ਨਾ, ਸਿਰਫ 6 ਸਾਲ ਪਹਿਲਾਂ। ਹੁਣ ਇਹੀ ਬੰਬੇ ਕਾਫੀ, ਤੁਹਾਨੂੰ ਦੱਸਿਆ ਵੀ ਕਾਫੀ ਇੰਪੋਰਟੈਂਟ ਬਣ ਗਿਆ ਸੀ ਜਿਹੜੀ ਬ੍ਰਿਟਿਸ਼ਰਸ ਲਈ। 1687 ਦੇ ਵਿੱਚ ਹੈੱਡਕੁਆਟਰ ਬਣ ਗਿਆ ਸੀਗਾ ਬੰਬੇ, ਠੀਕ ਹੈ ਨਾ। 1668 ਦੇ ਵਿੱਚ ਇਹਨਾਂ ਨੂੰ ਮਿਲ ਗਿਆ ਸੀਗਾ, ਠੀਕ ਹੈ ਨਾ। ਤਾਂ ਆਲਮੋਸਟ 20 ਸਾਲਾਂ ਬਾਅਦ ਇਹਨਾਂ ਨੇ ਆਪਣੇ ਹੈੱਡਕੁਆਟਰ ਹੀ ਬੰਬੇ ਬਣਾ ਲਏ ਸੀਗੇ, ਸੂਰਤ ਤੋਂ ਹਟ ਕੇ। ਪਹਿਲਾਂ ਸੀਗੇ ਸੂਰਤ ਤੋਂ ਫਿਰ ਬੰਬੇ ਇਹਨਾਂ ਨੇ ਹੈੱਡਕੁਆਟਰ ਬਣਾ ਲਏ ਸੀ 1687 ਦੇ ਵਿੱਚ, ਠੀਕ ਹੈ ਨਾ। 1698 ਦੇ ਵਿੱਚ ਵੀ ਕਾਫੀ ਇੰਪੋਰਟੈਂਟ ਈਵੈਂਟ ਹੁੰਦੀ ਹੈਗੀ ਜ਼ਮੀਂਦਾਰੀ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਟੈਕਸੇਸ਼ਨ ਕਰਨ ਦੇ ਪਾਵਰ, ਠੀਕ ਹੈ ਨਾ। ਮੋਟਾ ਜਾਂ ਸਮਝ ਲਓ ਕਿ ਜਿਹੜਾ ਟੈਕਸੇਸ਼ਨ ਵਸੂਲਣੀ ਹੈ ਉਹਨੂੰ ਜ਼ਮੀਂਦਾਰੀ ਕਹਿੰਦੇ ਆਪਾਂ, ਠੀਕ ਹੈ ਨਾ, ਇੱਦਾਂ ਕਹਿ ਸਕਦੇ ਹੋ। ਤਾਂ 1698 ਦੇ ਵਿੱਚ ਕੀ ਹੋਇਆ, ਬ੍ਰਿਟਿਸ਼ਰਸ ਨੇ 3 ਪਿੰਡਾਂ ਦੀ 3 ਵਿਲੇਜਸ, ਕਿਹੜੇ ਸੁਤਾਨਤੀ, ਗੋਬਿੰਦਪੁਰਾ ਅਤੇ ਕਾਲੀਕਤਾ, ਇਹ 3 ਪਿੰਡ ਸੀਗੇ। ਦੇਖੋ ਜੇ ਪਿੰਡ ਸੀਗੇ, ਪਿੰਡਾਂ ਦੇ ਵਿੱਚ ਖੇਤੀ ਹੋਊਗੀ ਤਾਂ ਟੈਕਸੇਸ਼ਨ ਵੀ ਹੋਊਗੀ, ਠੀਕ ਹੈ ਨਾ। ਤਾਂ 1698 ਦੇ ਵਿੱਚ ਕੀ ਹੋਇਆ, ਜਿਹੜੇ 3 ਪਿੰਡ ਸੀ ਇਹਨਾਂ ਦੇ ਵਿੱਚ ਜਿਹੜੀ ਟੈਕਸੇਸ਼ਨ ਸੀ ਜਾਂ ਖੇਤੀ ਸੀਗੀ, ਉਹ ਟੈਕਸੇਸ਼ਨ ਦੀ ਜਿਹੜੀ ਰਾਈਟ ਸੀਗੇ ਉਹ ਬ੍ਰਿਟਿਸ਼ਰਸ ਨੇ ਬਾਏ ਕਰ ਲਏ, ਠੀਕ ਹੈ ਨਾ। ਮਤਲਬ ਕੀ ਸੀ, ਜਿਹੜਾ ਵੀ ਇਹਨਾਂ ਪਿੰਡਾਂ ਦੇ ਵਿੱਚੋਂ ਟੈਕਸੇਸ਼ਨ ਜਾਊਗੀ ਉਹ ਹੁਣ ਇੰਗਲਿਸ਼ ਕੋਲੇ ਜਾਊਗੀ, ਬ੍ਰਿਟਿਸ਼ਰਸ ਕੋਲੇ ਜਾਊਗੀ, ਕੰਪਨੀ ਕੋਲੇ ਜਾਊਗੀ, ਠੀਕ ਹੈ ਨਾ, ਇੰਗਲਿਸ਼ ਕੰਪਨੀ ਕੋਲ ਜਾਊਗੀ, ਠੀਕ ਹੈ ਨਾ। ਇਹ ਜਿਹੜੇ ਰਾਈਟਸ ਸੀਗੇ ਇਹ ਖਰੀਦ ਲਏ ਸੀਗੇ ਇੰਗਲੈਂਡ ਨੇ ਜਾਂ ਕੰਪਨੀ ਨੇ, ਠੀਕ ਹੈ ਨਾ। ਕਿ ਕੰਪਨੀ ਕਹਿੰਦੀ ਹੁਣ ਜਿਹੜਾ ਵੀ ਟੈਕਸੇਸ਼ਨ ਸਾਡੇ ਇਹਨਾਂ ਪਿੰਡਾਂ 'ਚੋਂ ਆਊਗਾ ਉਹ ਸਾਡੇ ਕੋਲੇ ਆਊਗਾ, ਠੀਕ ਹੈ ਨਾ। ਤਾਂ ਅੱਗੇ ਜਾ ਕੇ ਜਿਹੜੀ ਇਹ ਪਿੰਡ ਸੀਗੇ ਇਹ ਕਲਕੱਤਾ ਬਣ ਗਏ ਸੀ ਜਾਂ ਫੋਰਟ ਵਿਲੀਅਮ ਬਣ ਗਏ ਸੀਗੇ। ਇਹ ਤਿੰਨੋਂ ਪਿੰਡ ਸੀ ਨਾ, ਦੇਖੋ ਤਿੰਨੇ ਪਿੰਡ ਇਹਨਾਂ ਨੇ ਇੱਕ ਵਾਰੀ ਕੰਪਨੀ ਨੇ ਖਰੀਦ ਲਏ, ਐਂ ਮੰਨ ਲਓ ਪਿੰਡ ਖਰੀਦ ਲਏ, ਐਂ ਮੰਨ ਲਓ, ਠੀਕ ਹੈ ਨਾ। ਹੁਣ ਇਹ ਜਿਹੜੇ 3 ਪਿੰਡ ਸੀਗੇ ਅੱਗੇ ਜਾ ਕੇ ਫੋਰਟ ਵਿਲੀਅਮ ਦੇ ਰੂਪ ਦੇ ਵਿੱਚ ਖੜੇ ਹੋ ਗਏ, ਜਾਂ ਜਿਹਨੂੰ ਅਸੀਂ ਅੱਗੇ ਜਾ ਕੇ ਕਲਕੱਤਾ ਕਹਿਣ ਲੱਗ ਗਏ, ਠੀਕ ਹੈ ਨਾ। ਇਹ ਕਾਫੀ ਇੰਪੋਰਟੈਂਟ ਹੈ ਕਿਉਂਕਿ ਕਲਕੱਤਾ ਹੀ ਸੀ ਜਿਹੜੀ 1911 ਤੱਕ 1911 ਤੁਸੀਂ ਹਿਸਾਬ ਲਗਾਓ, 1698 ਦੀ ਗੱਲ ਕਰ ਰਹੇ ਹਾਂ, ਆਲਮੋਸਟ 1700 ਦੇ ਲਵੇ, ਆਲਮੋਸਟ 200 ਸਾਲ ਹੁਣ ਇਹ ਕਲਕੱਤਾ ਹੀ ਜਿਹੜਾ ਬ੍ਰਿਟਿਸ਼ਰਸ ਦਾ ਗੜ੍ਹ ਰਿਹਾ, ਠੀਕ ਹੈ ਨਾ। ਜਿਹੜੀ ਕੈਪੀਟਲ ਸੀਗੀ ਉਹ ਕਲਕੱਤਾ ਹੀ ਰਹੀ ਬ੍ਰਿਟਿਸ਼ਰਸ ਦੀ 200 ਸਾਲ ਵਾਸਤੇ।
ਤਾਂ ਕਾਫੀ ਇੰਪੋਰਟੈਂਟ ਹੈ ਜੀ ਇਹ, ਕਿ 1698 ਦੇ ਵਿੱਚ ਉਹਦੀ ਨੀਂਹ ਰੱਖੀ ਗਈ ਉਸ ਚੀਜ਼ ਦੀ। ਕਿਵੇਂ ਰੱਖੀ ਗਈ ਕਿ 3 ਵਿਲੇजेस ਨੇ, 3 ਪਿੰਡ ਨੇ, ਉਹ ਕੰਪਨੀ ਨੇ ਖਰੀਦ ਲਏ। ਉਹ ਅੱਗੇ ਚੱਲ ਕੇ ਫੋਰਟ ਵਿਲੀਅਮ ਬਣ ਗਏ। ਫੋਰਟ ਵਿਲੀਅਮ ਦਾ ਮਤਲਬ ਕੀ ਹੈ, ਉਹਨਾਂ ਦੀ ਵੀ ਕਿਲ੍ਹੇਬੰਦੀ ਕਰਤੀ, ਠੀਕ ਹੈ। ਫੋਰਟ ਵਿਲੀਅਮ ਬਣ ਗਏ, ਜਿਹਨੂੰ ਅੱਗੇ ਜਾ ਕੇ ਅਸੀਂ ਕਲਕੱਤਾ ਕਹਿਣ ਲੱਗੇ। ਹੁਣ ਇੱਥੇ ਕੁਐਸਚਨ ਇਹ ਵੀ ਬਣਦਾ ਹੈ ਕਿ ਫੋਰਟ ਵਿਲੀਅਮ ਕਿਹੜਾ ਹੈਗਾ, ਉਹ ਕਲਕੱਤਾ ਹੈ। ਪਹਿਲਾਂ ਆਪਾਂ ਨੇ ਕੀ ਪੜ੍ਹਿਆ ਸੀ, ਫੋਰਟ ਸੈਂਟ ਜੋਰਜ, ਉਹ ਕੌਣ ਸੀਗਾ, ਕਿਹੜਾ ਸੀਗਾ, ਉਹ ਮਦਰਾਸ ਸੀਗਾ। ਤਾਂ ਇਹ ਕੁਐਸਚਨ ਬਣਦਾ, ਕਈ ਵਾਰੀ ਮੈਚ ਦਾ ਕਾਲਮ ਦੇ ਵਿੱਚ ਆ ਜਾਂਦਾ ਕਿ ਮੈਚ ਕਰੋ ਇਹਨੂੰ, ਠੀਕ ਹੈ। ਤਾਂ ਫੋਰਟ ਵਿਲੀਅਮ ਹੈ ਜਿਹੜਾ ਕਲਕੱਤਾ ਹੈ, ਫੋਰਟ ਸੈਂਟ ਜੋਰਜ ਜਿਹੜਾ ਉਹ ਮਦਰਾਸ ਹੈ, ਠੀਕ ਹੈ ਨਾ। ਇਹ ਕੁਝ ਟਾਈਮ ਲਾਈਨ ਸੀਗੀ ਛੋਟੀ ਜਿਹੀ। ਨੈਕਸਟ ਆਪਾਂ ਕਰਦੇ ਹਾਂ ਜੀ ਫਰੈਂਚ ਫਰਾਂਸ ਤੋਂ ਆਏ ਸੀਗੇ। ਤੁਹਾਨੂੰ ਦੱਸਿਆ ਵੀ ਲਾਸਟ ਯੂਰਪੀਅਨ ਸੀਗੇ ਜਿਹੜੇ ਆਏ ਸੀਗੇ 1664 ਦੇ ਵਿੱਚ, ਇਹ ਇੰਡੀਆ ਦੇ ਵਿੱਚ ਆਏ, ਕਾਫੀ ਬਾਅਦ ਦੇ ਵਿੱਚ ਆਏ। ਦੇਖੋ 1500 ਦੇ ਵਿੱਚ ਪੁਰਤਗਾਲੀ ਆ ਗਏ ਸੀਗੇ, 1600 ਦੇ ਵਿੱਚ ਬ੍ਰਿਟਿਸ਼ਰਸ ਆ ਗਏ ਸੀਗੇ, ਠੀਕ ਹੈ ਨਾ। ਇਹ ਉਦੋਂ ਵੀ ਬਾਅਦ 'ਚ ਆਏ ਨੇਗੇ, ਉਦੋਂ ਵੀ 60 ਸਾਲ ਬਾਅਦ ਦੇ ਵਿੱਚ ਆਏ ਨੇ, ਸਭ ਤੋਂ ਲਾਸਟ ਆਏ ਨੇ, ਠੀਕ ਹੈ ਨਾ। 1667 ਦੇ ਵਿੱਚ ਸਭ ਤੋਂ ਪਹਿਲੀ ਇਹਨੇ ਫੈਕਟਰੀ ਐਸਟੈਬਲਿਸ਼ ਕੀਤੀ ਸੂਰਤ ਦੇ ਵਿੱਚ, ਫਿਰ ਮਸੂਲੀਪਟਨਮ ਦੇ ਵਿੱਚ। ਜੇ ਤੁਸੀਂ ਧਿਆਨ ਦਿੱਤਾ ਹੋਵੇ, ਸੂਰਤ ਅਤੇ ਮਸੂਲੀਪਟਨਮ ਇਹ ਜਿਹੜੀਆਂ 2 ਫੈਕਟਰੀਜ਼ ਨੇਗੀਆਂ, ਇਹ ਆਪਾਂ ਪਹਿਲਾਂ ਵੀ ਕਈ ਵਾਰ ਪੜ੍ਹ ਚੁੱਕੇ। ਇਹ ਦੋਨੇ ਫੈਕਟਰੀ ਇੰਗਲਿਸ਼ ਕੰਪਨੀ ਦੇ ਅੰਡਰ ਵੀ ਰਹੀਆਂ ਨੇਗੀਆਂ, ਠੀਕ ਹੈ ਨਾ, ਬਲਕਿ ਡੱਚ ਦੇ ਅੰਡਰ ਵੀ ਰਹੀਆਂ ਨੇਗੀਆਂ ਦੋਨੇ ਫੈਕਟਰੀਜ਼। ਤਾਂ ਇਹ ਚੀਜ਼ ਹੈਗੀ, ਸੂਰਤ ਅਤੇ ਮਸੂਲੀਪਟਨਮ ਦੋਨਾਂ ਦੇ ਅੰਡਰ ਰਹੀਆਂ ਨੇ ਇਹ, ਤਿੰਨਾਂ ਦੇ ਅੰਡਰ, ਇੰਗਲੈਂਡ ਦੇ ਅੰਡਰ ਵੀ, ਡੱਚ ਦੇ ਅੰਡਰ ਵੀ ਅਤੇ ਫਰੈਂਚ ਦੇ ਅੰਡਰ ਵੀ। 1673 ਦੇ ਵਿੱਚ ਇਹਨਾਂ ਨੇ ਇੱਕ ਚੰਦਰਨਗੌਰ ਨਾਮ ਦੀ ਟਾਊਨਸ਼ਿਪ ਐਸਟੈਬਲਿਸ਼ ਕੀਤੀ, ਮਤਲਬ ਕਿ ਸ਼ਹਿਰ ਵਸਾਇਆ 1673 ਦੇ ਵਿੱਚ ਕਲਕੱਤਾ ਦੇ ਨੇੜੇ, ਠੀਕ ਹੈ। ਚੰਦਰਨਗੌਰ ਇਹ ਇੰਪੋਰਟੈਂਟ ਸਾਈਟ ਹੈ ਜੀ, ਤੁਸੀਂ ਯਾਦ ਕਰ ਸਕਦੇ ਹੋ, ਠੀਕ ਹੈ ਨਾ, ਕਿ ਫਰਾਂਸ ਨੇ ਇਹ ਚੰਦਰਨਗੌਰ ਨਾਮ ਦੀ ਜਗ੍ਹਾ ਵਸਾਈ। ਪੌਂਡੀਚੇਰੀ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜੀ ਇਹਦਾ ਫਰੈਂਚ ਦਾ ਗੜ੍ਹ ਹੈ, ਬਿਲਕੁਲ ਹੀ ਪੌਂਡੀਚੇਰੀ। ਅੱਜ ਵੀ ਪੌਂਡੀਚੇਰੀ ਦੇ ਵਿੱਚ ਫਰੈਂਚ ਕਲਚਰ ਦੇਖਣ ਨੂੰ ਮਿਲਦਾ ਹੈ, ਠੀਕ ਹੈ ਨਾ। ਤਾਂ ਕਾਫੀ ਇੰਪੋਰਟੈਂਟ ਹੈ ਪੌਂਡੀਚੇਰੀ ਤਾਂ। ਕਦੋਂ ਇਹਨਾਂ ਨੇ ਫਾਊਂਡ ਕੀਤਾ, 1674 ਦੇ ਵਿੱਚ। ਇਹ ਵੀ ਇੰਪੋਰਟੈਂਟ ਹੈ, ਡੇਟ ਵੀ ਇੰਪੋਰਟੈਂਟ ਹੈ ਵੀ ਜਦੋਂ ਆਏ ਸੀ ਇਹ, ਉਦੋਂ 10 ਸਾਲ ਬਾਅਦ ਇਹਨਾਂ ਨੇ ਪੁਰਤਗਾਲ ਜਿਹੜਾ ਸੀ ਪੌਂਡੀਚੇਰੀ ਸੀ ਜਿਹੜਾ ਉਹ ਐਸਟੈਬਲਿਸ਼ ਕਰ ਲਿਆ, ਠੀਕ ਹੈ। ਇਹ ਨਰਵ ਸੈਂਟਰ ਬਣ ਗਿਆ ਜੀ, ਪੂਰਾ ਗੜ੍ਹ ਬਣ ਗਿਆ ਫਰੈਂਚ ਪਾਵਰ ਦਾ ਇੰਡੀਆ ਦੇ ਵਿੱਚ। ਕਿਵੇਂ ਬਣਿਆ ਸੀ ਇਹ, ਐਸਟੈਬਲਿਸ਼ ਕਿਵੇਂ ਕੀਤਾ ਸੀਗਾ, ਜਿਹੜੀ ਲੈਂਡ ਸੀਗੀ ਉਹ ਸ਼ੇਰ ਖਾਨ ਲੋਧੀ ਨਾਮ ਦੇ ਇੱਕ ਰੂਲਰ ਸੀਗਾ ਉੱਥੋਂ ਦਾ, ਤਾਂ ਉਹਨੇ ਲੈਂਡ ਗ੍ਰਾਂਟ ਕੀਤੀ ਵੀ ਤੁਸੀਂ ਸ਼ਹਿਰ ਵਸਾ ਲਓ, ਕੋਈ ਗੱਲ ਨਹੀਂ ਪੌਂਡੀਚੇਰੀ, ਠੀਕ ਹੈ ਨਾ। ਕਾਫੀ ਇੰਪੋਰਟੈਂਟ ਸ਼ਹਿਰ ਹੈ ਜੀ, ਮੈਂ ਤੁਹਾਨੂੰ ਦੱਸ ਰਿਹਾ ਬਾਰ-ਬਾਰ, ਕਿਉਂਕਿ ਅੱਜ ਵੀ ਫਰੈਂਚ ਦਾ ਕਲਚਰ ਜਿਹੜਾ ਪੌਂਡੀਚੇਰੀ ਦੇ ਵਿੱਚ ਮਿਲਦਾ ਹੈ। ਗੋਆ ਦੇ ਵਿੱਚ ਕੀ ਮਿਲਦਾ ਹੈ, ਪੁਰਤਗਾਲੀ ਕਲਚਰ ਮਿਲਦਾ, ਅੱਜ ਵੀ ਮਿਲਦਾ, ਠੀਕ ਹੈ ਨਾ। ਜੇ ਗੋਆ ਕਦੋਂ ਆਪਾਂ ਨੇ ਇੰਡੀਆ ਦੇ ਵਿੱਚ ਇਨਕੋਰਪੋਰੇਟ ਕੀਤਾ, 1961 ਦੇ ਵਿੱਚ। ਪੌਂਡੀਚੇਰੀ ਕਦੋਂ ਕੀਤਾ, 1954 ਦੇ ਵਿੱਚ। ਇਹ ਵੀ ਆਜ਼ਾਦੀ ਤੋਂ ਬਾਅਦ ਕੀਤਾ ਆਪਾਂ ਨੇ। ਇਹੀ ਕਾਰਨ ਹੈ ਕਿ ਕਲਚਰ ਜਿਹੜਾ ਅੱਜ ਵੀ ਦੋਨੋਂ ਜਗ੍ਹਾ 'ਤੇ ਮਿਲਦਾ ਆਪਾਂ ਨੂੰ। 1674 ਦੇ ਵਿੱਚ ਇੱਕ ਚੀਜ਼ ਹੋਰ ਹੋਈ ਕਿ ਜਿਹੜਾ ਗਵਰਨਰ ਸੀ ਪਹਿਲਾਂ ਕੈਰੋਨ ਸੀਗਾ, ਫਰੰਕੋਇਸ ਕੈਰਨ ਸੀਗਾ, ਠੀਕ ਹੈ। ਹੁਣ 74 ਦੇ ਵਿੱਚ ਮਾਰਟਿਨ ਬਣ ਗਿਆ ਸੀਗਾ ਫਰੈਂਚ ਗਵਰਨਰ, ਮਤਲਬ ਇੰਡੀਆ ਦੇ ਵਿੱਚ ਜਿਹੜਾ ਹੈੱਡ ਹੈ ਮੇਨ, ਐਂ ਕਹਿ ਸਕਦੇ ਆਪਾਂ। ਇੱਕ ਹੋਰ ਇੰਪੋਰਟੈਂਟ ਚੀਜ਼ ਇਹ ਹੈ ਜੀ ਕਿ ਜਿਹੜੀਆਂ ਹੋਰ ਫਰੈਂਚ ਪੋਜੈਸ਼ਨਸ ਨੇਗੀਆਂ, ਰੀਯੂਨੀਅਨ ਆਈਲੈਂਡ ਅਤੇ ਮੌਰੀਸ਼ੀਅਸ, ਇਹ ਵੀ ਫਰੈਂਚ ਦੇ ਅੰਡਰ ਰਹੀਆਂ ਸੀਗੀਆਂ। ਮੌਰੀਸ਼ੀਅਸ ਹੁਣ ਤਾਂ ਇੰਡੀਪੈਂਡੈਂਟ ਹੈ, ਬਟ ਰੀਯੂਨੀਅਨ ਆਈਲੈਂਡ, ਜਿਵੇਂ ਤੁਸੀਂ ਮੰਨ ਲਓ ਆਹ ਇੰਡੀਆ ਆਪਣਾ, ਠੀਕ ਹੈ, ਤਾਂ ਇੱਥੇ ਜੇ ਕਿਤੇ ਰੀਯੂਨੀਅਨ ਆਈਲੈਂਡ ਨੇਗੇ, ਅੱਜ ਵੀ ਇਹ ਫਰੈਂਚ ਦੇ ਅੰਡਰ ਨੇਗੇ, ਅੱਜ ਵੀ ਇਹ ਫਰਾਂਸ ਦੇ ਅੰਡਰ ਨੇ, ਅੱਜ ਵੀ ਇਹ ਫਰੈਂਚ ਟੈਰੀਟਰੀ ਹੈਗੀ। ਇੰਡੀਆ ਇੱਥੇ ਇੰਡੀਆ, ਇੱਥੇ ਰੀਯੂਨੀਅਨ ਆਈਲੈਂਡ ਨੇ, ਠੀਕ ਹੈ। ਤਾਂ ਉਦੋਂ ਵੀ ਸੀਗੇ ਅਤੇ ਅੱਜ ਵੀ ਇਹ ਫਰਾਂਸ ਦੇ ਅੰਡਰ ਨੇਗੇ। ਇੱਥੇ ਜੇ ਕਿਤੇ ਮੌਰੀਸ਼ੀਅਸ ਹੈਗਾ, ਉਹ ਅੱਜ ਦਾ ਇੰਡੀਪੈਂਡੈਂਟ ਹੈ, ਬਟ ਪਹਿਲਾਂ ਉਹ ਮੌਰੀਸ਼ੀਅਸ ਵੀ ਜਿਹੜਾ ਸੀਗਾ ਉਹ ਫਰਾਂਸ ਦੇ ਅੰਡਰ ਸੀਗਾ। ਤਾਂ ਥੋੜ੍ਹਾ ਜਿਹਾ ਤੁਸੀਂ ਧਿਆਨ ਰੱਖ ਲਿਓ, ਮੌਰੀਸ਼ੀਅਸ ਅਤੇ ਰੀਯੂਨੀਅਨ ਆਈਲੈਂਡਸ ਦੋਨੇ ਫਰੈਂਚ ਦੀ ਟੈਰੀਟਰੀ ਸੀਗੀਆਂ। ਹੁਣ ਦੇਖੋ ਐਂਗਲੋ ਫਰੈਂਚ ਜਿਹੜੀਆਂ ਵਾਰ ਸੀਗੀਆਂ ਕਾਫੀ ਇੰਪੋਰਟੈਂਟ ਨੇਗੀਆਂ ਇਹ। ਅਗੇਨ ਮੈਂ ਤੁਹਾਨੂੰ ਦੱਸ ਰਿਹਾ, ਆਪਾਂ ਚੀਜ਼ਾਂ ਹੀ ਇੰਪੋਰਟੈਂਟ ਪੜ੍ਹ ਰਹੇ ਹਾਂ, ਆਪਾਂ ਕੋਈ ਵੀ ਫਾਲਤੂ ਚੀਜ਼ ਨਹੀਂ ਪੜ੍ਹ ਰਹੇ ਹੈਗੇ, ਠੀਕ ਹੈ। ਬਸ ਉਹ ਚੀਜ਼ਾਂ ਪੜ੍ਹ ਰਹੇ ਜਿਹੜੇ ਕਿ ਜਾਂ ਤਾਂ ਐਗਜ਼ਾਮ ਦੇ ਵਿੱਚ ਆਊਗੀ, ਜਾਂ ਫਿਰ ਉਹ ਆਪਾਂ ਨੂੰ ਕਨਸੈਪਟ ਸਮਝਣ ਲਈ ਚੀਜ਼ ਦੀ ਰਿਕੁਆਇਰਮੈਂਟ ਹੈਗੀ ਹੈ, ਠੀਕ ਹੈ। ਇਹ ਚੀਜ਼ ਹੈਗੀ ਐਂਗਲੋ ਫਰੈਂਚ ਸਟਰਗਲ ਫॉर ਸੁਪਰੀਮੇਸੀ। ਇਹ ਹਮੇਸ਼ਾ ਤੋਂ, ਤੁਸੀਂ ਇਕੱਲੇ ਸਿਰਫ ਇੰਡੀਆ ਦੇ ਵਿੱਚ ਨਹੀਂ, ਦੁਨੀਆ ਦੇ ਹਰ ਕੋਨੇ ਦੇ ਵਿੱਚ ਇੰਗਲੈਂਡ ਅਤੇ ਫਰਾਂਸ ਦੀ ਆਪਸ ਦੇ ਵਿੱਚ ਟੱਕਰ ਰਹੀ ਹੈ, ਚਾਹੇ ਉਹ ਅਮਰੀਕਾ ਹੈ, ਚਾਹੇ ਉਹ ਕਿਤੇ ਵੀ ਹੈ। ਇਹ ਦੋਨੇ ਦੇਸ਼ ਨੇ ਆਪਸ ਦੇ ਵਿੱਚ ਹਮੇਸ਼ਾ ਇਹਨਾਂ ਦੇ ਵਿੱਚ ਲੜਾਈ ਰਹੀ ਹੈ। ਇਹੀ ਚੀਜ਼ ਆਪਾਂ ਨੂੰ ਇੰਡੀਆ ਦੇ ਵਿੱਚ ਦੇਖਣ ਨੂੰ ਮਿਲੀ ਕਿ ਜਦੋਂ ਤੱਕ ਇੰਗਲੈਂਡ ਸੀਗਾ, ਠੀਕ ਹੈ, ਐਂਗਲੋ ਮਤਲਬ ਇੰਗਲੈਂਡ ਕਹਿ ਸਕਦੇ ਆਪਾਂ, ਠੀਕ ਹੈ ਨਾ, ਐਂਗਲੋ ਮਤਲਬ ਇੰਗਲੈਂਡ। ਜਦੋਂ ਤੱਕ ਇਕੱਲੇ ਇੰਗਲਿਸ਼ ਸੀਗੇ, ਠੀਕ ਸੀਗਾ। ਜਦੋਂ ਫਰੈਂਚ ਆ ਗਏ 1664 ਦੇ ਵਿੱਚ, ਤਾਂ ਇਹਨਾਂ ਦੇ ਵਿੱਚ ਰਾਈਵਲਰੀਜ਼ ਆਲਮੋਸਟ ਓਬਵੀਅਸਲੀ ਸਟਾਰਟ ਹੋ ਗਈਆਂ ਸੀਗੀਆਂ, ਠੀਕ ਹੈ। ਇਹਨਾਂ ਦੇ ਵਿੱਚ 3 ਲੜਾਈਆਂ ਲੜੀਆਂ ਗਈਆਂ ਮੇਨ ਵੱਡੀਆਂ, ਜਿਨ੍ਹਾਂ ਨੂੰ ਅਸੀਂ ਕਾਰਨੈਟਿਕ ਵਾਰਸ ਦਾ ਨਾਮ ਦਿੰਦੇ ਹਾਂ, ਕਾਰਨੈਟਿਕ ਵਾਰਸ। ਹੁਣ ਜੇ ਕੁਐਸਚਨ ਆਉਂਦਾ ਹੈ ਕਿ ਕਾਰਨੈਟਿਕ ਵਾਰਸ ਕਿਹੜੀਆਂ ਨੇਗੀਆਂ, ਤਾਂ ਉਹ ਇੰਗਲੈਂਡ ਅਤੇ ਫਰਾਂਸ ਦੇ ਵਿੱਚ ਨੇਗੀਆਂ ਲੜਾਈਆਂ। ਤਿੰਨ ਲੜਾਈਆਂ ਹੋਈਆਂ ਨੇ ਆਪਣੀਆਂ ਕਾਰਨੈਟਿਕ ਵਾਰਸ, ਐਂਗਲੋ ਫਰੈਂਚ ਵਾਰਸ ਕਿਹਾ ਜਾਂਦਾ ਉਹਨਾਂ ਨੂੰ, ਠੀਕ ਹੈ ਨਾ, ਇੰਗਲੈਂਡ ਅਤੇ ਫਰਾਂਸ ਦੇ ਵਿੱਚ।
ਓਬਵੀਅਸਲੀ ਇੰਡੀਅਨ ਟੈਰੀਟਰੀ ਦੇ ਉੱਪਰ। ਹੁਣ ਦੇਖੋ ਕਾਰਨੈਟਿਕ ਹੈ ਕੀ ਹੈ ਬੇਸਿਕਲੀ, ਕਾਰਨੈਟਿਕ ਇੰਡੀਆ ਦੇ ਵਿੱਚ ਹੀ ਜਗ੍ਹਾ ਦਾ ਨਾਮ ਹੈਗਾ। ਤੁਸੀਂ ਸਮਝ ਲਓ ਕਿ ਦੇਖੋ ਆ ਤਾਂ ਹੈਗੀ ਆਪਣੀ ਮਾਲਾਬਾਰ ਕੋਸਟ, ਜਿੱਥੇ ਕੇਰਲਾ ਹੈਗਾ, ਆ ਕੇਰਲਾ ਆਪਣਾ, ਇਹ ਹੈਗੀ ਆ ਮਾਲਾਬਾਰ ਕੋਸਟ, ਮਾਲਾਬਾਰ, ਠੀਕ ਹੈ। ਜਿਹੜਾ ਇਹ ਵਾਲਾ ਰੀਜਨ ਹੈ, ਇਹ ਵਾਲੀ ਕੋਸਟ ਹੈ ਆਪਣੀ ਈਸਟਰਨ ਕੋਸਟ ਹੈਗੀ, ਇਹਨੂੰ ਅਸੀਂ ਕਹਿੰਦੇ ਹਾਂ ਕੋਰੋਮੰਡਲ ਕੋਸਟ, ਕੋਰੋਮੰਡਲ, ਕੋਰੋਮੰਡਲ। ਇਹਨੂੰ ਮੈਂ ਕਿਵੇਂ ਯਾਦ ਰੱਖਦਾ, ਦੇਖੋ ਮਾਲਾਬਾਰ ਮਾਲ, ਕਿਉਂਕਿ ਜਿਹੜਾ ਇੱਥੇ ਬੰਬੇ ਆਪਣਾ, ਠੀਕ ਹੈ ਨਾ, ਤਾਂ ਜ਼ਿਆਦਾ ਟ੍ਰੇਡ ਆਪਣੀ ਇੱਧਰੋਂ ਹੁੰਦੀ ਹੈ ਅੱਜ ਦੇ ਟਾਈਮ ਦੇ ਵਿੱਚ, ਤਾਂ ਜ਼ਿਆਦਾ ਆਪਣਾ ਮਾਲ ਦਾ ਵਪਾਰ ਹੈ, ਆਪਣਾ ਤੇਲ ਤੂਲ ਪੂਰੇ ਅਰਬਨ ਕੰਟਰੀਜ਼ ਤੋਂ ਤੇਲ ਆਉਂਦਾ ਇੱਥੇ, ਠੀਕ ਹੈ ਨਾ, ਤਾਂ ਜ਼ਿਆਦਾ ਆਪਣਾ ਮਾਲ ਦਾ ਆਉਣ ਜਾਣਾ ਉਹ ਇਹ ਵਾਲੀ ਕੋਸਟ ਤੋਂ ਹੁੰਦਾ, ਇਸੇ ਕਰਕੇ ਮਾਲ ਤੋਂ ਅਸੀਂ ਮਾਲਾਬਾਰ ਯਾਦ ਰੱਖਦੇ ਹਾਂ। ਹੁਣ ਕੋਰੋਮੰਡਲ ਕਿਵੇਂ ਯਾਦ ਰੱਖਦਾ ਮੈਂ, ਦੇਖੋ ਤੁਹਾਨੂੰ ਪਤਾ ਹੋਊਗਾ ਇੱਥੇ ਰਾਮੇਸ਼ਵਰਮ ਹੈਗਾ, ਰਾਮੇਸ਼ਵਰਮ ਹਿੰਦੂਜ਼ ਦੀ ਇੱਕ ਇੰਪੋਰਟੈਂਟ ਸਾਈਟ ਹੈਗੀ, ਠੀਕ ਹੈ ਨਾ, ਰਾਮੇਸ਼ਵਰਮ ਮੰਦਿਰ ਹੈਗਾ। ਤਾਂ ਰਾਮੇਸ਼ਵਰਮ ਮੰਦਿਰ ਹੈ, ਮੰਦਿਰ ਤੋਂ ਮੈਂ ਕਮੰਡਲ ਯਾਦ ਕਰਦਾ, ਕਮੰਡਲ ਜਿਹੜਾ ਕਿ ਸਾਧੂ ਸੰਤਾਂ ਕੋਲੇ ਹੁੰਦਾ, ਕਮੰਡਲ ਤੋਂ ਮੈਂ ਕੋਰੋਮੰਡਲ ਯਾਦ ਕਰਦਾ, ਠੀਕ ਹੈ ਨਾ। ਤਾਂ ਮੈਂ ਇੱਦਾਂ ਯਾਦ ਰੱਖਦਾ, ਇਹ ਵਾਲੀ ਜਿਹੜੀ ਕੋਸਟ ਹੈ ਮਾਲਾਬਾਰ ਕੋਸਟ ਹੈ, ਜਿਹੜੀ ਈਸਟਰਨ ਕੋਸਟ ਹੈ ਉਹ ਕੋਰੋਮੰਡਲ ਕੋਸਟ ਹੈ। ਹੁਣ ਕਾਰਨੈਟਿਕ ਕਿੱਥੇ ਆਉਂਦਾ ਹੈ, ਕਾਰਨੈਟਿਕ ਅਸਲ ਦੇ ਵਿੱਚ ਕੋਰੋਮੰਡਲ ਦਾ ਹੀ ਨਾਮ ਹੈ, ਜਿਹੜਾ ਸਾਰਾ ਰੀਜਨ ਹੈ, ਆਹ ਸਾਰਾ ਰੀਜਨ ਹੈ, ਇਹਨੂੰ ਕੋਰੋਮੰਡਲ ਕਾਰਨੈਟਿਕ ਕਿਹਾ ਜਾਣ ਲੱਗ ਗਿਆ। ਕੌਣ ਕਹਿੰਦਾ ਸੀ ਕਾਰਨੈਟਿਕ ਇਹਨੂੰ, ਜਿਹੜੇ ਯੂਰਪੀਅਨ ਸੀਗੇ। ਸਾਡੇ ਵਾਸਤੇ ਜਿਹੜਾ ਚੀਜ਼ ਕੋਰੋਮੰਡਲ ਸੀਗੀ ਉਹ ਯੂਰਪੀਅਨਸ ਵਾਸਤੇ ਕਾਰਨੈਟਿਕ ਸੀਗੀ। ਸਿੰਪਲੀ ਇਹਦਾ ਮਤਲਬ ਕੀ ਹੈ ਕਿ ਜਿਹੜੇ ਕਾਰਨੈਟਿਕ ਸੀਗੀ ਉਹ ਇੱਕ ਜਗ੍ਹਾ ਦਾ ਨਾਮ ਹੈ, ਉਸ ਜਗ੍ਹਾ ਦੇ ਵਿੱਚ ਲੜਾਈਆਂ ਲੜੀਆਂ ਗਈਆਂ, ਤਾਂ ਕਰਕੇ ਉਹਨਾਂ ਨੂੰ ਕਾਰਨੈਟਿਕ ਵਾਰ ਸੀ ਕਿਹਾ ਜਾਣ ਲੱਗ ਪਿਆ, ਠੀਕ ਹੈ। ਪਹਿਲੀ ਜਿਹੜੀ ਲੜਾਈ ਸੀ ਉਹ ਲੜੀ ਗਈ 1740 ਤੋਂ ਲੈ ਕੇ 1748 ਦੇ ਵਿੱਚ, ਠੀਕ ਹੈ ਨਾ। ਬੇਸਿਕਲੀ ਵੈਸੇ ਮੇਨ ਤਾਂ 46 ਤੋਂ ਬਾਅਦ ਸਟਾਰਟ ਹੋਈ ਹੈ, 46 48, ਬਟ ਤੁਸੀਂ ਯਾਦ ਰੱਖ ਲਓ ਇਹ ਚੀਜ਼ 40 ਤੋਂ 48 ਪਹਿਲੀ ਜਿਹੜੀ ਲੜਾਈ ਸੀ। ਇਸਦਾ ਰੀਜ਼ਨ ਕੀ ਸੀ, ਅੱਛਾ ਵੀ ਲੜਾਈ ਕਿਉਂ ਹੋਈ, ਇਹ ਅਸਲ ਦੇ ਵਿੱਚ ਐਕਸਟੈਂਸ਼ਨ ਆਫ ਆਸਟਰੀਅਨ ਵਾਰ ਆਫ ਸਕਸੈਸ਼ਨ। ਅਗੇਨ ਤੁਹਾਨੂੰ ਦੱਸ ਰਿਹਾ ਮੈਂ ਕਿ ਜਿਹੜੇ ਇੰਗਲੈਂਡ ਤੇ ਫਰੈਂਚ ਸੀਗੇ ਹਮੇਸ਼ਾ ਤੋਂ ਹੀ ਇੱਕ ਦੂਸਰੇ ਦੇ ਵਿਰੋਧੀ ਰਹੇ ਨੇ, ਠੀਕ ਹੈ ਨਾ। ਤਾਂ ਜਦੋਂ ਇਹ ਯੂਰਪ ਦੇ ਵਿੱਚ ਵੀ ਲੜਾਈ ਕਰ ਰਹੇ ਸੀ ਆਪਣੀ ਪਹਿਲਾਂ ਹੀ, ਠੀਕ ਹੈ ਨਾ, ਯੂਰਪ ਦੇ ਵਿੱਚ ਲੜਾਈ ਕਰ ਰਹੀ ਸੀ, ਤਾਂ ਡੈਫੀਨੇਟਲੀ ਕੀ ਹੋਣਾ ਸੀ, ਜਿਹੜੇ ਕਿ ਇੰਡੀਆ ਦੇ ਵਿੱਚ ਜਿਹੜੀ ਇਹਨਾਂ ਦੀ ਟੈਰੀਟਰੀਜ਼ ਨੇਗੀਆਂ ਜਾਂ ਇਨਫਲੂਐਂਸ ਸੀਗੀ, ਤਾਂ ਹੁਣ ਮੰਨ ਲਓ ਇਹ ਫਰਾਂਸ ਨੇਗੇ ਬੈਠੇ ਨੇ, ਉਰੇ ਇੰਗਲਿਸ਼ ਬੈਠੇ ਨੇ, ਤਾਂ ਜਦੋਂ ਯੂਰਪ ਦੇ ਵਿੱਚ ਇਹਨਾਂ ਦੇ ਵਿੱਚ ਲੜਾਈ ਹੋ ਰਹੀ ਹੈ, ਇਹ ਵਰਸਦੇ ਹੋ ਰਹੇ ਨੇ, ਤਾਂ ਇਹ ਇੱਥੇ ਕਿਵੇਂ ਚੁੱਪ ਬੈਠ ਸਕਦੇ ਨੇਗੇ, ਤਾਂ ਇਹ ਵੀ ਇੱਥੇ ਵਰਸਦੇ ਵੀ ਤਾਂ ਹੋਊਗਾ ਨਾ, ਓਬਵੀਅਸ ਜੀ ਗੱਲ ਹੈ, ਠੀਕ ਹੈ ਨਾ। ਤਾਂ ਇਸੇ ਕਰਕੇ ਸੀਗੀ ਵੀ ਪਹਿਲਾਂ ਯੂਰਪ ਵਿੱਚ ਲੜਾਈ ਹੋ ਰਹੀ ਸੀ, ਇਹਦੀ ਐਕਸਟੈਂਸ਼ਨ ਇੰਡੀਆ ਦੇ ਵਿੱਚ ਆ ਗਈ ਸੀਗੀ, ਠੀਕ ਹੈ ਨਾ। ਕਿਸ ਦੇ ਰੂਪ ਦੇ ਵਿੱਚ, ਫਸਟ ਕਾਰਨੈਟਿਕ ਵਾਰ ਦੇ ਵਿੱਚ ਰੂਪ ਦੇ ਵਿੱਚ ਆਸਟਰੀਅਨ ਵਾਰ ਆਫ ਸਕਸੈਸ਼ਨ ਚੱਲ ਰਹੀ ਸੀ ਯੂਰਪ ਦੇ ਵਿੱਚ, ਉਹਦੀ ਐਕਸਟੈਂਸ਼ਨ ਅੱਗੇ ਆਪਣੇ ਕੋਲ ਇੱਥੇ ਆ ਗਈ। ਇਹਦੇ ਵਿੱਚ ਕੀ ਸੀਗਾ, ਜਿਹੜਾ ਡੁਪਲੈਕਸ ਸੀਗਾ ਇਹ ਫਰੈਂਚ ਦਾ ਗਵਰਨਰ ਸੀ, ਬਹੁਤ ਇੰਪੋਰਟੈਂਟ ਹੈ ਜੀ ਡੁਪਲੈਕਸ ਬੰਦਾ ਜਿਹੜਾ, ਇਹ ਜਿਹੜਾ ਡੁਪਲੈਕਸ ਹੈ ਨਾ, ਇਹ ਫਰਾਂਸ ਦਾ ਗਵਰਨਰ ਸੀਗਾ ਇੰਡੀਆ ਦੇ ਵਿੱਚ, ਫਰੈਂਚ ਗਵਰਨਰ ਸੀਗਾ, ਠੀਕ ਹੈ ਨਾ, ਪੌਂਡੀਚੇਰੀ ਕਹਿ ਸਕਦੇ ਆਪਾਂ, ਤਾਂ ਕਾਫੀ ਇੰਪੋਰਟੈਂਟ ਹੈ। ਇਸੇ ਬੰਦੇ ਨੇ ਲੀਡ ਕੀਤੀ ਸਾਰੀ ਜਿਹੜੀ ਵਾਰ ਸੀਗੀ, ਠੀਕ ਹੈ ਨਾ। ਅਤੇ ਇਹਦਾ ਰਿਜ਼ਲਟ ਕੀ ਹੋਇਆ ਜੀ, ਟ੍ਰੀਟੀ ਆਫ ਐਕਸਲ-ਚੈਪਲ। ਇਹ ਵੀ ਤੁਸੀਂ ਯਾਦ ਕਰਨਾ ਜ਼ਰੂਰੀ ਹੈ ਵੀ ਕਿ ਜਿਹੜੀ ਫਸਟ ਕਾਰਨੈਟਿਕ ਵਾਰ ਸੀ ਉਹਦਾ ਐਂਡ ਹੋਇਆ ਟ੍ਰੀਟੀ ਆਫ ਐਕਸਲ-ਚੈਪਲ ਦੇ ਨਾਲ 48 ਦੇ ਵਿੱਚ। ਸੈਕਿੰਡ ਕਾਰਨੈਟਿਕ ਵਾਰ ਦੇ ਵਿੱਚ ਕੀ ਕਰਦੇ ਆਪਾਂ, ਇਹਦੇ ਵਿੱਚ ਵੀ ਡੁਪਲੈਕਸ ਸੀਗਾ, ਪਹਿਲੀ ਦੇ ਵਿੱਚ ਵੀ ਦੂਜੀ ਦੇ ਵਿੱਚ ਵੀ ਡੁਪਲੈਕਸ ਹੀ ਫਰਾਂਸ ਦਾ ਗਵਰਨਰ ਸੀਗਾ, ਫਰੈਂਚ ਗਵਰਨਰ ਸੀਗਾ। ਹੁਣ ਇੰਗਲਿਸ਼ ਦਾ ਕੌਣ ਸੀ ਇੱਥੇ, ਇੰਗਲਿਸ਼ ਕੰਪਨੀ ਦਾ ਕੌਣ ਸੀਗਾ, ਇੰਗਲੈਂਡ ਦਾ ਕੌਣ ਸੀ, ਰੋਬਰਟ ਕਲਾਈਵ, ਜਿਹਨੂੰ ਅਸੀਂ ਲੋਰਡ ਕਲਾਈਵ ਪੜ੍ਹਦੇ ਹਾਂ ਅੱਜ, ਜਿਹਨੂੰ ਅਸੀਂ ਲੋਰਡ ਕਲਾਈਵ ਪੜ੍ਹਦੇ ਹਾਂ ਨਾ, ਉਹ ਸੀਗਾ, ਠੀਕ ਹੈ। ਇਹਨੇ ਅਟੈਕ ਕੀਤਾ, ਤਾਂ ਇਹਨਾਂ ਦਾ ਇੱਥੇ ਇਹ ਸੀਗਾ, ਠੀਕ ਹੈ। ਇਹ ਵਾਰ ਦਾ ਰਿਜ਼ਲਟ ਕੀ ਹੋਇਆ ਕਿ ਜਿਹੜੇ ਫਰਾਂਸ ਸੀ ਇਹਨੂੰ ਕਾਫੀ ਲੋਸਿਸ ਹੋਏ, ਫਾਈਨੈਂਸ਼ੀਅਲ ਲੋਸਿਸ ਹੋਏ, ਫਰਾਂਸ ਨੂੰ ਕਾਫੀ ਲੋਸਿਸ ਹੋਏ। ਡੁਪਲੈਕਸ ਜਿਹੜਾ ਬੰਦਾ ਵੈਸੇ ਤਾਂ ਬਹੁਤ ਘੈਂਟ ਸੀਗਾ, ਡੁਪਲੈਕਸ ਬੰਦਾ ਬਹੁਤ ਘੈਂਟ ਬੰਦਾ ਸੀਗਾ, ਠੀਕ ਹੈ ਨਾ, ਬਟ ਹੁਣ ਜਦੋਂ ਇੰਨੇ ਖਰਚਾ ਹੋਣ ਲੱਗ ਗਿਆ ਲੜਾਈਆਂ 'ਤੇ ਹੋਰ ਹੋਣ ਲੱਗਿਆ, ਤਾਂ ਜਿਹੜਾ ਫਰੈਂਚ ਅਥੋਰਿਟੀਜ਼ ਸੀਗੀਆਂ ਜਿਹੜੀਆਂ ਕਿ ਫਰਾਂਸ ਦੇ ਵਿੱਚ ਬੈਠੀਆਂ ਸੀ, ਉਹ ਕਹਿਣ ਲੱਗੀਆਂ ਕਿ ਅਸੀਂ ਇਹ ਲੜਾਈਆਂ ਤੋਂ ਕੀ ਲੈਣਾ ਯਾਰ, ਤੁਸੀਂ ਸਾਡਾ ਤਾਂ ਨੁਕਸਾਨ ਕਰੀ ਜਾਂਦਾ ਹੈਗਾ। ਉਹ ਡੁਪਲੈਕਸ ਨੂੰ ਕਹਿੰਦੇ, ਜਿਹੜੀਆਂ ਫਰੈਂਚ ਅਥੋਰਿਟੀਜ਼ ਸੀਗੀਆਂ, ਫਰੈਂਚ ਸਰਕਾਰ ਸੀ, ਫਰਾਂਸ ਦੀ ਸਰਕਾਰ ਸੀ, ਉਹ ਡੁਪਲੈਕਸ ਨੂੰ ਕਹਿੰਦੀ ਵੀ ਤੂੰ ਲੜਾਈਆਂ ਲੜੀ ਜਾਂਦਾ ਯਾਰ, ਸਾਡਾ ਨੁਕਸਾਨ ਕਰੀ ਜਾਂਦਾ। ਤਾਂ ਇਸੇ ਕਰਕੇ ਡੁਪਲੈਕਸ ਨੂੰ ਫਿਰ ਵਾਪਸ ਬੁਲਾ ਲਿਆ ਫਰਾਂਸ ਦੇ ਵਿੱਚ ਵੀ ਤੂੰ ਤਾਂ ਭਾਈ ਵਾਪਸ ਆ ਜਾ, ਤੂੰ ਤਾਂ ਕੰਮ ਖਰਾਬ ਕਰੀ ਜਾਂਦਾ ਸਾਡਾ। ਜਿਹੜੇ ਫਰਾਂਸ ਸਰਕਾਰ ਸੀ ਉਹ ਡੁਪਲੈਕਸ ਨੂੰ ਕਹਿੰਦੀ ਤੂੰ ਸਾਡਾ ਕੰਮ ਖਰਾਬ ਕਰ ਰਿਹਾ, ਤੂੰ ਵਾਪਸ ਆ ਜਾ। ਤਾਂ ਮਤਲਬ ਕੀ ਹੋਇਆ, ਸੈਕਿੰਡ ਕਾਰਨੈਟਿਕ ਵਾਰ ਤੋਂ ਬਾਅਦ ਡੁਪਲੈਕਸ ਨੂੰ ਵਾਪਸ ਬੁਲਾ ਲਿਆ ਗਿਆ ਫਰਾਂਸ ਦੇ ਵਿੱਚ, ਠੀਕ ਹੈ ਨਾ। ਹਾਲਾਂਕਿ ਬੰਦਾ ਬਹੁਤ ਘੈਂਟ ਸੀ ਇਹ, ਬਟ ਬਸ ਜਦੋਂ ਪੋਲਿਸੀਜ਼ ਜਿਸ ਤਰ੍ਹਾਂ ਹੁੰਦੀਆਂ ਨੇਗੀਆਂ, ਠੀਕ ਹੈ ਨਾ, ਤਾਂ ਕਹਿੰਦੇ ਵੀ ਤੂੰ ਕੰਮ ਨਹੀਂ ਕਰਨਾ, ਤੂੰ ਵਾਪਸ ਆ ਜਾ। ਤਾਂ 1754 ਦੇ ਵਿੱਚ ਜਦੋਂ ਕਿ ਵਾਰ ਖਤਮ ਹੋਈ, ਇਹਨੂੰ ਵਾਪਸ ਬੁਲਾ ਲਿਆ ਗਿਆ, ਠੀਕ ਹੈ। ਤਾਂ ਕੁਐਸਚਨ ਆ ਜਾਂਦਾ, ਕਈ ਵਾਰੀ ਆ ਜਾਂਦਾ ਕਿ ਡੁਪਲੈਕਸ ਨੂੰ ਕਦੋਂ ਬੁਲਾ ਲਿਆ ਗਿਆ ਵਾਪਸ, ਆਫਟਰ ਸੈਕਿੰਡ ਕਾਰਨੈਟਿਕ ਵਾਰ। ਥਰਡ ਕਾਰਨੈਟਿਕ ਵਾਰ ਦੀ ਗੱਲ ਕਰੀਏ ਆਪਾਂ, ਠੀਕ ਹੈ ਨਾ, ਤਾਂ ਅਗੇਨ ਇਟ ਵਾਜ਼ ਐਨ ਐਕਸਟੈਂਸ਼ਨ ਆਫ 7 years ਵਾਰ ਆਫ ਇਨ ਯੂਰਪ। ਯੂਰਪ ਦੇ ਵਿੱਚ ਅਗੇਨ ਇੱਕ ਲੜਾਈ ਚੱਲ ਰਹੀ ਸੀਗੀ, ਠੀਕ ਹੈ ਨਾ, ਐਂਗਲੋ ਵਰਸਸ ਫਰੈਂਚ, ਠੀਕ ਹੈ ਨਾ, ਉਹਦੀ ਐਕਸਟੈਂਸ਼ਨ ਇੰਡੀਆ ਦੇ ਵਿੱਚ ਆ ਗਈ ਸੀਗੀ, ਠੀਕ ਹੈ ਨਾ। ਜਿਹੜੀ ਯੂਰਪ ਦੇ ਵਿੱਚ ਲੜਾਈ ਚੱਲ ਰਹੀ ਸੀ ਉਹ ਕਿਹੜੀ ਸੀਗੀ,
7 ਈਅਰ ਵਾਰ ਕਹਿੰਦੇ ਆਪਾਂ ਨੂੰ। ਕਿਉਂ ਕਹਿੰਦੇ ਆ? ਕਿਉਂਕਿ 7 ਸਾਲ ਦੇ ਲਈ ਹੀ ਸੀਗੀ ਇਹ, 56 ਤੋਂ ਲੈ ਕੇ 63 ਦੇ ਵਿੱਚ। ਤਾਂ 7 ਈਅਰਸ ਵਾਰ ਸੀਗੀ ਜਿਹੜੀ ਕਿ ਯੂਰਪ ਦੇ ਵਿੱਚ ਚੱਲ ਰਹੀ ਸੀਗੀ। ਉਸ ਦੀ ਅੱਗੇ ਐਕਸਟੈਂਸ਼ਨ ਸੀ ਜਿਹੜੀ ਆਪਣੀ ਇੰਡੀਆ ਦੇ ਵਿੱਚ ਆ ਗਈ ਸੀ, ਜਿਹਨੂੰ ਅਸੀਂ ਥਰਡ ਕਾਰਨੇਟਿਕ ਵਾਰ ਕਿਹਾ ਜਾਣ ਲੱਗ ਪਿਆ। ਠੀਕ ਹੈ, ਇਸ ਵਾਰ ਦੇ ਵਿੱਚ ਇੱਕ ਇੰਪੋਰਟੈਂਟ ਜਿਹੜੀ ਹੈਗੀ ਹੈ ਬੈਟਲ। ਦੇਖੋ ਵਾਰ ਵਰਸਸ ਬੈਟਲ ਤੁਹਾਨੂੰ ਪਤਾ ਨਾ, ਵਾਰ ਤੇ ਬੈਟਲ ਦੇ ਵਿੱਚ ਕੀ ਡਿਫਰੈਂਸ ਹੁੰਦਾ? ਵਾਰ ਵਰਸਸ ਬੈਟਲ, ਦੇਖੋ ਵਾਰ ਤਾਂ ਕਈ ਸਾਲ ਚੱਲਦੀ ਹੈ। ਠੀਕ ਹੈ ਨਾ, ਹੁਣ ਤੁਹਾਨੂੰ ਦੱਸਿਆ ਵੀ 7 ਸਾਲ ਜਿਹੜੀ ਵਾਰ ਚੱਲੀ, ਲੜਾਈ, ਪੂਰੀ ਜੰਗ। ਜਿਹੜੀ ਬੈਟਲ ਹੈ ਉਹ ਹੋ ਸਕਦਾ ਘੰਟੇ ਦੀ ਹੋਵੇ, ਹੋ ਸਕਦਾ 1 ਦਿਨ ਦੀ ਹੋਵੇ। ਤਾਂ ਮਤਲਬ ਕੀ ਹੈ, ਇੱਕ ਵਾਰ ਦੇ ਵਿੱਚ ਕਈ ਬੈਟਲਸ ਹੋ ਸਕਦੀਆਂ ਨੇਗੀਆਂ। ਵਾਰ ਵੱਡੀ ਟਰਮ ਆ ਗਈ, ਵਾਰ ਵੱਡੀ ਟਰਮ ਆ ਗਈ। ਮੰਨ ਲਓ 7 ਸਾਲ ਵਾਰ ਚੱਲੀ ਤਾਂ ਉੱਥੇ ਕਈ ਬੈਟਲਸ ਹੋਈਆਂ, ਇਹਦੇ ਵਿੱਚ ਬੈਟਲ ਹੋਈ, ਇਹਦੇ ਵਿੱਚ ਬੈਟਲ ਹੋਈ, ਇਹਦੇ ਵਿੱਚ ਬੈਟਲ ਹੋਈ। ਤਾਂ ਬੈਟਲਸ ਬਹੁਤ ਹੁੰਦੀਆਂ ਨੇਗੀਆਂ ਇੱਕ ਵਾਰ ਦੇ ਵਿੱਚ। ਵਾਰ ਦਾ ਜਿਹੜਾ ਆਊਟਕਮ ਹੈ ਵੱਡਾ ਹੈ। ਕੋਈ ਬੰਦਾ ਇੱਕ ਬੈਟਲ ਹਾਰ ਸਕਦਾ ਹੈਗਾ, ਠੀਕ ਹੈ ਨਾ, ਜ਼ਰੂਰੀ ਨਹੀਂ ਕਿ ਸਾਰੀਆਂ ਬੈਟਲਸ ਹਾਰੂਗਾ, ਵਾਰ ਜਿੱਤ ਸਕਦਾ ਉਹੀ ਬੰਦਾ। ਠੀਕ ਹੈ ਨਾ, ਇਹ ਚੀਜ਼ ਹੁੰਦੀ ਹੈ ਵੀ ਕੋਈ ਬੈਟਲ ਆਪਾਂ ਮੰਨ ਲਓ ਬੰਦਾ ਹਾਰ ਗਿਆ, ਬੈਟਲ ਹਾਰ ਗਿਆ, ਬਟ ਓਵਰਆਲ ਜਿਹੜਾ ਸੀ ਉਹ ਵਾਰ ਜਿੱਤ ਗਿਆ। ਤਾਂ ਬੈਟਲ ਦੇ ਵਿੱਚ ਹਾਰ ਹੋ ਸਕਦੀ ਹੈ ਅਤੇ ਬਟ ਵਾਰ ਦੇ ਵਿੱਚ ਫਾਈਨਲ ਜਿਹੜਾ ਡਿਸਾਈਡ ਹੁੰਦਾ ਵੀ ਕੌਣ ਜਿੱਤਿਆ ਹੈਗਾ। ਇਸੇ ਤਰ੍ਹਾਂ ਇੱਕ ਬੈਟਲ ਹੋਈ ਥਰਡ ਕਾਰਨੇਟਿਕ ਵਾਰ ਦੇ ਵਿੱਚ ਵੀ ਕਈ ਬੈਟਲ ਹੋਈਆਂ। ਠੀਕ ਹੈ ਨਾ, ਇਸ ਵਾਰ ਦੇ ਵਿੱਚ ਵੀ ਕਈ ਬੈਟਲ ਹੋਈਆਂ। ਇੱਕ ਬੈਟਲ ਜ਼ਿਆਦਾ ਫੇਮਸ ਹੈਗੀ, ਉਹ ਹੈਗੀ ਹੈ ਬੈਟਲ ਆਫ ਬੰਦੀ ਵਾਸ਼। ਉਦੋਂ ਹੋਈ ਇਹ 1760 ਦੇ ਵਿੱਚ। ਦੇਖੋ ਇਹਦਾ ਟਾਈਮ ਪੀਰੀਅਡ ਕੀ ਹੈ, 58 ਤੋਂ 63 ਹੈਗਾ। ਠੀਕ ਹੈ, ਤਾਂ ਇਹਦੇ ਵਿੱਚ 60 ਸੀ ਜਿਹੜਾ, ਉਦੋਂ ਇੱਕ ਲੜਾਈ ਹੋਈ ਬੈਟਲ ਆਫ ਬੰਦੀ ਵਾਸ਼। ਵੈਰੀ ਇੰਪੋਰਟੈਂਟ ਹੈ ਜੀ ਇਹ, ਡਾਇਰੈਕਟ ਆ ਜਾਂਦਾ ਕਿ ਕੌਣ ਇਹਦੇ ਵਿੱਚ ਲੜਿਆ। ਇਹਦੇ ਵਿੱਚ ਕੀ ਹੋਇਆ, ਇੰਗਲਿਸ਼ ਕੰਪਨੀ ਦਾ ਆਇਰਕੂਟ ਜਨਰਲ ਸੀਗਾ, ਇੰਗਲਿਸ਼ ਦਾ, ਅੰਗਰੇਜ਼ਾਂ ਦਾ ਜਿਹੜਾ ਜਨਰਲ ਸੀਗਾ ਆਇਰਕੂਟ, ਉਹਨੇ ਫਰੈਂਚ ਦੇ ਜਨਰਲ ਨੂੰ ਹਰਾਤਾ। ਉਹਦਾ ਨਾਮ ਕੀ ਸੀ? ਲਾਲੀ, ਆਰਥਰ ਡੀ ਲਾਲੀ। ਤਾਂ ਕੁਐਸਚਨ ਆ ਜਾਂਦਾ ਹੈ ਕਿ ਬੈਟਲ ਆਫ ਬੰਦੀ ਵਾਸ਼ ਦੇ ਵਿੱਚ ਕਿਹਨੇ ਕਿਹਨੂੰ ਹਰਾਇਆ? ਤਾਂ ਇਹਦਾ ਆਨਸਰ ਆਊਗਾ ਜੀ ਆਇਰਕੂਟ ਡਿਫੀਟਡ ਲਾਲੀ। ਬੈਟਲ ਆਫ ਬੰਦੀ ਵਾਸ਼ ਬਹੁਤ ਵਾਰੀ ਕੁਐਸਚਨ ਆਉਂਦਾ ਜੀ ਇਹ, ਕਿ ਬੈਟਲ ਆਫ ਬੰਦੀ ਵਾਸ਼ ਕਦੋਂ ਹੋਈ? ਪਹਿਲੀ ਗੱਲ ਤਾਂ 1760 ਦੇ ਵਿੱਚ ਹੋਈ। ਅਤੇ ਕੌਣ ਲੜਿਆ ਇਹਦੇ ਵਿੱਚ? ਆਇਰਕੂਟ ਲੜਿਆ ਲਾਲੀ ਨੂੰ ਹਰਾਉਣ ਵਾਸਤੇ। ਆਇਰਕੂਟ ਕੌਣ ਸੀ? ਇੰਗਲੈਂਡ ਦਾ ਸੀਗਾ। ਲਾਲੀ ਕੌਣ ਸੀ? ਫਰਾਂਸ ਦਾ ਸੀਗਾ। ਠੀਕ ਹੈ, ਤਾਂ ਇੱਥੋਂ ਜਿਹੜਾ ਫਰਾਂਸ ਸੀ ਉਹ ਬਿਲਕੁਲ ਹੀ ਖਤਮ ਹੋ ਗਿਆ ਸੀ ਆਲਮੋਸਟ। ਠੀਕ ਹੈ ਨਾ, ਜਿਹੜੀ ਫਰੈਂਚ ਕਲੋਨੀਜ਼ ਸੀਗੀਆਂ ਇੰਡੀਆ ਦੇ ਵਿੱਚ, ਤਾਂ ਬਿਲਕੁਲ ਹੀ ਡਿਮਿਨਿਸ਼ ਹੋ ਗਈਆਂ ਸੀਗੀਆਂ। ਲੈਫਟ ਇੰਗਲਿਸ਼ ਕੰਪਨੀ ਵਿਦ ਨੋ ਯੂਰਪੀਅਨ ਰਾਈਵਲ। ਤੁਹਾਨੂੰ ਦੱਸਿਆ ਵੀ ਜਿਹੜੇ ਫਰੈਂਚ ਸੀ ਉਹ ਪੂਰੀ ਤਰ੍ਹਾਂ ਹਾਰ ਗਈ ਸੀ ਇੱਥੇ ਇਸ ਬੈਟਲ ਦੇ ਵਿੱਚ। ਕਾਫੀ ਡਿਸਾਈਸਿਵ ਬੈਟਲ ਸੀਗੀ ਇਹ। ਠੀਕ ਹੈ ਨਾ, ਕਾਫੀ ਡਿਸਾਈਸਿਵ ਸੀਗੀ ਕਿ ਜਦੋਂ ਇਹ ਬੈਟਲ ਹਾਰੇ ਫਰੈਂਚ, ਤਾਂ ਇੱਥੋਂ ਡਿਸਾਈਡ ਹੋਣ ਲੱਗਾ ਕਿ ਹੁਣ ਫਰੈਂਚ ਦੇ ਪੱਲੇ ਤੇ, ਹੁਣ ਫਰੈਂਚ ਦੇ ਹੱਥ ਦੇ ਵਿੱਚ ਜ਼ਿਆਦਾ ਕੁਛ ਨਹੀਂ ਰਿਹਾ। ਠੀਕ ਹੈ ਨਾ, ਅਤੇ ਹੁਣ ਇੰਗਲਿਸ਼ ਹੀ ਜਿਹੜੇ ਨੇ ਉਹ ਰੂਲ ਕਰਨਗੇ ਇੰਡੀਆ ਦੇ ਵਿੱਚ। ਤਾਂ ਇੱਥੋਂ ਥੋੜ੍ਹਾ ਜਿਹਾ ਪਤਾ ਲੱਗਣ, ਇਸ਼ਾਰਾ ਹੋਣ ਲੱਗ ਗਿਆ ਸੀਗਾ। ਠੀਕ ਹੈ, ਇਸ ਚੀਜ਼ ਦਾ। ਇਹਦਾ ਰਿਜ਼ਲਟ ਕੀ ਹੋਇਆ ਜੀ? ਟ੍ਰੀਟੀ ਆਫ ਪੈਰਿਸ। ਕਦੋਂ ਹੋਇਆ? 1763 ਦੇ ਵਿੱਚ, ਟ੍ਰੀਟੀ ਆਫ ਪੈਰਿਸ। ਜਿਹੜੀ ਪਹਿਲੀ ਬੈਟਲ ਸੀਗੀ ਉਹਦੀ ਟ੍ਰੀਟੀ ਕਿਹੜੀ ਸੀ? ਟ੍ਰੀਟੀ ਆਫ ਐਕਸ-ਵਿਲ-ਚੈਪਲੇ। ਠੀਕ ਹੈ, ਟ੍ਰੀਟੀ ਆਫ ਐਕਸ-ਵਿਲ-ਚੈਪਲੇ। ਇਹਦੇ ਵਿੱਚ ਕੋਈ ਟ੍ਰੀਟੀ ਨਹੀਂ ਹੋਈ ਐਸ ਸੱਚ। ਠੀਕ ਹੈ, ਜਿਹੜੀ ਆਪਾਂ ਯਾਦ ਰੱਖਣੀ ਹੈ, ਸਿਰਫ ਪਹਿਲੀ ਅਤੇ ਤੀਜੀ ਦੀ ਟ੍ਰੀਟੀ ਯਾਦ ਰੱਖਣੀ ਹੈ। ਲਾਸਟ ਸੀਗੇ ਜੀ ਲਾਸਟ ਤੋਂ ਪਹਿਲਾਂ ਇਹ ਸੀਗੇ, ਦੇਖੋ 1616 ਦੇ ਵਿੱਚ ਆਏ ਸੀ ਡੈਨਮਾਰਕ। ਇਹ ਵੀ ਨੈਦਰਲੈਂਡ ਦੇ ਨੇੜੇ ਹੀ ਹੈ। ਜਿਹੜੇ ਆਪਾਂ ਨੈਦਰਲੈਂਡ ਦੀ ਪੋਜੀਸ਼ਨ ਦੇਖੀ ਸੀ ਨਾ, ਤਾਂ ਉਹਦੇ ਨੇੜੇ ਹੀ ਹੈ ਲਗਭਗ ਡੈਨਮਾਰਕ। ਤਾਂ ਇੱਥੋਂ ਦੇ ਜਿਹੜੇ ਬੰਦੇ ਸੀ ਉਹਨੂੰ ਅਸੀਂ ਡੇਨਸ ਕਹਿੰਦੇ ਹਾਂ। ਠੀਕ ਹੈ ਨਾ, ਫਰਾਂਸ ਕਦੋਂ ਆਏ ਸੀਗੇ? 1664 ਦੇ ਵਿੱਚ। ਸਭ ਤੋਂ ਲਾਸਟ ਦੇ ਫਰਾਂਸ ਆਇਆ ਸੀਗਾ, ਫਰੈਂਚ ਆਏ ਸੀਗੇ। ਉਦੋਂ ਪਹਿਲਾਂ ਜਿਹੜੇ ਆਏ ਸੀ ਡੇਨਸ ਆਏ ਸੀ 1616 ਦੇ ਵਿੱਚ। ਇਹ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਆਪਣੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ। ਠੀਕ ਹੈ ਨਾ, ਕਿਉਂਕਿ ਇਹ ਜ਼ਿਆਦਾ ਮਿਸ਼ਨਰੀ ਐਕਟੀਵਿਟੀ ਦੇ ਅਸੀਂ ਆਏ ਸੀਗੇ। ਮਿਸ਼ਨਰੀ ਐਕਟੀਵਿਟੀ ਮਤਲਬ ਕਿ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਜ਼ਿਆਦਾ ਆਏ ਸੀਗੇ। ਕਾਮਰਸ ਨਾਲ ਜ਼ਿਆਦਾ ਇਹਨਾਂ ਨਾਲ ਲੈਣ ਦੇਣ ਹੈ ਨਹੀਂ ਸੀਗਾ, ਵੀ ਜ਼ਿਆਦਾ ਟ੍ਰੇਡ ਨਾਲ ਕੰਸਰਨਡ ਨਹੀਂ ਸੀਗੇ। ਇਹ ਸਿਰਫ ਤਾਂ ਆਏ ਸੀ ਵੀ ਜਿਹੜੇ ਆਪਣੇ ਕ੍ਰਿਸਚੀਅਨ ਰਿਲੀਜਨ ਹੈ ਜਾਂ ਹੋਰ ਜਿਹੜਾ ਧਾਰਮਿਕ ਸੰਸਥਾਵਾਂ ਨੇ ਉਹਨੂੰ ਇਹ ਜ਼ਿਆਦਾ ਪ੍ਰੋਪੇਗੇਟ ਕਰ ਸਕਣ। ਇਸੇ ਕਰਕੇ ਜ਼ਿਆਦਾ ਇੰਪੋਰਟੈਂਟ ਵੀ ਨਹੀਂ ਹੈਗੇ ਆਪਣੇ ਪੜ੍ਹਨ ਵਾਸਤੇ। ਠੀਕ ਹੈ, ਇਹ ਤਾਂ ਜ਼ਿਆਦਾ ਇਹ ਮਿਸ਼ਨਰੀ ਐਕਟੀਵਿਟੀਜ਼ ਦੇ ਵਿੱਚ ਹੀ ਇਨਵੋਲਵ ਸੀਗੇ। ਠੀਕ ਹੈ ਜੀ, ਦੈਟ ਵਾਜ਼ ਆਲ। ਇਹ ਅਸੀਂ ਸਾਰਾ ਅੱਜ ਯੂਰਪੀਅਨਸ ਦੇ ਐਡਵੈਂਟ ਪੜ੍ਹਿਆ ਹੈਗਾ। ਠੀਕ ਹੈ ਨਾ, ਕਿ ਕਿਹੜੇ ਯੂਰਪ ਦੇ ਕਿਹੜੇ ਦੇਸ਼ ਨੇ ਜਿਹੜੇ ਇੰਡੀਆ ਦੇ ਵਿੱਚ ਆਏ। ਠੀਕ ਹੈ ਨਾ, ਉਸ ਟਾਈਮ ਦੇ ਇੰਡੀਆ ਦੇ ਵਿੱਚ ਕਿਹੜੇ ਰੂਲਰਸ ਸੀਗੇ, ਕੀ ਆਊਟਕਮ ਨਿਕਲ ਕੇ ਆਇਆ। ਹੁਣ ਦੇਖੋ, ਜਦੋਂ ਇੰਨੇ ਯੂਰਪੀਅਨਸ ਆਏ ਇੰਡੀਆ ਦੇ ਵਿੱਚ, ਤਾਂ ਦੇਖੋ ਇੱਕ ਮਿਆਨ ਦੇ ਵਿੱਚ ਆਪਾਂ ਸੁਣਦੇ ਕਿ 2 ਤਲਵਾਰਾਂ ਨਹੀਂ ਰਹਿ ਸਕਦੀਆਂ, ਤਾਂ ਇੰਨੀਆਂ ਤਲਵਾਰਾਂ ਕਿਵੇਂ ਰਹਿਣਗੀਆਂ? ਤਾਂ ਇਹੀ ਡਿਸਾਈਡ ਹੋਣਾ ਸੀ ਜਿਹੜਾ ਆਪਾਂ ਨੇ ਐਡਵੈਂਟ ਪੜ੍ਹਿਆ। ਐਡਵੈਂਟ ਦਾ ਮਤਲਬ ਹੈ ਕਿ ਆਉਣਾ, ਐਡਵੈਂਟ ਆਫ ਯੂਰਪੀਅਨਸ ਆਏ। ਹੁਣ ਆ ਤਾਂ ਗਏ,
ਹੁਣ ਜਿਹੜਾ ਰੂਲ ਕਰਨਾ ਬੇਸਿਕਲੀ ਅੱਗੇ ਜਿਹੜੀ ਪ੍ਰੋਗਰੈਸ ਕਰਨੀ ਹੈ ਉਹ ਇਹਨਾਂ ਸਾਰੀਆਂ ਪਾਵਰਸ ਦੇ ਵਿੱਚੋਂ ਕੌਣ ਪ੍ਰੋਗਰੈਸ ਕਰੂਗਾ, ਤਾਂ ਇਹ ਚੀਜ਼ ਬਹੁਤ ਦੇਖਣ ਵਾਲੀ ਹੈ, ਠੀਕ ਹੈ ਨਾ। ਤਾਂ ਆਪਾਂ ਨੇ ਦੇਖਿਆ ਕਿ ਜਿਹੜੀ ਬੈਟਲ ਆਫ ਵਾਦੀਵੋਸ਼ ਸੀਗੀ ਇਸ ਦੇ ਵਿੱਚ ਡਿਸਾਈਡ ਹੋ ਗਿਆ ਸੀ ਕਿ ਫਰਾਂਸ ਤਾਂ ਨਹੀਂ ਹੋਊਗਾ, ਠੀਕ ਹੈ ਨਾ। ਇਹ ਐਟ ਦਾ ਐਂਡ 2 ਪਾਵਰਸ ਰਹਿ ਚੁੱਕੀਆਂ ਸੀਗੀਆਂ, ਇੰਗਲੈਂਡ ਤੇ ਫਰਾਂਸ ਰਹਿ ਗਏ ਸੀਗੇ, ਠੀਕ ਹੈ ਨਾ। ਬਾਕੀ ਪਾਵਰਾਂ ਪਹਿਲਾਂ ਹੀ ਖਤਮ ਹੋ ਗਈਆਂ ਸੀਗੀਆਂ ਤੇ ਹੁਣ ਇੰਗਲੈਂਡ ਤੇ ਫਰਾਂਸ ਦੇ ਵਿੱਚੋਂ ਡਿਸਾਈਡ ਕਰਨਾ ਸੀ ਕੌਣ ਹੈ। ਤਾਂ ਬੈਟਲ ਆਫ ਵਾਦੀਵੋਸ਼ ਵਿੱਚ ਡਿਸਾਈਡ ਹੋ ਗਿਆ ਸੀਗਾ, ਬੈਟਲ ਆਫ ਵਾਦੀਵੋਸ਼ 'ਚ ਡਿਸਾਈਡ ਹੋ ਗਿਆ ਸੀ ਕਿ ਜਿਹੜਾ ਫਰਾਂਸ ਸੀ ਇਹ ਨਹੀਂ ਹੋਣ ਵਾਲਾ। ਤਾਂ ਆਪਣੇ ਕੋਲ ਇੱਕ ਇੰਗਲਿਸ਼ ਸੀ, ਜਿਹੜੇ ਇੰਗਲਿਸ਼ ਕੰਪਨੀ ਸੀਗੀ, ਇਹ ਇੱਕ ਨਿਕਲ ਕੇ ਆਈ ਕਿ ਹਾਂ ਇਹ ਇੰਗਲੈਂਡ ਕੰਪਨੀ ਹੋ ਸਕਦੀ ਹੈ ਜਿਹੜੀ ਕਿ ਇੰਡੀਆ ਦੇ ਵਿੱਚ ਹੋਰ ਪ੍ਰੋਗਰੈਸ ਕਰੂਗੀ। ਤੇ ਇਹੀ ਆਪਣੇ ਜਿਹੜਾ ਨੈਕਸਟ ਸੈਸ਼ਨ ਹੈ, ਨੈਕਸਟ ਚੈਪਟਰ ਹੈ, ਇਹੀ ਚੀਜ਼ ਆਪਣੀ ਨੈਕਸਟ ਸੈਸ਼ਨ ਦਾ ਟੌਪਿਕ ਹੋਊਗਾ।